नगारा टीवी ਵੇਖਣ ਵਾਲੇ ਸਾਰੇ ਹੀ ਵਿਊਅਰਸ ਦਾ ਬਹੁਤ-ਬਹੁਤ ਸਵਾਗਤ ਜੀ। ਪ੍ਰੋਗਰਾਮ ਸ਼ੁਰੂ ਹੋ ਗਿਆ। ਜਰਾ ਹਟ ਕੇ ਨਗਾਰਾ ਟੀਵੀ ਪੂਰੀ ਕਾਇਨਾਤ ਦੇ ਵਿੱਚ ਵੇਖਿਆ ਜਾ ਰਿਹਾ ਜੀ, ਸੁਣਿਆ ਵੀ ਜਾ ਰਿਹਾ ਔਰ ਬੜੀ ਖੁਸ਼ੀ ਹੁੰਦੀ ਹੈ ਜੀ। ਪੁਰਾਣੇ ਪ੍ਰੋਗਰਾਮ ਸਾਰੇ ਵੇਖਦੇ ਹੋ, ਸਾਡੇ ਵੀ ਵੇਖਦੇ ਹੋ ਔਰ ਫੇਸਬੁੱਕ YouTube ਦੇ ਵਿੱਚ ਵੀ ਤੁਸੀਂ ਸਾਡੇ ਨਾਲ ਜੁੜ ਜਾਂਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕੁਛ ਕੀਤਾ ਜਾਏਗਾ ਇਹਦੇ ਬਾਰੇ ਮੈਂ ਜੇ ਦੱਸਾਂ। ਸਭ ਤੋਂ ਪਹਿਲਾਂ ਤਾਂ ਅੱਜ ਇੱਕ ਉਸ ਟੌਪਿਕ ਬਾਰੇ ਗੱਲ ਕਰਾਂਗੇ। ਪੰਜਾਬ ਦੇ ਉਹਨਾਂ ਚੀਜ਼ਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਪੁਰਾਣੀਆਂ ਗੱਲਾਂ ਤੇ ਨਵੀਆਂ ਗੱਲਾਂ ਤੇ ਵਿੱਚ ਵਿਚਾਲੀਆਂ ਗੱਲਾਂ। ਸ਼ਹਿਰਾਂ 'ਚੋਂ ਸ਼ਹਿਰ ਜਲੰਧਰ, ਇਹਦੀ ਗੱਲ ਕੀਤੀ ਜਾਏਗੀ। ਤੁਸੀਂ ਕਹੋਗੇ ਜਰਾ ਹਟ ਕੇ ਜੀ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ, ਹਰ ਥਾਂ ਕਰੋਨਾ ਵਾਇਰਸ ਇਹ ਉਹ, ਰੋਣ ਪਿੱਟਣ ਵਾਲੀਆਂ ਗੱਲਾਂ, ਕੁਛ ਗੱਲਾਂ ਨੈਗੇਟਿਵਿਟੀ ਵੱਲ ਲਿਜਾਣ ਵਾਲੀਆਂ। ਬਹੁਤ ਲੋਕ ਇਸ ਵਕਤ ਗਮ ਵਾਲੇ ਮਾਹੌਲ 'ਚ ਨੇ, ਖੁਸ਼ੀ ਹੈ ਨਹੀਂ। ਚਲੋ ਕੁਝ ਗੱਲਾਂ ਹੋਰ ਤਰ੍ਹਾਂ ਦੀਆਂ ਕਰ ਲਈਏ, ਜਰਾ ਹਟ ਕੇ ਗੱਲਾਂ ਕਰ ਲਈਏ। ਅੱਜ ਸ਼ਹਿਰ ਜਲੰਧਰ ਦੀਆਂ ਗੱਲਾਂ ਕਰੀਏ। ਨਿੱਕੇ ਹੁੰਦੇ ਜਦੋਂ ਜਾਣਾ, ਘਰ ਵਾਲਿਆਂ ਨੇ ਲੈ ਕੇ ਜਾਣਾ, ਚਲੋ ਅੱਜ ਜਲੰਧਰ ਚੱਲਦੇ ਹਾਂ, ਵਾਂਡੇ ਚੱਲਦੇ ਹਾਂ, ਕਿਸੇ ਰਿਸ਼ਤੇਦਾਰ ਨੂੰ ਮਿਲਦੇ ਹਾਂ ਜਾਂ ਕਿਤੇ ਦੁਕਾਨਦਾਰ ਸ਼ਾਪਿੰਗ ਕਰਨ ਚੱਲੇ। ਉਦੋਂ ਸ਼ਾਪਿੰਗ ਨਹੀਂ ਸੀ ਵਰਡ, ਵੀ ਖਰੀਦਦਾਰੀ ਕਰਨ ਚੱਲਦੇ ਹਾਂ ਤੇ ਬੜਾ ਚਾਅ ਚੜ੍ਹ ਜਾਣਾ। ਜਲੰਧਰ ਜਾਣ ਦੇ ਨਾਂ ਤੇ ਤਾਂ ਬਸ ਝੱਟ ਮੂੰਹ ਧੋ ਕੇ ਤਿਆਰ ਹੋ ਜਾਣਾ। ਜਲੰਧਰ ਰਹਿਣ ਵਾਲੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਨੇ ਅੱਜ ਸਾਡੇ ਪ੍ਰੋਗਰਾਮ ਦੇ ਨਾਲ ਨਗਾਰਾ ਟੀਵੀ ਨਾਲ ਜੁੜ ਚੁੱਕੇ ਨੇ। ਅੱਜ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਜਾਏਗੀ। ਬਿਲਕੁਲ ਇਸ ਵਕਤ ਸਾਡੇ ਨਾਲ ਵਕੀਲ ਸਾਹਿਬ ਸ਼ੈਲੀ ਤੇਜਾ ਜੀ ਜੁੜ ਚੁੱਕੇ ਨੇ। ਜਲੰਧਰ ਦੇ ਸ਼ਹਿਰ ਦੇ ਇਤਿਹਾਸ ਬਾਰੇ ਦੱਸਣਗੇ। ਜਲੰਧਰ ਸ਼ਹਿਰ ਦੇ ਵਿੱਚ ਕੀ ਖਾਸ ਚੀਜ਼ਾਂ ਨੇ ਜਿਨ੍ਹਾਂ ਬਾਰੇ ਸਾਡੇ ਵਿਊਅਰ ਸੁਣਨ ਵਾਲੇ ਨਗਾਰਾ ਟੀਵੀ ਨਾਲ ਜਿਹੜੇ ਜੁੜ ਚੁੱਕੇ ਨੇ ਉਹ ਵੀ ਅੱਜ ਜਾਣਕਾਰੀ ਉਹਨਾਂ ਨੂੰ ਮੁਹੱਈਆ ਕੀਤੀ ਜਾਏਗੀ। ਸ਼ੈਲੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸ਼ੈਲੀ ਜੀ, ਅੱਜ ਗੱਲ ਹੋ ਰਹੀ ਹੈ ਨਗਾਰਾ ਟੀਵੀ ਤੇ ਸ਼ਹਿਰਾਂ ਵਿੱਚੋਂ ਸ਼ਹਿਰ ਜਲੰਧਰ ਸ਼ਹਿਰ ਦੇ ਬਾਰੇ, ਖਾਸ ਕਰ ਇਹਦੇ ਇਤਿਹਾਸ ਬਾਰੇ। ਕਾਫੀ ਪੁਰਾਣਾ ਸ਼ਹਿਰ ਹੈ। ਕੀ ਸ਼ਹਿਰ ਨੇ ਵੇਖਿਆ ਪਿਛਲੇ 50 ਸਾਲਾਂ ਵਿੱਚ, ਸ਼ਹਿਰ ਕਿਤੇ ਤੇ ਕਿਤੇ ਪਹੁੰਚ ਗਿਆ, ਇਹਦੇ ਬਾਰੇ ਜ਼ਰੂਰ ਅੱਜ ਸਾਡੇ ਵਿਊਅਰਸ ਨੂੰ, ਨਗਾਰਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ। ਅਹਿਮ ਜਾਣਕਾਰੀ ਹੋਵੇਗੀ ਜੀ ਅੱਜ ਦੇ ਪ੍ਰੋਗਰਾਮ 'ਚ। ਸ਼ੈਲੀ ਜੀ ਇਹ ਬਾਰੇ ਦੱਸਦਾ ਜੀ, ਪਿਛਲੇ 30 ਸਾਲਾਂ ਤੋਂ ਜਲੰਧਰ ਦੇ ਵਿੱਚ ਵਕਾਲਤ ਕਰਦੇ ਨੇ ਜਲੰਧਰ ਸ਼ਹਿਰ ਬਾਰੇ, ਇਹਨਾਂ ਨੂੰ ਅਹਿਮ ਜਾਣਕਾਰੀ ਹੈ। ਹਾਂਜੀ ਸ਼ੈਲੀ ਜੀ। ਹਾਂਜੀ, ਜਲੰਧਰ ਸ਼ਹਿਰ ਦਾ ਜਿਹੜਾ ਏਸ਼ੀਅੰਟ ਮਟੀਰੀਅਲ ਤੇ ਮਾਡਰਨ, ਇਹਨਾਂ ਤਿੰਨਾਂ ਦੀ ਬੜਾ ਸਿਗਨੀਫੀਕੈਂਸ ਹੈ। ਏਸ਼ੀਅੰਟ ਦੇ ਵਿੱਚ ਇਹਦਾ ਜ਼ਿਕਰ, ਜਲੰਧਰ ਸ਼ਹਿਰ ਦਾ ਜ਼ਿਕਰ ਮਹਾਭਾਰਤ ਤੇ ਪੁਰਾਣਾਂ ਦੇ ਵਿੱਚ ਆਉਂਦਾ। ਪਦਮ ਪੁਰਾਣ ਦੇ ਵਿੱਚ ਜਲੰਧਰ ਸ਼ਹਿਰ ਦਾ ਜ਼ਿਕਰ ਆਉਂਦਾ ਹੈ। ਉਦੋਂ ਇਸ ਦਾ ਨਾਮ ਜਲੰਧਰਾ ਕਿੰਗਡਮ ਸੀ, ਜਲੰਧਰਾ ਕਹਿੰਦੇ ਸੀ ਇਸਨੂੰ। ਔਰ ਉਸ ਤੋਂ ਬਾਅਦ ਕਿਉਂਕਿ ਇੰਡੀਆ ਦੇ ਵਿੱਚ ਟ੍ਰੈਡੀਸ਼ਨ ਹਿਸਟਰੀ ਲਿਖਣ ਦੀ, ਓਰਲ ਹਿਸਟਰੀ ਦੀ ਹੈਗੀ ਹੈ, ਤੇ ਇਹ ਜਿਹੜੀ ਸਾਨੂੰ ਜ਼ਿਆਦਾ ਜਾਣਕਾਰੀ ਮਿਲਦੀ ਜਾਂ ਤੇ ਸਾਡੇ ਐਪਿਕਸ ਨੇ ਉਹਨਾਂ ਦੇ ਰਾਹੀਂ ਮਿਲਦੀ ਹੈ। ਤੇ ਜਿਹੜਾ ਹਿਊਨ ਸਿੰਘ ਆਇਆ 6th ਸੈਂਚੁਰੀ 'ਚ, ਉਹਨੇ ਜਲੰਧਰ ਦਾ ਜ਼ਿਕਰ ਕੀਤਾ ਆਪਣੇ ਟਰੈਵਲ ਦੇ ਦੌਰਾਨ। ਉਦੋਂ ਉਸਨੇ ਲਿਖਿਆ ਕਿ ਜਲੰਧਰ ਬਾਰੇ, ਇਹ ਜਲੰਧਰ ਜਿਹੜੀ 167 ਮਾਈਲ ਦੀ ਲੈਂਥ ਸੀ ਈਸਟ ਟੂ ਵੈਸਟ, ਤੇ 133 ਮੀਲ ਬ੍ਰੈਥ ਸੀ ਨਾਰਥ ਟੂ ਸਾਊਥ। ਇਹ ਜਲੰਧਰ ਸ਼ਹਿਰ ਦੀ ਉਹਨੇ ਆਪਣੀ ਲਿਖਤ ਦੇ ਵਿੱਚ ਲਿਖਿਆ ਹੋਇਆ। ਜਲੰਧਰ ਦਾ ਜ਼ਿਕਰ ਕੀਤਾ, ਇੱਥੇ ਰੁਕਿਆ ਸੀ 6th ਸੈਂਚੁਰੀ 'ਚ ਜੀ। ਤੇ ਜਿਹੜਾ ਮਾਡਰਨ ਜਲੰਧਰ ਦਾ ਅਸੀਂ ਬ੍ਰਿਟਿਸ਼ ਟਾਈਮ ਤੋਂ ਜੇ ਸਟਾਰਟ ਕਰੀਏ ਤੇ ਜਲੰਧਰ ਵਾਜ਼ ਵੈਰੀ ਇੰਪੋਰਟੈਂਟ ਪਲੇਸ, ਕਿਉਂਕਿ ਜਲੰਧਰ ਡਿਵੀਜ਼ਨ ਬਣਾਈ ਗਈ ਐਡਮਿਨਿਸਟ੍ਰੇਟਿਵ ਪਰਪਸ। ਤੇਜਾ ਸਾਹਿਬ, ਮੈਂ ਤੁਹਾਨੂੰ ਵਿੱਚ ਇੰਟਰਪਟ ਕਰ ਰਿਹਾ। ਜਲੰਧਰ ਸ਼ਹਿਰ ਦਾ ਨਾਮ ਜਲੰਧਰ ਕਿਉਂ ਰੱਖਿਆ ਗਿਆ? ਕਿਤੇ ਇਹ ਤਾਂ ਨਹੀਂ ਕਿ ਸਤਲੁਜ ਜਾਂ ਬਿਆਸ ਦਰਿਆ, ਇਹਨਾਂ ਦੋਨਾਂ ਦਰਿਆਵਾਂ ਦੇ ਵਿਚਕਾਰ ਇਹਦੀ ਲੋਕੇਸ਼ਨ ਸੀ ਜਾਂ ਕੋਈ ਹੋਰ ਕਾਰਨ ਸੀ? ਪਾਣੀ ਨਾਲ ਘਿਰਿਆ ਸੀ ਜਾਂ ਉਸ ਵਕਤ ਕੋਈ ਹੋਰ ਜਿਹੇ ਦਰਿਆਵਾਂ ਦੀ ਲੋਕੇਸ਼ਨ ਜਿਹੜੀ ਸੀ ਕਿਸੇ ਵਕਤ, ਜਿੱਦਾਂ ਉਸ ਵਕਤ ਚੇਂਜ ਵੀ ਹੋਏਗੀ, ਕੋਈ ਏਦਾਂ ਦੀ ਜਾਣਕਾਰੀ ਹੋਵੇ ਤੁਹਾਡੇ ਕੋਲ? ਜੀ, ਇਹ ਕਿਉਂਕਿ ਪਰਸ਼ੀਅਨ ਜਿਹੜਾ ਇਹ ਵੀ ਆਉਂਦਾ ਹੈ ਕਿ ਜਲੰਧਰ ਦੋਸ਼ ਪਾਣੀ ਦੇ ਵਿੱਚ ਪਾਰਟੀਕੂਲਰ ਨਾਮ ਦੇ ਉੱਤੇ ਵੀ ਰੱਖਿਆ ਗਿਆ, ਕਿਉਂਕਿ ਮੋਸਟਲੀ ਜਿਹੜਾ ਕੋਈ ਜਲੰਧਰ ਦਾ ਜਿਹੜਾ ਪੁਰਾਣ ਹੈਗਾ, ਜਲੰਧਰ ਵਾਜ਼ ਨੋਨ ਜਲੰਧਰਾ ਵਾਜ਼ ਨੋਨ ਐਜ਼ ਅ ਕਿੰਗਡਮ। ਤੋਂ ਕਿਸੇ ਦੇ ਨਾਮ ਇਹ ਦੋਨੇ ਹੀ ਚੱਲਦੇ ਨੇ, ਨਾਮ ਦੇ ਬਾਰੇ ਤੇ ਇਹ ਦੋਨੇ ਹੀ ਚੱਲਦੇ ਨੇ, ਚੀਜ਼ਾਂ ਚੱਲਦੀਆਂ ਨੇ। ਦੇ ਵਿੱਚ ਇਸਨੂੰ ਇਹਦੇ ਸਪੈਲਿੰਗ ਜਲੰਧਰ ਸੀ, ਕਿਉਂਕਿ ਬ੍ਰਿਟਿਸ਼ ਜਲੰਧਰ ਨਹੀਂ ਬੋਲ ਸਕਦੇ ਤੇ ਉਹ DUR ਲੱਗਦਾ, JULLUR।
ਤੁਸੀਂ ਸੁਣ ਰਹੇ ਹੋ ਜੀ ਨਗਾਰਾ ਟੀਵੀ। ਦੇ ਵਿੱਚ ਇਹਦਾ ਨਾਮ ਹੈ ਸ਼ੈਲੀ ਜੀ, ਤੁਸੀਂ ਥੋੜਾ ਮੈਂ ਤੁਹਾਨੂੰ ਇੰਟਰਪਟ ਕਰਾਂ। ਤੁਸੀਂ ਸੁਣ ਰਹੇ ਹੋ ਨਗਾਰਾ ਟੀਵੀ। ਸਾਡੇ ਨਾਲ ਨੇ ਸ਼ੈਲੀ ਤੇਜਾ ਜੀ, ਨਾਮਵਰ ਵਕੀਲ ਨੇ, ਜਲੰਧਰ ਦੇ ਵਿੱਚ ਕਾਫੀ ਚਿਰ ਇਹਨਾਂ ਪ੍ਰੈਕਟਿਸ ਕੀਤੀ। ਹੁਣ ਤਾਂ ਕੈਨੇਡਾ ਦੇ ਵਿੱਚ ਨੇ, ਕੈਨੇਡਾ 'ਚ ਤਾਂ ਵਕੀਲ ਨਹੀਂ। ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਇੱਥੇ ਤਾਂ ਵਕੀਲ ਨਹੀਂ, ਪਰ ਜਲੰਧਰ 'ਚ ਵਕੀਲ ਸਨ, ਪ੍ਰੈਕਟਿਸ ਕਰਦੇ ਸਨ। ਤੇਜਾ ਜੀ ਖਾਸ ਕਰ ਜਲੰਧਰ ਦੇ ਬਾਰੇ ਦੱਸਦੀ ਹੈ। ਜਲੰਧਰ ਪੰਜਾਬ ਦੀ ਇੱਕ ਸੈਂਟਰ ਮੰਨਿਆ ਜਾਂਦਾ ਹੈ। ਜਲੰਧਰ ਦੇ ਵਿੱਚ ਜਿੱਦਾਂ ਤੁਸੀਂ ਪਾਰਟੀਸ਼ਨ ਤੱਕ ਚਲੇ ਗਏ ਸੀ, ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਜਲੰਧਰ ਦਾ ਕਾਫੀ ਵੱਡਾ ਰੋਲ ਸੀ। ਜਲੰਧਰ ਨੇ ਤਰੱਕੀ ਜਿਹੜੀ 47 ਤੋਂ ਪਹਿਲਾਂ ਹੀ ਕਰਨੀ ਸ਼ੁਰੂ ਕਰਤੀ ਜਾਂ 47 ਤੋਂ ਬਾਅਦ ਜ਼ਿਆਦਾ ਜਲੰਧਰ ਤਰੱਕੀ ਕਰਕੇ ਗਿਆ? ਦੇਖੋ ਜੀ, ਜਲੰਧਰ ਜਿਹੜਾ ਸੀ ਮਹਾਰਾਜਾ ਜਿਹੜੀ ਟ੍ਰੀਟੀ ਹੋਈ ਸੀ ਅੰਗਰੇਜ਼ਾਂ ਦੀ 1809 ਦੇ ਵਿੱਚ, ਤੇ ਉਹ ਸਤਲੁਜ ਦੇ ਦੂਸਰੇ ਪਾਰ ਤੱਕ ਅੰਗਰੇਜ਼ ਸੀ, ਤੇ ਸਤਲੁਜ ਦੇ ਉਰੇ ਜਲੰਧਰ ਇਨਕਲੂਡਿੰਗ ਵਾਜ ਅੰਡਰ ਮਹਾਰਾਜਾ ਰਣਜੀਤ ਸਿੰਘ। ਜਿਹੜੀ ਕੈਪੀਟਲ ਲਾਹੌਰ ਔਰ ਅੰਮ੍ਰਿਤਸਰ ਰਹੀਆਂ ਨੇ, ਇਹ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਸੀ ਜਲੰਧਰ, ਕਿਉਂਕਿ ਸਤਲੁਜ ਪਾਰ ਜਿਹੜਾ ਸੀ ਜਿਹਨੂੰ ਉਹ ਰੀਜਨ ਬ੍ਰਿਟਿਸ਼ ਨੇ ਆਪਣੇ ਕੋਲ ਰੱਖਿਆ ਸੀ, ਉੱਥੇ ਉਹਨਾਂ ਦੀ ਪੋਸਟ ਸੀ। ਤੇ ਜਲੰਧਰ ਦੀ ਤਰੱਕੀ ਜਿਹੜੀ ਬੇਸਿਕਲੀ ਆਫਟਰ ਪਾਰਟੀਸ਼ਨ ਵੀ ਜਲੰਧਰ ਦੀ ਤਰੱਕੀ ਹੋਈ ਹੈ, ਕਿਉਂਕਿ ਜਲੰਧਰ ਦੀ ਜਿਹੜੀ ਮੇਨ ਇੰਡਸਟਰੀ ਹੈ, ਜਿਹੜੀ ਪਾਕਿਸਤਾਨ ਤੋਂ ਕਾਰੀਗਰ ਆਏ ਨੇ ਸਪੋਰਟਸ ਦੀ, ਉਹ ਆਫਟਰ ਪਾਰਟੀਸ਼ਨ ਐਸਟੈਬਲਿਸ਼ ਹੋਈ ਹੈ। ਮੇਨ ਇੰਡਸਟਰੀ ਜਲੰਧਰ ਦੀ ਜਿਹੜੀ ਐਕਸਪੋਰਟ ਕਰਦੀ ਹੈ। ਤੇ ਉਸ ਤੋਂ ਬਾਅਦ ਜਲੰਧਰ ਆਫਟਰ ਪਾਰਟੀਸ਼ਨ ਮੇਨ ਮੀਡੀਆ ਸੈਂਟਰ ਬਣਿਆ। ਔਰ ਆਫਟਰ ਦਿੱਲੀ ਨਿਊਜ਼ਪੇਪਰਸ ਦੇ ਜਿਹੜੀ ਪਬਲਿਕੇਸ਼ਨ ਹੈ ਉਹ ਜਲੰਧਰ, ਔਰ ਦੂਰਦਰਸ਼ਨ ਜਲੰਧਰ ਹੋਣ ਕਰਕੇ ਇਹ ਮੀਡੀਆ ਹਬ ਨਾਰਥ ਇੰਡੀਆ ਦੇ ਵਿੱਚ ਹੈਗਾ ਜਲੰਧਰ ਆਫਟਰ ਪਾਰਟੀਸ਼ਨ। ਤੇਜਾ ਜੀ, ਜਲੰਧਰ ਦੇ ਵਿੱਚ ਜਿਹੜੀ ਸਪੋਰਟਸ ਇੰਡਸਟਰੀ ਸੀ, ਜਿੱਦਾਂ ਤੁਸੀਂ ਕਿਹਾ ਪਾਕਿਸਤਾਨ ਤੋਂ ਸ਼ਿਫਟ ਹੋ ਕੇ ਆਈ, ਸਿਆਲਕੋਟ ਤੋਂ ਬਹੁਤ ਸਾਰੇ ਕਾਰੀਗਰ ਇੱਥੇ ਆਏ, ਕੁਝ ਉਹਨਾਂ ਦੇ ਕੰਪਨੀ ਮਾਲਕ ਵੀ ਆਏ। ਜਲੰਧਰ ਦਾ ਬਸਤੀ 9 ਤੇ ਬਸਤੀ 6 ਇਲਾਕਾ ਜਿਹੜਾ ਹੈ ਉਹ ਸਪੋਰਟਸ ਇੰਡਸਟਰੀ ਲਈ ਮਸ਼ਹੂਰ ਹੈ। ਪੂਰੀ ਦੁਨੀਆ ਦੇ ਵਿੱਚ ਜਲੰਧਰ ਮਸ਼ਹੂਰ ਹੈ, ਇਹ 'ਚ ਕੋਈ ਸ਼ੱਕ ਨਹੀਂ। ਖੁਦ ਕ੍ਰਿਕਟ ਨਾਲ ਮੈਂ ਐਸੋਸੀਏਟਡ ਰਿਹਾ। ਅੱਜ ਵੀ ਜਦੋਂ ਕਦੇ ਕ੍ਰਿਕਟ ਦਾ ਕੋਈ ਮੈਚ ਹੁੰਦਾ, ਟੈਸਟ ਮੈਚ ਹੁੰਦਾ, 2020 ਮੈਚ ਹੁੰਦਾ, ਲਿਮਟਿਡ ਓਵਰ ਮੈਚ ਹੁੰਦਾ, IPL ਜੇ ਹੁੰਦਾ, ਜਿੰਨੇ ਵੀ ਮੈਚਸ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਹੋ ਜਿੰਨੇ ਵੀ ਬੈਟ, ਉਹਨਾਂ ਦੇ ਬੈਟ ਦੇ ਪਿੱਛੇ ਲੋਗੋ ਦੇਖੋ, ਉਹ ਜਲੰਧਰ ਮੇਡ ਹੁੰਦੇ ਨੇ। ਬੜੀ ਖੁਸ਼ੀ ਹੁੰਦੀ। BAS ਜਾਂ ਹਾਕੀ ਬੀਟ ਆਲ ਸਪੋਰਟਸ ਕੋਹਲੀ ਬ੍ਰਦਰਸ ਦੀ ਹੈ ਜੀ, ਔਰ ਬੜੀ ਫੇਮਸ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਚੀਜ਼ਾਂ ਨੂੰ ਜਦੋਂ ਧਿਆਨ ਦਿੰਦੇ ਹਾਂ ਅਸੀਂ, ਤੇ ਏਦਾਂ ਲੱਗਦਾ ਕਿ ਵੀ ਜਲੰਧਰ ਸਪੋਰਟਸ ਜਗ੍ਹਾ 'ਚ ਪੂਰੀ ਦੁਨੀਆ ਦੇ ਵਿੱਚ ਛਾਇਆ ਪਿਆ। ਹਾਂਜੀ ਚੀਮਾ ਸਾਹਿਬ, ਇਹ ਜਲੰਧਰ ਦੀ ਜਿਹੜੀ ਇੰਡਸਟਰੀ ਹੈ ਔਰ ਮੈਨੂਫੈਕਚਰਿੰਗ ਹੈ ਸਪੋਰਟਸ ਦੇ ਵਿੱਚ, ਇਹ ਪੂਰੇ ਇੰਡੀਆ ਦੇ ਵਿੱਚ ਹੀ ਜਲੰਧਰ ਦੇ ਵਿੱਚ ਬਹੁਤ ਲਾਰਜ ਸਕੇਲ 'ਤੇ ਹੁੰਦੀ ਹੈ। ਭਾਵੇਂ ਤੁਸੀਂ ਲੈ ਲਓ ਵਰਲਡ ਕੱਪ ਫੁੱਟਬਾਲ ਜਿਹੜੇ ਜਾਂਦੇ ਨੇ ਉਹ ਇੱਥੋਂ ਜਾਂਦੇ ਨੇ, ਕ੍ਰਿਕਟ ਦਾ ਐਕਸੈਸਰੀਜ਼ ਸਾਰੀਆਂ ਇੱਥੋਂ ਜਾਂਦੀਆਂ ਨੇ, ਬੈਡਮਿੰਟਨ, ਬਹੁਤ ਵੱਡੀ ਸਪੋਰਟਸ ਇੰਡਸਟਰੀ ਜਲੰਧਰ 'ਚ। ਕਾਰੀਗਰ ਵੀ ਜਲੰਧਰ ਦੇ ਜਿਹੜੇ ਨਾ ਫਾਈਨੈਸਟ ਗਿਣੇ ਜਾਂਦੇ ਨੇ ਇੰਡੀਆ ਦੇ ਵਿੱਚ, ਕਿਉਂਕਿ ਸਿਆਲਕੋਟ ਦਾ ਜਿਹੜਾ ਬੈਸਟ ਬਿਜ਼ਨਸਮੈਨ ਸੀ ਔਰ ਕਾਰੀਗਰ ਸੀ ਉਹ ਜਲੰਧਰ ਸੈਟਲ ਹੋ ਗਿਆ। ਦੂਸਰੀ ਜਲੰਧਰ ਦੀ ਜਿਹੜੀ ਇੰਪੋਰਟੈਂਟ ਚੀਜ਼ ਹੈ, ਇੱਕ ਤੇ ਇੱਥੇ ਸ਼ੂਗਰ ਕੇ ਰਿਸਰਚ ਸੈਂਟਰ ਵੀ ਸੀ, ਜਿਹੜਾ ਕਿ ਹੁਣ ਤੇ ਉਹ ਨਹੀਂ ਰਿਹਾ। ਪਹਿਲਾਂ ਜਲੰਧਰ ਕੋਲ ਹੁੰਦਾ ਸੀ, ਗੰਨਾ ਫਾਰਮ ਕਹਿੰਦੇ ਸੀ, ਪਰ ਉਹ ਹੁਣ ਨਹੀਂ ਹੈ। ਇੱਕ ਹੋਰ ਜਲੰਧਰ ਦੀ ਜਿਹੜੀ ਖਾਸ ਚੀਜ਼ ਹੈਗੀ ਹੈ, ਜਿਹੜੀ ਇੰਡੀਆ 'ਚ ਕਿਤੇ ਨਹੀਂ ਮਿਲੇਗੀ, ਉਹ ਹੈ ਹਰਵੱਲਭ ਸੰਗੀਤ। ਇਹ 140 ਸਾਲ ਤੋਂ ਚੱਲਦਾ ਆ ਰਿਹਾ ਹੈ, ਤੇ ਕੋਈ ਵੀ ਕਲਾਸੀਕਲ ਸਿੰਗਰ ਇੱਥੇ ਆ ਕੇ ਗਾਣਾ, ਉਹਦੇ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ। ਹਰਵੱਲਭ ਸੰਗੀਤ ਜਿਹੜਾ ਹੈ ਜਲੰਧਰ ਦਾ ਪੂਰੇ ਇੰਡੀਆ 'ਚ ਪਾਪੂਲਰ ਹੈ। ਇਹ ਦਸੰਬਰ ਦੇ ਮਹੀਨੇ ਦੇ ਵਿੱਚ ਹੁੰਦਾ ਹੈ, ਨਵੰਬਰ ਦਸੰਬਰ 'ਚ, ਔਰ ਇਹ 140 ਸਾਲ ਤੋਂ ਚੱਲਦਾ ਆ ਰਿਹਾ। ਹੋਰ ਜਲੰਧਰ ਦੀ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਜਲੰਧਰ ਦਾ ਜਿਹੜਾ ਹੁਣ ਜਿਹੜੇ 200 ਮਾਡਰਨ ਸਿਟੀਜ਼ ਜਿਹਨੂੰ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਹੈ ਕਿ ਹਾਈਟੈਕ ਸਿਟੀ, ਉਹਦੇ ਵਿੱਚ ਵੀ ਜਲੰਧਰ ਹੈਗਾ ਉਸ ਪੱਖੋਂ। ਔਰ ਲੁਧਿਆਣਾ, ਜਲੰਧਰ ਔਰ ਅੰਮ੍ਰਿਤਸਰ, ਇਹ ਤਿੰਨ ਇਹ ਪੰਜਾਬ ਦੇ ਵੱਡੇ ਸ਼ਹਿਰ ਨੇ, ਔਰ ਜਲੰਧਰ ਉਹਨਾਂ ਤਿੰਨਾਂ ਵਿੱਚੋਂ ਇਹ 3 ਕਾਰਪੋਰੇਸ਼ਨ ਨੇ। ਜਲੰਧਰ ਉਹਨਾਂ ਦੇ ਵਿੱਚ ਇਜ਼ ਵਨ ਆਫ ਦਾ ਕਾਰਪੋਰੇਸ਼ਨ। ਸੋ ਜਲੰਧਰ ਦੀ ਜਿਹੜੀ ਸਿਗਨੀਫਿਕੈਂਸ ਹੈ ਆਫਟਰ ਪਾਰਟੀਸ਼ਨ ਵੀ ਵਧੀ ਹੈ, ਲੇਕਿਨ ਇਹ ਇੱਕ ਵਾਹਦ ਪੰਜਾਬ ਦਾ ਓਲਡ, ਜਿਹਨੂੰ ਕਹਿੰਦੇ ਨੇ ਏਸ਼ੀਅਨ ਟਾਈਮ ਦੀ ਇੱਕ ਸਿਟੀ ਹੈਗੀ ਹੈ। ਜਲੰਧਰ ਕਾਫੀ ਪੁਰਾਣਾ ਸ਼ਹਿਰ ਹੈ। ਜਲੰਧਰ ਦੇ ਵਿੱਚ ਸੁਲਤਾਨ ਵੰਸ਼ ਤੋਂ ਲੈ ਕੇ ਅੱਗੇ ਤੱਕ ਇਹ ਕੰਮ ਚੱਲਦਾ ਰਿਹਾ। ਮੌਜੂਦਾ ਹਾਲਾਤਾਂ 'ਚ ਦੇਖੀਏ ਤੇ ਜਲੰਧਰ ਦੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ, ਸਪੋਰਟਸ ਇੰਡਸਟਰੀ ਦੇ ਬਿਲਕੁਲ ਨਾਲ, ਉਸੇ ਹੀ ਇਲਾਕੇ ਦੇ ਨਾਲ ਬਸਤੀਆਂ ਵਿੱਚ ਜਦੋਂ ਚੱਲ ਜਾਓ ਤਾਂ ਬਸਤੀਆਂ ਦੇ ਵਿੱਚ ਸਰਜੀਕਲ ਇੰਸਟਰੂਮੈਂਟ ਦੇ ਬਹੁਤ ਸਾਰੇ ਮੈਨੂਫੈਕਚਰਿੰਗ ਯੂਨਿਟ ਨੇ, ਵਰਲਡ ਵਾਈਡ ਇਹ ਫੇਮਸ ਨੇ। ਸਰਜੀਕਲ ਇੰਸਟਰੂਮੈਂਟ ਕਿਸੇ ਵੀ ਤਰ੍ਹਾਂ ਦੇ ਨੇ। ਪੂਰੀ ਦੁਨੀਆ 'ਚ ਲੋਕ, ਖਾਸ ਕਰ ਜਿਹੜੇ NRI ਭਰਾ ਨੇ, ਭੈਣਾਂ ਨੇ, ਜਦੋਂ ਇਹ ਜਾਂਦੇ ਨੇ ਭਾਰਤ ਵਿੱਚ ਤੇ ਖਾਸ ਕਰ ਦੰਦਾਂ ਦੀ ਟ੍ਰੀਟਮੈਂਟ ਕਰਨ ਜਾਂਦੇ ਨੇ, ਜਿੰਨੇ ਵੀ ਉੱਥੇ ਖਾਸ ਕਰ ਇੰਪਲਾਂਟਸ ਦੇ ਨਾਲ ਬਹੁਤ ਸਾਰੇ ਬ੍ਰਿਜਿਸ ਜਾਂ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ,
ਉਹ ਸਭ ਕੁਝ ਮੈਨੂਫੈਕਚਰ ਜਲੰਧਰ ਦੇ ਕਿਸੇ ਡੈਂਟਿਸਟ ਨੂੰ ਜਾਂ ਡੈਂਟਲ ਸਰਜਨ ਨੂੰ ਦੂਰੋਂ ਨਹੀਂ ਕਰਨਾ ਪੈਂਦਾ, ਬਿਲਕੁਲ ਨਾਲੋਂ ਨਾਲ ਹੀ ਹੋ ਜਾਂਦਾ ਹੈ। ਸਾਰੇ ਉੱਥੇ ਹੀ ਟੈਕਨੀਸ਼ੀਅਨ ਮਿਲ ਜਾਂਦੇ ਨੇ। ਇਹ ਬੜੀ ਜਲੰਧਰ ਦੀ ਖਾਸ ਚੀਜ਼ ਹੈ। ਸ਼ੈਲੀ ਸਾਹਿਬ, ਮੈਂ ਜਿਹੜੀ ਜਲੰਧਰ ਦੀ ਇੱਕ ਹੋਰ ਖਾਸ ਚੀਜ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ, ਆਪਣੇ ਸਰੋਤਿਆਂ ਨਾਲ ਵੀ, ਲਿਸਨਰ ਨਾਲ ਵੀ ਤੇ ਵਿਊਅਰਸ ਨਾਲ ਵੀ ਇਹ ਸ਼ੇਅਰ ਕਰਨੀ ਚਾਹਾਂਗਾ। ਜਲੰਧਰ ਸ਼ਹਿਰ ਮਸ਼ਹੂਰ ਕਿਸ ਕਰਕੇ ਹੈ ਜੀ? ਜਲੰਧਰ ਸ਼ਹਿਰ ਪਾਈਪ ਫਿਟਿੰਗ ਇੰਡਸਟਰੀ ਕਰਕੇ ਮਸ਼ਹੂਰ ਹੈ। ਸੋਡਲ ਇੰਡਸਟਰੀਅਲ ਏਰੀਆ ਜੇ ਤੁਸੀਂ ਦੇਖੋ ਜਾ ਕੇ, ਉੱਥੇ ਡਿਫਰੈਂਟ ਕਾਈਂਡ ਆਫ ਇੰਡਸਟਰੀ ਹੈ। ਫੋਰਜਿੰਗ ਇੰਡਸਟਰੀ ਵੀ ਨੇ, ਇਸ ਤੋਂ ਇਲਾਵਾ ਕਾਸਟਿੰਗ ਇੰਡਸਟਰੀ ਵੀ ਹੈ। ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਵਪਾਰ, ਜਿਹੜਾ ਹੋਲਸੇਲ ਦਾ ਵਪਾਰ, ਬਰਤਨਾਂ ਦਾ ਵਪਾਰ, ਕੱਪੜੇ ਦਾ ਵਪਾਰ, ਇਹ ਬਹੁਤ ਜ਼ਿਆਦਾ ਮਸ਼ਹੂਰ ਹੈ। ਜਲੰਧਰ ਕਈ ਪਾਸਿਓਂ ਮਸ਼ਹੂਰ ਹੋਏਗਾ। ਜਲੰਧਰ ਦੇ ਵਿੱਚ NRI ਬਹੁਤ ਨੇ। ਭਾਰਤ ਪੂਰੇ ਤੇ ਜੇ ਦੇਖਿਆ ਜਾਵੇ ਤਾਂ ਕਿਸ ਸ਼ਹਿਰ 'ਚ ਸਭ ਤੋਂ ਜ਼ਿਆਦਾ NRI ਨਿਕਲੇ ਨੇ, ਤੇ ਜਲੰਧਰ ਨੰਬਰ 1 ਆਏਗਾ। ਮੈਂ ਜਲੰਧਰ ਸ਼ਹਿਰ ਦੀ ਇਕੱਲੇ ਦੀ ਗੱਲ ਨਹੀਂ ਕਰਦਾ, ਆਲੇ ਦੁਆਲੇ ਦੇ ਜੇ ਅਸੀਂ 50 ਕਿਲੋਮੀਟਰ ਦਾ ਸ਼ੈਲੀ ਸਾਹਿਬ ਘੇਰਾ ਪਾ ਲਈਏ, ਤਾਂ ਉਸ ਘੇਰੇ ਦੇ ਉਹਨਾਂ ਪਿੰਡਾਂ ਨੂੰ ਹੀ ਅਸੀਂ ਜਲੰਧਰ ਨਾਲ ਐਸੋਸੀਏਟ ਕਰ ਲਈਏ, ਤਾਂ ਉਹ ਪੂਰੀ ਦੁਨੀਆ ਦੇ ਵਿੱਚ ਵਸੇ ਹੋਏ ਨੇ। ਬਹੁਤ ਉਹਨਾਂ ਨੇ ਤਰੱਕੀ ਕੀਤੀ ਹੈ। ਜਲੰਧਰ ਸ਼ਹਿਰ ਦੀਆਂ ਤੇ ਉਸ ਆਲੇ ਦੁਆਲੇ ਇਲਾਕੇ ਦੀਆਂ ਕੋਈ ਰੀਸਾਂ ਨਹੀਂ। ਕਈਆਂ ਲੋਕਾਂ ਨੂੰ ਸ਼ਾਇਦ ਮੇਰੀ ਗੱਲ ਸੁਣ ਕੇ ਲੱਗੇਗਾ ਨਹੀਂ ਜੀ, ਸਾਡੇ ਇਲਾਕੇ 'ਚ ਵੀ ਬਹੁਤ ਲੋਕ ਗਏ ਨੇ, ਪਰ ਬਨਿਸਬਤ ਕੰਪੈਰੀਜ਼ਨ ਕਰ ਲਓ ਤੇ ਅੱਜ ਤੋਂ ਨਹੀਂ ਜੀ, ਕਈ ਦੇਖਿਆ ਜਾਵੇ ਤਾਂ ਕਰੀਬ 100 ਸਾਲ ਹੋ ਚੱਲੇ ਨੇ, ਲੋਕ ਇਸ ਇਲਾਕੇ ਤੋਂ, ਜਲੰਧਰ ਦੇ ਇਲਾਕੇ ਤੋਂ ਹਰ ਜਗ੍ਹਾ ਜਾ ਕੇ ਬਸੇ ਨੇ ਤੇ ਬੜੇ ਗਾਂਹ ਨਿਕਲੇ ਨੇ। ਹਾਂਜੀ ਸ਼ੈਲੀ ਜੀ। ਹਾਂਜੀ ਚੀਮਾ ਸਾਹਿਬ, ਜਿਹੜੀ NRI ਦੀ ਹੈਗੀ ਹੈ, ਜਲੰਧਰ ਜਿਹੜਾ ਸੀ, ਦੇਖੋ ਜਲੰਧਰ ਤੋਂ ਜਿਹੜੇ NRI ਐਕਚੁਅਲੀ ਜਿਹੜੇ ਗਦਰ ਮੂਵਮੈਂਟ ਦੇ ਵਿੱਚ ਦੇ ਟਾਈਮ ਦੇ ਵਿੱਚ ਬਾਬਾ ਬਿਲਗਾ ਹਰੀ 1920 ਦੇ ਵਿੱਚ ਉਹ ਜਲੰਧਰ ਤੋਂ ਬਿਲੋਂਗ ਕਰਦੇ ਸੀ, ਨੂਰਮਹਿਲ ਤੋਂ, ਬਿਲਗਾ ਪਿੰਡ ਤੋਂ। ਉਹ ਉਹਨਾਂ ਟਾਈਮ ਦੇ ਵਿੱਚ ਜਿਹੜੇ ਗਦਰੀ ਸੀ, ਪਹਿਲੇ ਗਦਰੀ ਜਿਹੜੇ ਫੋਰਨ 'ਚ ਗਏ ਨੇ, ਉਹ ਜਲੰਧਰ ਏਰੀਆ ਦੇ ਵਿੱਚੋਂ ਗਏ ਨੇ, ਜਲੰਧਰ ਡਿਸਟ੍ਰਿਕਟ ਦੇ ਏਰੀਆ 'ਚ। ਯਾਦਗਾਰ ਹਾਲ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਬਣਿਆ ਹੈ, ਜੇ ਉਹਦੇ ਮਿਊਜ਼ੀਅਮ ਦੇ ਵਿੱਚ ਜਾ ਕੇ ਦੇਖੋ ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਜਲੰਧਰ ਦੇ ਜਿਹੜੇ NRI, ਜਿਨ੍ਹਾਂ ਨੂੰ ਹੁਣ ਆਪਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਮੂਵਮੈਂਟ ਜਿਹੜੀ ਸੀ ਉਹ ਗਦਰੀਆਂ ਦੇ ਵਿੱਚੋਂ, ਪਹਿਲੇ ਗਦਰੀਆਂ ਦੇ ਵਿੱਚੋਂ ਨਿਕਲ ਚੁੱਕੇ ਸੀ। ਉਹ ਬਾਹਰ ਦੇ ਦੇਸ਼ਾਂ 'ਚ ਜਾ ਚੁੱਕੇ ਸੀ। ਹੁਣ ਵੀ ਜਲੰਧਰ ਨਵਾਂ ਸ਼ਹਿਰ ਜਿਹੜਾ ਇਹ ਤੇ ਹੁਣ ਡਿਸਟ੍ਰਿਕਟ ਬਣਿਆ, ਪਹਿਲਾਂ ਜਲੰਧਰ ਦੇ ਵਿੱਚ ਹੀ ਹੁੰਦਾ ਸੀ। ਸੋ ਜਲੰਧਰ ਔਰ ਨਵਾਂ ਸ਼ਹਿਰ ਜਿਹੜੇ ਸੀ, ਇਹ ਪਹਿਲਾਂ ਲੋਕ ਇੰਗਲੈਂਡ 'ਚ ਗਏ ਔਰ ਉਸ ਤੋਂ ਬਾਅਦ ਕੈਨੇਡਾ, ਅਮਰੀਕਾ ਦੇ ਵਿੱਚ ਲਾਰਜ ਸਕੇਲ ਦੇ ਵਿੱਚ ਸੈਟਲਮੈਂਟਸ ਹੋਈਆਂ ਨੇ। ਜਲੰਧਰ ਤੋਂ ਮੂਵਮੈਂਟ ਸਭ ਤੋਂ ਪਹਿਲਾਂ ਹੋਈਆਂ ਨੇ, ਉਹ ਗਦਰੀਆਂ ਦੇ ਵੇਲੇ ਤੋਂ ਸਟਾਰਟ ਹੋਈਆਂ ਨੇ। ਜਲੰਧਰ ਦੇ ਵਿੱਚ ਇੱਕ ਹੋਰ ਇੰਡਸਟਰੀ ਹੈ ਜਿਹਨੂੰ ਹੈਂਡ ਟੂਲ ਇੰਡਸਟਰੀ ਕਹਿੰਦੇ ਨੇ, ਇਹ ਵੀ ਬਹੁਤ ਸਿਗਨੀਫਿਕੈਂਟ ਹੈ ਔਰ ਇਹ ਵੀ ਐਕਸਪੋਰਟ ਹੁੰਦਾ ਜਲੰਧਰ ਤੋਂ ਬਹੁਤ। ਸੋ ਜਲੰਧਰ ਦੀ ਬੜੀ, ਤੁਸੀਂ ਤਾਂ ਆਪ ਜਲੰਧਰ ਦੇ ਬਾਰੇ ਬਹੁਤ ਕੁਝ ਜਾਣਦੇ ਹੋ। ਸੋ ਜਲੰਧਰ ਕੰਪੈਰੇਟਿਵਲੀ ਲੁਧਿਆਣੇ ਦੇ ਮੁਕਾਬਲੇ 'ਚ ਘੱਟ ਪੋਲਿਊਸ਼ਨ ਹੈ ਜਲੰਧਰ ਦੇ ਵਿੱਚ। ਭਾਵੇਂ ਇੱਥੇ ਇੰਡਸਟਰੀ ਹੈਗੀ, ਲੇਕਿਨ ਫਿਰ ਵੀ 에ਅਰ ਕੁਆਲਿਟੀ ਇਜ਼ ਬੈਟਰ ਦੈਨ ਲੁਧਿਆਣਾ। ਪੋਲਿਊਸ਼ਨ ਵਾਈਜ਼ ਜਲੰਧਰ ਨੂੰ ਫਿਰ ਵੀ ਅਸੀਂ ਸਾਫ਼ ਸੁਥਰਾ ਸ਼ਹਿਰ ਕਹਿੰਦੇ ਹਾਂ। ਤੇ ਦੂਸਰੀ ਚੀਜ਼ ਇਹਦੀ ਜਿਹੜੀ ਇੰਪੋਰਟੈਂਸ ਜਲੰਧਰ ਦੀ ਜਿਹੜੀ ਹੈਗੀ ਹੈ, ਇਹ ਐਡਮਿਨਿਸਟ੍ਰੇਟਿਵ ਪੱਖੋਂ ਜਿਹੜੀ ਇਹਦੀ ਕਮਿਸ਼ਨਰੀ ਦੀ ਇੰਪੋਰਟੈਂਸ ਬਹੁਤ ਹੈ। ਜਿਹੜੀ ਕਮਿਸ਼ਨ ਡਿਵੀਜ਼ਨ ਹੁੰਦੀ ਹੈ, ਉਹ ਉਹਦੇ ਕਰਕੇ ਵੀ ਜਲੰਧਰ ਜਿਹੜਾ ਹੈ ਇੱਕ ਸਿਗਨੀਫਿਕੈਂਟ ਹੈ, ਜੀਓ ਸਟ੍ਰੈਟੇਜਿਕਲੀ ਸਿਗਨੀਫਿਕੈਂਟ ਪਲੇਸ ਹੈ। ਜਲੰਧਰ ਸ਼ਹਿਰ ਦੀਆਂ ਗੱਲਾਂ ਹੋ ਰਹੀਆਂ ਨੇ, ਇਹ ਹੈ ਕਿ ਜਿਵੇਂ ਸਾਹਿਬ ਇੱਥੇ ਫਿਲਮ ਇੰਡਸਟਰੀ ਦੇ ਵੀ ਬੜੇ ਵੱਡੇ ਕੇਅਰਸ ਹੈਗਾ ਜਿਹੜੇ ਹੁੰਦੇ ਸੀ ਬਿਫੋਰ ਪਾਰਟੀਸ਼ਨ। ਲਾਹੌਰ ਇੰਡਸਟਰੀ ਹੁੰਦੀ ਸੀ, ਕੇਅਰਸ ਹੈਗਾ ਜਿਹੜੇ ਹੁੰਦੇ ਸੀ, ਹੀ ਬਿਲੋਂਗਸ ਟੂ ਜਲੰਧਰ। ਉਹਨਾਂ ਦੀ ਕੋਠੀ ਹੈ ਜਿਹੜੀ ਜਲੰਧਰ ਦੇ ਵਿੱਚ ਹੈਗੀ ਆ। ਉਹ ਮਤਲਬ ਕੇਅਰਸ ਹੈਗਾ ਤੋਂ ਮੁਹੰਮਦ ਰਫੀ ਇੰਸਪਾਇਰਡ ਸੀ, ਹੋਰ ਵੀ ਜਿਹੜੇ ਸਿੰਗਰ ਸੀ ਉਹ ਇੰਸਪਾਇਰਡ ਬਾਈ ਕੇਅਰਸ ਹੈਗਾ ਸੀ। ਯਸ਼ ਚੋਪੜਾ ਇੱਥੇ ਦੇ ਨੇ, ਅਮਰੀਸ਼ ਪੁਰੀ ਇੱਥੋਂ ਦੇ ਨੇ, ਤੇ ਜਲੰਧਰ ਦੀ ਜਿਹੜੀ ਕਲਚਰਲ ਸਿਗਨੀਫਿਕੈਂਸ ਬਹੁਤ ਹੈ। ਜਲੰਧਰ ਦੀਆਂ ਗੱਲਾਂ ਹੋ ਰਹੀਆਂ ਨੇ, ਸਾਡੇ ਨਾਲ ਸ਼ੈਲੀ ਤੇਜਾ ਨੇ ਜੀ। ਜਲੰਧਰ ਦੀ ਖਾਸ ਚੀਜ਼ ਕਿ ਮੀਡੀਆ ਦਾ ਸੈਂਟਰ ਹੈ, ਔਰ ਅਸੀਂ ਖੁਦ ਮੀਡੀਆ ਨਾਲ ਬਿਲੋਂਗ ਕਰਦੇ ਹਾਂ। ਦੂਰਦਰਸ਼ਨ ਕੇਂਦਰ ਜਲੰਧਰ ਸ਼ਿਫਟ ਹੋ ਚੁੱਕਾ ਸੀ, ਔਰ ਜਲੰਧਰ ਦਾ ਆਲ ਇੰਡੀਆ ਰੇਡੀਓ ਸਟੇਸ਼ਨ ਜਿਹੜਾ ਬੜਾ ਮਸ਼ਹੂਰ ਜਲੰਧਰ ਦੇ ਬੱਸ ਸਟੈਂਡ ਦੇ ਕੋਲ ਹੈ। ਜਾ ਕੇ ਦੇਖੋ ਜੀ, ਕੰਧ ਦੇ ਉੱਤੇ ਤਾਰਾਂ, ਕੜਿਆਲੀਆਂ ਤਾਰਾਂ ਲੱਗੀਆਂ ਹੁੰਦੀਆਂ ਨੇ। ਬਾਹਰ 2 ਸੰਤਰੀ ਹੁੰਦੇ ਨੇ ਜੀ, ਉਹਨਾਂ ਦੇ ਹੱਥ ਆਟੋਮੈਟਿਕ ਵੈਪਨ ਹੁੰਦੇ ਨੇ। ਉੱਥੋਂ ਦੇ ਰੇਡੀਓ ਸਟੇਸ਼ਨਾਂ ਦਾ ਨਜ਼ਾਰਾ ਹੀ ਕੁਝ ਡਿਫਰੈਂਟ ਹੁੰਦਾ, ਨਾ ਕਿ ਅਸੀਂ ਕੈਨੇਡਾ ਦਾ ਕੰਪੈਰੀਜ਼ਨ ਕਰਦੇ ਹਾਂ ਤਾਂ ਲੋਕ ਹੈਰਾਨ ਹੋ ਜਾਂਦੇ ਨੇ। ਸ਼ੈਲੀ ਜੀ, ਇੰਨੀਆਂ ਅਖਬਾਰਾਂ ਨਿਕਲਦੀਆਂ ਸੀਗੀਆਂ, ਮੈਨੂੰ ਯਾਦ ਹੈ ਉੱਥੇ ਸ਼ਾਸਤਰੀ ਚੌਂਕ ਹੈ ਜਲੰਧਰ ਦੇ ਵਿੱਚ, ਬਹੁਤ ਅਰਲੀ ਮਾਰਨਿੰਗ ਉੱਥੇ ਸਾਰੇ ਹਾਕਰ, ਜਿਹੜੇ ਮੇਨ ਹਾਕਰ ਨੇ, ਆ ਕੇ ਬੈਠ ਜਾਂਦੇ ਨੇ। ਉਹਨਾਂ ਤੋਂ ਫਿਰ ਦੂਸਰੇ ਹਾਕਰ ਛੋਟੇ ਟੈਂਪੂ ਲੈ ਕੇ ਡਿਫਰੈਂਟ ਜਿਹੜੇ ਆਲੇ ਦੁਆਲੇ ਦੇ ਕਸਬਿਆਂ ਵਾਸਤੇ, ਸ਼ਹਿਰਾਂ ਵਾਸਤੇ ਅਰਲੀ ਮਾਰਨਿੰਗ ਅਖਬਾਰਾਂ ਨਿਕਲ ਜਾਂਦੀਆਂ ਨੇ। ਉਹ ਨਜ਼ਾਰਾ ਜਿਹਨਾਂ ਨੇ ਵੇਖਿਆ, ਮੈਂ ਅਰਲੀ ਮਾਰਨਿੰਗ ਜਾ ਕੇ ਉਹ ਵੀ ਵੇਖਿਆ। ਔਰ ਉੱਥੇ ਇੰਨੀਆਂ ਤਰ੍ਹਾਂ ਦੀਆਂ ਅਖਬਾਰਾਂ ਛਪਦੀਆਂ ਹੁੰਦੀਆਂ ਸੀ, ਹੁਣ ਵੀ ਛਪਦੀਆਂ ਨੇ। ਲੋਕਾਂ ਨੂੰ ਸ਼ੌਂਕ ਬੜਾ ਜੀ, ਖਾਸ ਕਰ ਉਸ ਰੀਡਿੰਗ ਦਾ। ਤੇ ਨਾਲ ਅਖਬਾਰਾਂ ਦੀ ਗੱਲ ਕਰਦੀ ਹੈ, ਨਾਲ ਇੱਕ ਬਾਜ਼ਾਰ ਹੈ ਜੀ, ਕਿਤਾਬਾਂ ਦਾ ਬਾਜ਼ਾਰ, ਮਾਈ ਹੀਰਾ ਗੇਟ, ਬੜਾ ਹੀ ਮਸ਼ਹੂਰ ਹੈ। ਉਹਦੇ ਵੱਲ
ਉੱਥੇ ਜਾਣ ਦਾ ਬਹੁਤ ਵਾਰ ਮੌਕਾ ਮਿਲਿਆ, ਜਲੰਧਰ ਰਹਿਣ ਦਾ ਮੌਕਾ ਵੀ ਮਿਲਿਆ, ਸਟੱਡੀ ਕਰਨ ਦਾ ਵੀ ਮੌਕਾ ਮਿਲਿਆ। ਅੱਜ ਵੀ ਉਹ ਸੀਨ ਭੁੱਲਦਾ ਨਹੀਂ। ਜਲੰਧਰ ਵਾਕਈ ਯਾਦ ਆਉਂਦਾ, ਇੰਨੀ 7 ਸਮੁੰਦਰ ਦੂਰ ਜਾ ਕੇ ਵੀ। ਜਲੰਧਰ ਦੀਆਂ ਕਈ ਹੋਰ ਖਾਸ ਗੱਲਾਂ ਨੇ ਅੱਜ ਅਸੀਂ ਪ੍ਰੋਗਰਾਮ 'ਚ ਕਰਾਂਗੇ। ਤੁਸੀਂ ਵੀ ਜ਼ਰੂਰ ਕਾਲ ਕਰਨੀ ਆ। ਨਾਲ ਤੇਜਾ ਸਾਹਿਬ ਦੇ ਦੱਸ ਹੀ ਨੇ, ਤੇਜਾ ਸਾਹਿਬ ਖਾਸ ਚੀਜ਼ ਕਿ ਜਲੰਧਰ ਦੀ ਤੁਹਾਨੂੰ ਅੱਜ ਵੀ ਕਦੇ ਭੁੱਲੀ ਨਹੀਂ, ਇੱਥੇ ਆ ਕੇ, ਕੈਨੇਡਾ ਆ ਕੇ ਵੀ। ਹਾਂਜੀ ਜੀ, ਤੁਸੀਂ ਜ਼ਿਕਰ ਕੀਤਾ ਜਲੰਧਰ ਦੇ ਵਿੱਚ ਜਿਹੜੀ ਇੱਕ ਮਾਹੀਰਾ ਗੇਟ ਦੀ ਬੜੀ ਸਿਗਨੀਫਿਕੈਂਸ ਹੈ, ਕਿਉਂਕਿ ਉਹ ਕਿਤਾਬਾਂ ਦਾ ਹੀ ਇੱਕ ਬਾਜ਼ਾਰ ਹੈ ਔਰ ਉੱਥੇ ਤੁਹਾਨੂੰ ਕੁਝ ਸ਼ਾਪ ਇਹੋ ਜਿਹੀਆਂ ਸਪੈਸ਼ਲਾਈਜ਼ਡ ਬੁੱਕਸ ਮਿਲਦੀਆਂ ਨੇ ਜਿਹਦੇ ਵਿੱਚ ਜਲੰਧਰ ਕਿਉਂਕਿ ਇੱਕ ਜਿਹਨੂੰ ਕਹਿੰਦੇ ਲਿਟਰੇਰੀ ਸਿਟੀ ਵੀ ਹੈਗਾ ਇਹ। ਉਹ ਜਿਹੜਾ ਮਾਹੀਰਾ ਗੇਟ ਹੈ ਇਟਸ ਅ ਵੈਰੀ ਯੂਨੀਕ ਬਾਜ਼ਾਰ, ਜਿਹੜਾ ਕਿ ਮੈਨੂੰ ਪੰਜਾਬ ਦੇ ਵਿੱਚ ਕੋਠੀ ਤੇ ਇੰਨੇ ਲਾਰਜ ਸਕੇਲ ਦੇ ਵਿੱਚ ਬੁੱਕਸ ਦਾ ਬਾਜ਼ਾਰ ਨਹੀਂ ਮਿਲਦਾ। ਮਾਹੀਰਾ ਗੇਟ 'ਚ ਇੱਕ ਸਪੈਸ਼ਲਾਈਜ਼ਡ ਚੀਜ਼ਾਂ ਹੈਗੀਆਂ। ਹੋਰ ਵੀ ਜਲੰਧਰ ਦੀਆਂ ਜੇ ਅਸੀਂ ਦੇਖਿਆ ਜਾਏ ਤੇ ਰੈਨਕ ਬਾਜ਼ਾਰ ਆਪਣੇ ਜਿਹੜੇ ਸਪੈਸ਼ਲਾਈਜੇਸ਼ਨ ਦੇ ਬਾਜ਼ਾਰ ਵੀ ਹੈਗੇ ਨੇ ਵਿਦਨ ਸਿਟੀ, ਜਿੱਥੇ ਤੁਹਾਨੂੰ ਬਹੁਤ ਹੀ ਚੀਜ਼ਾਂ। ਹੁਣ ਜਿਹੜੀ ਤੁਸੀਂ ਗੱਲ ਕੀਤੀ ਸ਼ਾਸਤਰੀ ਮਾਰਕੀਟ ਦੀ, ਮੈਂ ਮੋਤਾ ਸਿੰਘ ਦਾ ਰਹਿਣਾ ਬੱਸ ਸਟੈਂਡ ਦੇ ਕੋਲ, ਔਰ ਮੈਂ ਅਰਲੀ ਮਾਰਨਿੰਗ ਸਵੇਰੇ 4 ਵਜੇ ਉੱਠ ਕੇ, ਕਿਉਂਕਿ 5 ਵਜੇ ਉੱਥੇ ਅਖਬਾਰਾਂ ਆ ਜਾਂਦੀਆਂ ਨੇ, ਆਫਰ ਦੋਸਤੋ ਡਿਸਟ੍ਰੀਬਿਊਸ਼ਨ ਸੈਂਟਰ ਹੈ ਤੇ ਮੈਨੂੰ ਸ਼ੌਕ ਹੈ ਤੇ ਮੈਂ ਸਵੇਰੇ ਸ਼ਾਸਤਰੀ ਮਾਰਕੀਟ ਤੋਂ 5 ਵਜੇ ਅਖਬਾਰ ਲੈਣ ਪਹੁੰਚ ਜਾਂਦਾ ਹੁੰਦਾ। ਮੈਨੂੰ ਅਖਬਾਰ ਪੜ੍ਹਨ ਦਾ ਬੜਾ ਸ਼ੌਕ ਹੈ ਤੇ ਉਹ ਜਿਹੜੀਆਂ ਨੇ ਜਲੰਧਰ ਦੇ ਵਿੱਚ ਇੱਕ ਮੈਂ ਤੁਹਾਨੂੰ ਨਵੀਂ ਜਾਣਕਾਰੀ ਦੱਸਣਾ ਕਿ ਜਲੰਧਰ ਦੇ ਵਿੱਚ ਇੱਕ ਜਗਬਾਣੀ ਅਖਬਾਰ ਹੈ। ਜਗਬਾਣੀ ਦੀ ਜਿਹੜੀ ਮੇਨ ਯੂਨੀਕਨੈਸ ਹੈਗੀ ਹੈ ਕਿ ਉੱਥੇ ਇੱਕ ਉਰਦੂ ਦੀ ਅਖਬਾਰ ਜਿਹਦੀ ਕਿ 1 ਲੱਖ ਪਬਲੀਕੇਸ਼ਨ ਹੈਗੀ ਹੈ। ਜੰਮੂ ਕਸ਼ਮੀਰ ਦੇ ਵਿੱਚ ਵੀ ਜਿੱਥੇ ਉਰਦੂ ਬੋਲੀ ਜਾਂਦੀ ਉੱਥੇ ਵੀ ਲੱਖ ਦੀ ਪਬਲੀਕੇਸ਼ਨ ਹੈ ਨਹੀਂ, ਲੇਕਿਨ ਉਹ ਅਜੇ ਵੀ ਹਿੰਦ ਸਮਾਚਾਰ ਨੂੰ ਕਹਿੰਦੇ ਨੇ, ਉਹ ਜਿਹੜੀ ਹੈ ਅਜੇ ਵੀ 1 ਲੱਖ ਅਖਬਾਰ ਵਿਕਦੀ ਹੈ। ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿੱਚ ਅਜੇ ਵੀ ਉਰਦੂ ਪੜ੍ਹਨ ਵਾਲੇ ਹੈਗੇ ਨੇ, ਉਹ ਜਲੰਧਰ ਛਪਦੀ ਹੈ। ਔਰ ਪੰਜਾਬ ਕੇਸਰੀ ਗਰੁੱਪ ਦੀ ਮੇਨ ਅਖਬਾਰ ਉਰਦੂ ਹੈ, ਉਹ ਯੂਨੀਕ ਅਖਬਾਰ ਹੈ। 1 ਲੱਖ ਪਬਲੀਕੇਸ਼ਨ ਹੁੰਦੀ ਅੱਜ ਦੇ ਦਿਨ ਵੀ ਹੈਗੀ, ਜਦੋਂ ਕਿ ਉਰਦੂ ਪੜ੍ਹਨ ਵਾਲੇ ਲੋਕ ਪੰਜਾਬ 'ਚ ਘੱਟ ਨੇ, ਲੇਕਿਨ ਅਜੇ ਵੀ ਹੈਗੇ ਨੇ। ਜਿਹੜੇ ਹੈਗੇ ਨੇ ਉਹਨਾਂ ਨੂੰ ਬੜਾ ਸ਼ੌਕ ਹੈ ਇਸ ਚੀਜ਼ ਦਾ ਪੜ੍ਹਨ ਦਾ। ਸੋ ਜਲੰਧਰ ਦੇ ਵਿੱਚ ਅਖਬਾਰਾਂ ਦਾ ਜਿਹੜਾ ਬੜਾ ਪੁਰਾਣਾ ਇਤਿਹਾਸ ਹੈ। ਪਹਿਲਾਂ ਪੰਜਾਬੀ ਦੇ ਵਿੱਚ ਅਕਾਲੀ ਪੱਤਰਿਕਾ ਹੁੰਦੀ ਸੀ, ਲੇਕਿਨ ਉਹ ਅਕਾਲੀ ਪੱਤਰਿਕਾ ਕਿਸੇ ਵਜ੍ਹਾ ਕਰਕੇ ਹੁਣ ਜਿਹੜੀ ਪੰਜਾਬੀ ਦੇ ਵਿੱਚ ਅਜੀਤ, ਜਗਬਾਣੀ ਤੇ ਹੋਰ ਪੰਜਾਬੀ ਟ੍ਰਿਬਿਊਨ, ਹੋਰ ਵੀ ਅਖਬਾਰਾਂ ਹਿੰਦੀ ਦੇ ਵਿੱਚ ਬੜੀਆਂ ਜ਼ਬਰਦਸਤ ਅਖਬਾਰਾਂ ਯੂਪੀ ਦੀਆਂ ਜਿਹੜੀਆਂ ਆ ਗਈਆਂ ਨੇ, ਜਿਹਨੂੰ ਕਹਿੰਦੇ ਦੈਨਿਕ ਭਾਸਕਰ, ਦੈਨਿਕ ਜਾਗਰਣ, ਅਮਰ ਉਜਾਲਾ। ਸੋ ਕਹਿਣ ਦਾ ਮਤਲਬ ਕਿ ਜਲੰਧਰ ਦਾ ਜਿਹੜਾ ਪ੍ਰਿੰਟ ਮੀਡੀਆ ਉਹ ਬਹੁਤ ਪ੍ਰਫੁੱਲਿਤ ਹੋਇਆ, ਕਿਉਂਕਿ ਜਲੰਧਰ ਦੇ ਲੋਕਾਂ ਨੂੰ ਇੱਕ ਪੜ੍ਹਨ ਦਾ ਬਹੁਤ ਸ਼ੌਕ ਹੈ, ਅਖਬਾਰਾਂ ਪੜ੍ਹਨ ਦਾ ਬਹੁਤ ਸ਼ੌਕ ਹੈ, ਕਿਤਾਬਾਂ ਪੜ੍ਹਨ ਦਾ ਸ਼ੌਕ ਹੈ। ਔਰ ਉਹ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਆਫਟਰ ਦਿੱਲੀ ਜਿਹੜਾ ਈਵਨ ਚੰਡੀਗੜ੍ਹ ਨਾਲੋਂ ਜ਼ਿਆਦਾ ਅਖਬਾਰਾਂ ਜਲੰਧਰ ਦੇ ਵਿੱਚ ਛਪਦੀਆਂ ਨੇ ਅਜੇ ਵੀ। ਜਲੰਧਰ ਸ਼ਹਿਰ ਦੀ ਗੱਲ, ਤੇਜਾ ਸਾਹਿਬ, ਜਲੰਧਰ ਸ਼ਹਿਰ ਦੀ ਗੱਲ ਕੀਤੀ ਜਾਂਦੀ, ਜਲੰਧਰ ਸ਼ਹਿਰ ਦੇ ਲੋਕਾਂ ਦੇ ਬਾਰੇ, ਲੋਕਾਂ ਦਾ ਰਹਿਣ ਸਹਿਣ ਕਿੱਦਾਂ ਦਾ, ਜੇ ਦੂਸਰਿਆਂ ਨਾਲ ਮੁਕਾਬਲਾ ਕੀਤਾ ਜਾਵੇ, ਜੇ ਅਸੀਂ ਅੰਮ੍ਰਿਤਸਰ ਨਾਲ ਮੁਕਾਬਲਾ ਕਰਦੇ ਹਾਂ, ਕੰਪੈਰੀਜ਼ਨ ਕਰਦੇ ਹਾਂ, ਦੂਸਰੇ ਪਾਸੇ ਜਲੰਧਰ ਨਾਲ ਕਰਦੇ ਹਾਂ, ਬਠਿੰਡੇ ਨਾਲ ਕਰਦੇ ਹਾਂ, ਪਟਿਆਲੇ ਨਾਲ ਕਰਦੇ ਹਾਂ, ਜਾਂ ਚੰਡੀਗੜ੍ਹ ਨਾਲ ਕਰਦੇ ਹਾਂ, ਕਈ ਵਾਰ ਲੱਗਦਾ ਕਿ ਜਲੰਧਰ ਦੇ ਵਿੱਚ ਇੱਕ ਕਿਸਮ ਦਾ ਦੇਖਿਆ ਜਾਵੇ ਸਭ ਕੁਝ, ਸਾਰਾ ਪੰਜਾਬ ਸਮਾਇਆ ਹੋਇਆ ਹੈ। ਡਿਫਰੈਂਟ ਏਰੀਆ ਦੇ, ਡਿਫਰੈਂਟ ਸੈਕਟ ਦੇ ਲੋਕ ਰਲ ਮਿਲ ਕੇ ਆਪਸ 'ਚ ਰਹਿੰਦੇ ਨੇ। ਲੈਂਗੁਏਜ ਦੇ ਵਿੱਚ ਮੈਂ ਦੇਖਿਆ ਕਿ ਜਲੰਧਰ ਦੇ ਵਿੱਚ ਕੋਈ ਪਰਟੀਕੂਲਰ ਆਪਣੀ ਸਟਾਈਲ ਦੀ ਲੈਂਗੁਏਜ ਨਹੀਂ ਹੈ। ਜਲੰਧਰ ਵਾਲੇ ਇਹ ਨਹੀਂ ਕਿ ਇੱਕ ਪਰਟੀਕੂਲਰ, ਮੈਂ ਬਠਿੰਡੇ 'ਚ ਦੇਖਿਆ ਉੱਥੋਂ ਦੇ ਲੋਕ ਇੱਕ ਟਾਈਪ ਦੀ ਲੈਂਗੁਏਜ ਬੋਲਦੇ ਨੇ। ਅੰਮ੍ਰਿਤਸਰ ਦੇ ਵਿੱਚ ਵੀ ਮੈਂ ਦੇਖਿਆ ਕਿ ਅੰਮ੍ਰਿਤਸਰ ਵਾਲਿਆਂ ਦੀ ਬੋਲੀ ਵੀ ਇੱਕ ਤਰ੍ਹਾਂ ਦੀ ਹੈ। ਪਰ ਜਲੰਧਰ ਦੇ ਵਿੱਚ ਜਜਮੈਂਟ ਕਰਨੀ ਬੜੀ ਮੁਸ਼ਕਿਲ ਹੈ ਕਿ ਇੱਕ ਪਰਟੀਕੂਲਰ ਬੋਲੀ ਦੇ ਲੋਕ, ਇੱਕੋ ਲਹਿਜੇ ਦੇ ਬੋਲੀ ਬੋਲਣ ਦੇ ਬੰਦੇ ਨਹੀਂ ਤੁਹਾਨੂੰ ਮਿਲਣਗੇ। ਇਹਦਾ ਕਾਰਨ ਕੀ ਹੈ, ਇਹ ਜ਼ਰੂਰ ਤੁਸੀਂ ਦੱਸਣਾ, ਕਿਉਂਕਿ ਤੁਸੀਂ ਡਿਫਰੈਂਟ ਵਾਕ ਆਫ ਪੀਪਲ ਦੇ ਨਾਲ ਗੱਲਬਾਤ ਕਰਦੇ ਰਹੇ ਹੋ ਆਪਣੇ ਪ੍ਰੋਫੈਸ਼ਨ ਦੇ ਵਿੱਚ। ਹਾਂਜੀ, ਤੁਹਾਡਾ ਕੁਐਸਚਨ ਬਹੁਤ ਇੰਟਰਸਟਿੰਗ ਹੈ। ਹਾਂਜੀ, ਇਹਦੇ ਕਈ ਇਹਦੇ ਕਾਰਨ ਹੋ ਸਕਦੇ ਨੇ। ਇਹ ਕਾਰਨ ਇਹ ਹੈਗੀ, ਇਹਦੇ ਵਿੱਚ ਇਹ ਵੀ ਹੈਗਾ ਕਿ ਜਿਹੜਾ ਜਲੰਧਰ ਦੇ ਵਿੱਚ ਕੀ ਹੈ ਕਿ ਇੱਕ ਤੇ ਇੱਥੇ ਦੀ, ਜਾਂ ਤੇ ਤੁਸੀਂ ਇਹਨਾਂ ਦੀ ਯੂਨੀਕਨੈਸ ਕਹਿ ਲਓ ਕਿ ਇਹਨਾਂ ਨੇ ਸਾਰੀਆਂ ਜਿਹੜੇ ਬਾਹਰੋਂ ਵੀ ਆਏ ਨੇ ਉਹਨਾਂ ਨੂੰ ਸਮੋਲਿਆ। ਇੱਥੇ ਬਹੁਤ ਲਾਰਜ ਸਕੇਲ ਤੇ ਆਫਟਰ ਪਾਰਟੀਸ਼ਨ ਮਾਈਗ੍ਰੇਸ਼ਨ ਹੋਈ ਜਲੰਧਰ ਦੇ ਵਿੱਚ, ਰਿਫਿਊਜੀਜ਼ ਬਹੁਤ ਆਏ, ਉਹ ਵੀ ਇੱਥੇ ਸਿਮੀਲੇਟ ਹੋ ਗਏ। ਤੇ ਉਹ ਜਿਹੜੇ ਕਿਉਂਕਿ ਮੈਂ ਵਕੀਲ ਸੀ ਤੇ ਵਕੀਲਾਂ ਦੇ ਵਿੱਚ ਵੀ ਬਹੁਤ ਸਾਡੇ ਜਿਹੜੇ ਕੁਲੀਗ ਸੀ ਉਹ ਪਾਕਿਸਤਾਨ ਤੋਂ ਆਏ ਸੀ, ਤੇ ਉਹਨਾਂ ਦੀ ਭਾਸ਼ਾਵਾਂ ਦੇ ਵਿੱਚੋਂ ਕੋਈ ਜਿਹੜਾ ਝੰਗ ਤੋਂ ਆਇਆ ਸੀ, ਉਹ ਕਿਤੇ ਤੁਹਾਨੂੰ ਉਹਨਾਂ ਦਾ ਡਾਇਲੈਕਟ ਮਿਲਦਾ ਹੈ। ਲੇਕਿਨ ਜਲੰਧਰ ਐਜ਼ ਅ ਹੋਲ ਇਸ ਕਰਕੇ ਹੋ ਸਕਦਾ ਹੈ ਕਿ ਜਲੰਧਰ ਬੜਾ ਪ੍ਰੋਗਰੈਸਿਵ ਤੇ ਰਿਫਾਈਨਡ ਹੈਗਾ ਔਰ ਇਸਨੇ ਵੈਸਟਰਨ ਕਲਚਰ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਸਮੋਲਿਆ ਜਾਂ ਅਡਾਪਟ ਕਰ ਲਿਆ, ਜਿਹਦੇ ਕਰਕੇ ਇੱਥੇ ਦੀ ਕੋਈ ਤੁਹਾਨੂੰ, ਜਿੱਦਾਂ ਹੁਣ ਮਾਲਵੇ ਦੀ ਤੁਸੀਂ ਪਟਿਆਲੇ ਦੇ ਕੋਲ ਚੱਲ ਜਾਓ, ਰਾਜਪੁਰੇ ਦੇਖੋ ਤੇ ਉਹਨਾਂ ਦਾ ਡਾਇਲੈਕਟ ਸਾਫ਼ ਨਜ਼ਰ ਆਉਂਦਾ ਕਿ
ਇਸੇ ਤਰੀਕੇ ਨਾਲ ਮਾਝੇ ਦੇ ਵਿੱਚ ਵੀ ਅੰਮ੍ਰਿਤਸਰ ਦਾ ਡਿਫਰੈਂਟ ਹੈਗਾ, ਕਾਫੀ ਪਤਾ ਲੱਗ ਜਾਂਦਾ ਹੈ। ਲੇਕਿਨ ਜਲੰਧਰ ਦਾ ਪਤਾ ਲਗਾਉਣਾ ਔਖਾ ਹੈ ਕਿਉਂਕਿ ਇਟ ਇਜ਼ ਅ ਮਿਕਸਚਰ ਆਫ ਆਲ ਕਲਚਰ, ਸਾਰੇ ਸਿਮਿਲੇਟ ਹੋਏ ਨੇ ਤੇ ਕੋਈ ਪਰਟੀਕੂਲਰ ਨਹੀਂ ਲੱਗਦਾ ਕਿ ਉਹ ਆਈ ਕੈਨ ਸੇ ਕਿ ਮੋਰ ਰਿਫਾਈਨਡ ਹੋ ਗਏ ਨੇ ਔਰ ਇਹਨਾਂ ਨੇ ਸਾਰੇ ਕਲਚਰ ਨੂੰ ਅਡਾਪਟ ਕਰ ਲਿਆ, ਤੇ ਇਸ ਕਰਕੇ ਇਟਸ ਅ ਮਿਕਸਚਰ ਆਫ ਐਵਰੀਥਿੰਗ। ਨਗਾਰਾ ਟੀਵੀ ਤੇ ਸਾਡੇ ਨਾਲ ਸ਼ੈਲੀ ਤੇਜਾ ਜੀ ਪ੍ਰੋਗਰਾਮ ਦੇ ਵਿੱਚ। ਸ਼ੈਲੀ ਤੇਜਾ ਜੀ, ਤੁਸੀਂ ਸਪੈਸ਼ਲੀ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਹਿਮ ਜਾਣਕਾਰੀ ਦਿੱਤੀ। ਸਾਡੇ ਇਸੇ ਹੀ ਨਗਾਰਾ ਟੀਵੀ ਨਾਲ ਐਸੇ ਤਰੀਕੇ ਨਾਲ ਜੁੜਿਆ ਰਿਹਾ ਕਰੋ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਫॉर ਗਿਵਿੰਗ ਮੀ ਟਾਈਮ, ਥੈਂਕ ਯੂ ਸੋ ਮਚ। ਨਗਾਰਾ ਟੀਵੀ ਤੁਸੀਂ ਸੁਣ ਰਹੇ ਹੋ ਜੀ। ਤੁਸੀਂ ਵੀ ਕਾਲ ਕਰ ਸਕਦੇ ਹੋ ਜੀ। ਜਲੰਧਰ ਦੀਆਂ ਖਾਸ ਗੱਲਾਂ ਜੀ, ਜਲੰਧਰ ਦੇ ਨਾਲ ਯਾਦਾਂ ਪੁਰਾਣੀਆਂ ਜੁੜ ਗਈਆਂ। ਜਲੰਧਰ ਦੇ ਵਿੱਚ ਰੈਸਟੋਰੈਂਟ, ਢਾਬਾ ਕਲਚਰ ਹੁਣ ਤੱਕ ਫੇਮਸ ਹੈ। ਜਿਸ ਜ਼ਮਾਨੇ ਜਲੰਧਰ ਦੇ ਵਿੱਚ ਅਸੀਂ ਸੀ, ਬਹੁਤਾ ਪੁਰਾਣਾ ਜ਼ਮਾਨਾ ਨਹੀਂ ਹੋਇਆ, ਸਿਰਫ 15 ਸਾਲ ਪੁਰਾਣੀਆਂ ਗੱਲਾਂ। 15 ਸਾਲ ਦੇ ਵਿੱਚ ਬੜਾ ਫਰਕ ਪੈ ਗਿਆ। ਮੈਂ ਜਿੰਨੀ ਵਾਰੀ ਵੀ ਜਲੰਧਰ ਗਿਆ, ਹਰ ਵਾਰੀ ਦੇਖਦਾ ਕਿ ਇਹ ਬਿਲਕੁਲ ਹੀ ਚੇਂਜ ਹੋ ਗਿਆ। ਜਲੰਧਰ ਦੇ ਵਿੱਚ ਕਿੰਨੇ ਜ਼ਿਆਦਾ ਸ਼ਾਪਿੰਗ ਪਲਾਜ਼ਾ, ਮਾਲਸ ਬਣ ਚੁੱਕੇ ਨੇ। ਜਲੰਧਰ ਵਿੱਚ ਬਹੁਤ ਸਾਰੇ ਸਿਨੇਮਾ ਸੀਗੇ ਜੀ, ਫਿਲਮ ਦੇਖਣ ਜਾਂਦੇ ਹੁੰਦੇ ਸੀ, ਔਰ ਕਈ ਥੀਏਟਰ ਨੇ ਜਿਨ੍ਹਾਂ ਦਾ ਸ਼ਾਇਦ ਤੁਸੀਂ ਨਾਮ ਹੀ ਸੁਣਿਆ ਹੋਣਾ। ਇੱਕ ਓਰੀਐਂਟ ਸਿਨੇਮਾ ਹੁੰਦਾ ਸੀ, ਕਿਸੇ ਨੂੰ ਪਤਾ ਜੀ? ਸਾਡਾ ਕੋਈ ਸਰੋਤਾ ਦੱਸਦੇ ਵੀ ਓਰੀਐਂਟ ਸਿਨੇਮਾ ਸੀ, ਬਾਅਦ ਚੋਂ ਸੀਮਾ ਸਿਨੇਮਾ ਬਣਿਆ। ਉਹਦੀਆਂ ਜੀ ਬਾਲਕੋਨੀਆਂ ਕਿੰਨੀਆਂ ਸੀ, ਡਬਲ ਬਾਲਕੋਨੀ ਹੁੰਦੀ ਸੀ। ਇੱਕ ਸਤਲੁਜ ਸਿਨੇਮਾ ਹੁੰਦਾ ਸੀ, ਉੱਥੇ ਪੰਜਾਬੀ ਮੂਵੀਜ਼ ਲੱਗਦੀਆਂ ਸੀ। ਇਹ ਕਿੱਥੇ ਸੀ? ਇਹ ਬਿਲਕੁਲ ਜਲੰਧਰ ਦੇ ਬੱਸ ਸਟੈਂਡ ਦੇ ਆਪੋਜ਼ਿਟ ਸੀ। ਦੂਸਰੇ ਪਾਸੇ ਇੱਕ ਨਰਿੰਦਰ ਸਿਨੇਮਾ ਸੀ। ਅੱਜ ਕੱਲ੍ਹ ਸਾਰੇ ਇਮੀਗ੍ਰੇਸ਼ਨ ਦੇ ਕੰਸਲਟੈਂਟ ਲੱਗਦਾ ਦੁਨੀਆ ਭਰ ਦੇ, ਉਹ ਸਾਰੇ ਨਰਿੰਦਰ ਸਿਨੇਮੇ ਦੇ ਆਲੇ ਦੁਆਲੇ ਕੰਪਲੈਕਸ ਵਿੱਚ ਬੈਠ ਕੇ ਨੇ। ਨਾਜ ਸਿਨੇਮਾ ਹੁਣ ਵੀ ਹੋਏਗਾ ਕਿ ਨਹੀਂ ਹੋਏਗਾ ਮੈਨੂੰ ਨਹੀਂ ਐਗਜ਼ੈਕਟ ਪਤਾ। ਜੋਤੀ ਸਿਨੇਮਾ ਨਾਲ ਹੀ ਸੀਗਾ। ਇਸ ਤੋਂ ਬਾਅਦ ਲਾਲ ਰਤਨ ਆਉਂਦਾ ਸੀ। ਲਾਲ ਰਤਨ ਦੇ ਬਿਲਕੁਲ ਸਾਹਮਣੇ ਸਾਈਨ ਪਾਇਲ ਹੁੰਦਾ ਸੀ। ਬਸਤੀਆਂ ਦੇ ਵਿੱਚ ਇੱਕ ਸਿਨੇਮਾ ਹੁੰਦਾ ਸੀ ਜੀ, ਪ੍ਰੀਤਮ, ਨਾਮ ਭੁੱਲ ਜਾਂਦਾ। ਇਸੇ ਤਰ੍ਹਾਂ ਜਲੰਧਰ ਕੰਟੋਨਮੈਂਟ ਵਾਲੇ ਇਲਾਕੇ ਦੇ ਵਿੱਚ ਵੀ 2 ਸਿਨੇਮਾ ਹੁੰਦੇ ਸੀਗੇ। ਬਹੁਤ ਸਾਰੇ ਦੇਖੋ ਜੀ ਉੱਥੇ ਫਿਲਮ ਦੇਖਣ ਜਾਂਦੇ ਸੀ ਲੋਕ। ਤਾਂ ਸਾਡੇ ਇੱਥੇ ਕੈਨੇਡਾ ਆਏ ਨੇ ਜੀ ਮਿਸਟਰ ਪਰਮਾਰ, ਕਹਿੰਦੇ ਨੇ ਮੈਂ 40 ਕਿਲੋਮੀਟਰ ਆਪਣੇ ਪਿੰਡ ਤੋਂ ਸਾਈਕਲ ਚਲਾ ਕੇ ਮੂਵੀ ਦੇਖਣ ਜਾਂਦਾ ਸੀ। ਤੇ ਜਿਹੜੇ ਰੇਲਵੇ ਸਟੇਸ਼ਨ ਹੈ ਜਲੰਧਰ, ਉਹਦੇ ਨਾਲ ਬਹੁਤ ਸਾਰੇ ਪੁਰਾਣੇ ਅੱਜ ਵੀ ਥੀਏਟਰ ਸ਼ਾਇਦ ਮਿਲਣ, ਉਹਨਾਂ ਦੇ ਖੰਡਰ ਵੀ ਮਿਲਣ। ਸੰਤ ਸਿਨੇਮਾ ਸੀ, ਲక్ష్ਮੀ ਸੀ, ਮੈਨੂੰ ਜਿੰਨੇ ਕੋਈ ਯਾਦ ਆ ਰਹੇ ਨੇ ਜੀ। ਕਾਫੀ ਭੁੱਲ ਭੱਲ ਵੀ ਗਏ ਨੇ। ਤੁਸੀਂ ਵੀ ਜ਼ਰੂਰ ਕਾਲ ਕਰਕੇ ਦੱਸੋ ਜਲੰਧਰ ਸ਼ਹਿਰ ਦੀਆਂ ਖਾਸ ਗੱਲਾਂ। ਜਲੰਧਰ ਸ਼ਹਿਰ ਦੇ ਬਾਜ਼ਾਰ, ਰੈਣਕ ਬਾਜ਼ਾਰ, ਭੈਰੋ ਬਾਜ਼ਾਰ, ਕਈ ਇਹੋ ਜਿਹੇ ਬਾਜ਼ਾਰ ਨੇ ਜੀ ਉੱਥੇ ਇੰਨੇ ਕੁ ਸੈਂਡਲ ਹੋਣਗੇ, ਬੰਦਾ ਡਰ ਜਾਂਦਾ ਵੀ ਇੰਨੇ ਕੁ ਸੈਂਡਲ ਵੀ ਲੋਕ ਖਰੀਦਦੇ ਹੋਣਗੇ ਕੰਟੀਨਿਊਸਲੀ। ਬੁੱਕਸ ਬਾਜ਼ਾਰ ਤੋਂ ਜਦੋਂ ਆਓ, ਆਪਸ ਚ ਇੰਟਰਕਨੈਕਟਡ ਨੇ। ਭਾਂਡਿਆਂ ਦੇ ਕਈ ਬਾਜ਼ਾਰ ਨੇ, ਕਈ ਨਾਂ ਹੋਣਗੇ ਉਹਨਾਂ ਦੇ ਬਾਰੇ। ਸੈਦਾਂ ਗੇਟ, ਕਈ ਗੇਟ ਵੀ ਨੇ ਸ਼ਹਿਰ ਦੇ ਅੰਦਰ। ਭੀੜੇ ਬਾਜ਼ਾਰ ਵੀ ਨੇ, ਕਈ ਮੁਹੱਲੇ ਬੜੇ ਕੰਜਸਟਡ ਨੇ। ਪਹਿਲਾਂ ਜਲੰਧਰ ਦੇ ਦਮੋਰੀਆ ਪੁਲ, ਹੁਣ ਵੀ ਪਤਾ ਹੋਣਾ, ਹੁਣ ਤਾਂ ਉੱਥੇ ਬ੍ਰਿਜ ਬਣ ਗਿਆ। ਉਸ ਇਲਾਕੇ ਦੀ ਖਾਸ ਸੀ ਉਹਦੇ ਬਾਰੇ ਕਹਿੰਦੇ ਸੀ ਵੀ ਜੇ ਇੱਥੇ ਬਸ 2 ਛਿੱਟਾਂ ਵੀ ਪੈ ਜਾਂਦੇ ਇੱਥੇ ਹੜ੍ਹ ਆ ਜਾਂਦਾ, ਬੰਦ ਹੋ ਜਾਂਦਾ। ਸਮਝ ਨਹੀਂ ਆਉਂਦਾ ਵੀ ਇੰਨਾ ਪਾਣੀ ਕਿੱਥੋਂ ਆ ਗਿਆ। ਉਹਦੇ ਨਾਲ ਕਈ ਪੁਰਾਣੇ ਮੁਹੱਲੇ ਸੀ ਜੀ, ਉੱਥੇ 2 ਬੰਦੇ ਜੇ ਆਪਸ 'ਚ ਲੰਘ ਕੇ ਜਾਣ ਤਾਂ ਖਹਿ ਕੇ ਜਾਂਦੇ ਸੀ ਆਪਸ ਵਿੱਚ। ਜਲੰਧਰ ਸ਼ਹਿਰ ਦੀਆਂ ਇਹ ਵੀ ਗੱਲਾਂ ਸੀ। ਮਾਡਰਨ ਕਲੋਨੀ 'ਚ ਬਣੀਆਂ, ਨਿਊ ਜਵਾਹਰ ਨਗਰ, ਮਾਡਲ ਟਾਊਨ, ਗ੍ਰੀਨ ਮਾਡਲ ਟਾਊਨ, FCI ਕਲੋਨੀ, ਬਹੁਤ ਕੁਝ। ਹੁਣ ਤਾਂ ਸ਼ਾਇਦ ਮੈਨੂੰ ਕਾਫੀ ਚੀਜ਼ਾਂ ਦੇ ਬਾਰੇ ਭੁੱਲ ਚੁੱਕਾ। ਹਾਂ, ਤੁਸੀਂ ਜ਼ਰੂਰ ਕਾਲ ਕਰੋ ਜੀ, ਨਗਾਰਾ ਟੀਵੀ ਤੇ ਗੱਲਬਾਤ ਕਰ ਸਕਦੇ ਹੋ। ਜਲੰਧਰ ਸ਼ਹਿਰ ਦੀਆਂ ਖਾਸ ਚੀਜ਼ਾਂ। ਜਲੰਧਰ ਸ਼ਹਿਰ 'ਚ ਰੇਹੜੀਆਂ 'ਚ ਖਾਣ ਦਾ ਬੜਾ ਰੁਝਾਨ ਜੀ। ਰੇਹੜੀਆਂ ਦੇ ਉੱਤੇ ਫੁੱਟਬਾਲ ਚੌਂਕ ਦੇ ਨਾਲ ਹੀ ਆਦਰਸ਼ ਨਗਰ ਦੀ ਇੱਕ ਮਾਰਕੀਟ ਲੱਗਦੀ ਜੀ, ਉੱਥੇ ਬਿਲਕੁਲ ਨਾਲ ਨਾਲ ਰੇਹੜੀਆਂ ਲੱਗਦੀਆਂ ਨੇ। ਔਰ ਉੱਥੇ ਚਾਊਮੈਨ ਹੋ ਗਏ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਜਿਹੜੇ ਫਾਸਟ ਫੂਡ ਦੀ ਮਾਰਕੀਟ ਬੜੀ ਵਧੀਆ। ਔਰ ਲੋਕਾਂ ਦੀ ਉੱਥੇ ਕਾਰਾਂ ਨਾਲ ਇੰਨਾ ਕੋਈ ਰਸ਼ ਪੈ ਜਾਂਦਾ, ਲੋਕੀ ਪਾਰਕ ਕਿੱਦਾਂ ਕਰਦੇ ਨੇ ਕਾਰ। ਵੈਸੇ ਜਲੰਧਰੀ ਕਮਾਲ ਦੇ ਨੇ ਜੀ। ਜਲੰਧਰੀ ਯੂਨੀਕ ਨੇ, ਅਲੱਗ ਨੇ। ਪੂਰੀ ਦੁਨੀਆ ਦੇ ਵਿੱਚ ਜਲੰਧਰ ਤੋਂ ਗਏ ਲੋਕ ਹਰ ਜਗ੍ਹਾ ਵੈਲ ਸੈਟਲ ਨੇ। ਇਹ ਚੀਜ਼ ਨਾਲ ਮੈਂ ਦਾਅਵੇ ਨਾਲ ਕਹਿ ਸਕਦਾ। ਨਗਾਰਾ ਟੀਵੀ ਦੇਖ ਲਓ ਜੀ ਪ੍ਰੋਗਰਾਮ। ਜਰਾ ਹਟ ਕੇ ਗੱਲਾਂ ਹੋਣਗੀਆਂ ਇੱਥੇ। ਉਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਹਰ ਜਗ੍ਹਾ ਇੱਕੋ ਹੀ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਕਈ ਵਾਰ ਪਤਾ ਨਹੀਂ ਚੱਲਦਾ ਵੀ ਚੈਨਲ ਇੱਕ ਲਾਇਆ, ਦੂਜੇ ਚੈਨਲ ਨੂੰ ਸ਼ਿਫਟ ਕਰਦੇ, ਉੱਥੇ ਵੀ ਉਹ ਗੱਲਾਂ, ਤੀਜੇ 'ਚ ਵੀ ਉਹ ਗੱਲਾਂ, ਚੌਥੇ 'ਚ ਵੀ ਤੇ 50ਵੇਂ 'ਚ ਵੀ ਉਹ ਗੱਲਾਂ। ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਾ, ਇਹਦਾ ਵੈਸੇ ਜਰਾ ਹਟ ਕੇ ਹੈ। ਕੱਲ ਵੀ ਜਰਾ ਹਟ ਕੇ ਹੋਏਗੀਆਂ ਗੱਲਾਂ। ਜਰਾ ਹਟ ਕੇ ਦੇ ਵਿੱਚ ਵੱਧ ਤੋਂ ਚੜ ਕੇ ਤੁਸੀਂ ਪਾਰਟੀਸਪੇਟ ਕਰਿਆ ਕਰੋ, ਆਪਣੇ ਵਿਊ ਦੱਸਿਆ ਕਰੋ। ਜਲੰਧਰ ਸ਼ਹਿਰ ਦੀਆਂ ਖਾਸ ਗੱਲਾਂ ਕੀ ਨੇ। ਜਲੰਧਰ ਸ਼ਹਿਰ ਦੇ ਰੈਸਟੋਰੈਂਟ ਮੈਨੂੰ ਯਾਦ ਆ ਰਹੇ ਨੇ। ਵਿਜੇ ਢਾਬਾ ਬੜਾ ਮਸ਼ਹੂਰ ਹੈ। ਵਿਜੇ ਢਾਬਾ ਦੇ ਵਿੱਚ ਇਹ ਨਹੀਂ ਕਿ ਆਮ ਆਰਡੀਨਰੀ ਬੰਦਾ ਖਾ ਰਿਹਾ, VIP ਬੰਦਾ ਵੀ ਨਾਲ ਹੀ ਤੁਹਾਡੇ ਨੈਕਸਟ ਟੇਬਲ ਤੇ ਬੈਠਾ ਖਾ ਰਿਹਾ ਹੋਵੇਗਾ। ਬੜਾ ਕਮਾਲ ਦਾ ਖਾਣਾ ਬਣਦਾ ਸੀ। ਜੋਤੀ ਚੌਂਕ ਦੇ ਆਲੇ ਦੁਆਲੇ ਇੱਕ ਮੰਨੀ ਦਾ ਢਾਬਾ ਹੁੰਦਾ ਸੀ, ਹੁਣ ਵੀ ਸ਼ਾਇਦ ਹੋਵੇਗਾ। ਉਸ ਜ਼ਮਾਨੇ ਦੀ ਗੱਲ ਹੈ ਕਿ ਉਹਨਾਂ ਦੀ ਥਾਲੀ ਬੜੀ ਫਿਕਸ ਰੇਟ ਤੇ ਹੁੰਦੀ ਸੀ, ਬਹੁਤ ਹੀ ਘੱਟ ਪ੍ਰਾਈਸ ਤੇ।
ਹੈਰਾਨੀ ਹੁੰਦੀ ਸੀ ਵੀ ਇੰਨੇ ਘੱਟ ਪ੍ਰਾਈਸ ਤੇ ਉਹ ਕਿੱਦਾਂ ਅਫੋਰਡ ਕਰਦੇ ਨੇ। ਨੋ ਲਾਸ ਨੋ ਪ੍ਰੋਫਿਟ ਦੇ ਹੁੰਦੇ ਸੀ। ਵਾਰੀ ਉਸ ਜ਼ਮਾਨੇ ਵੀ ਨਹੀਂ ਆਉਂਦੀ ਸੀ। ਹੁਣ ਵੀ ਉੱਥੇ ਛੋਲੇ ਭਟੂਰਿਆਂ ਦੇ ਜਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੈਜ ਨੌਨ ਵੈਜ ਖਾਣ ਦੇ ਜਿਹੜੇ ਸ਼ੌਕੀਨ ਨੇ ਇੰਜੋਏ ਕਰ ਸਕਦੇ ਨੇ। ਈਟਿੰਗ ਪੁਆਇੰਟ ਆਫ ਵਿਊ ਨਾਲ ਜੇ ਦੇਖਿਆ ਜਾਵੇ ਜਲੰਧਰ ਤੇ ਦੂਸਰੇ ਪਾਸੇ ਅੰਮ੍ਰਿਤਸਰ ਬੜੇ ਮਸ਼ਹੂਰ ਨੇ। ਮੈਨੂੰ ਯਾਦ ਹੈ ਇੱਕ ਵਾਰੀ ਮੈਨੂੰ ਫਰੀਦਕੋਟ ਜਾਣ ਦਾ ਮੌਕਾ ਮਿਲਿਆ। ਰਾਤ 9 ਵਜ ਕੇ ਖਾਣ ਨੂੰ ਕੁਛ ਨਾ ਲੱਭੇ। ਜਿਹੜੇ ਵੀ ਰੈਸਟੋਰੈਂਟ ਸੀ ਉਹ ਬੰਦ ਹੋਏ ਪਏ ਸੀ। ਅੱਜ ਕੱਲ੍ਹ ਸ਼ਾਇਦ ਹੋ ਗਏ, ਖੁੱਲ੍ਹ ਗਏ ਹੁਣ। ਇਹ ਕਰੀਬ ਮੈਂ 20 ਸਾਲ ਪੁਰਾਣੀ ਗੱਲ ਦੱਸ ਰਿਹਾ, 15-20 ਸਾਲ ਪੁਰਾਣੀ ਗੱਲ ਦੱਸ ਰਿਹਾ। ਬੜਾ ਚੇਂਜ ਹੋ ਗਿਆ ਜਲੰਧਰ 'ਚ, ਕਹਿੰਦੇ ਬੜਾ ਚੇਂਜ ਆ ਗਿਆ। ਲੋਕੀ ਜਿਹੜੀ ਨਿਊ ਜਨਰੇਸ਼ਨ ਹੈ ਉਹ ਪਬ ਕਲਚਰ ਵੱਲ ਜਾਣ ਲੱਗ ਪਈ। ਪਿਛਲੇ ਸਾਲ ਹੀ ਜਾਣ ਦਾ ਮੌਕਾ ਮਿਲਿਆ। ਮੈਂ ਹੈਰਾਨ ਸੀਗਾ ਜੀ ਉੱਥੇ ਪੌਸ਼ ਇਲਾਕਿਆਂ ਦੇ ਵਿੱਚ ਬਿਲਕੁਲ ਕੈਨੇਡਾ ਦੀ, ਅਮਰੀਕਾ ਦੀ ਤਰਜ਼ ਤੇ ਬਿਲਕੁਲ ਪਬ ਕਲਚਰ ਸ਼ੁਰੂ ਹੋ ਗਿਆ। ਪਰ ਉਹਨਾਂ ਦੇ ਵਿੱਚ ਜਿਹੜੇ ਕਾਸਟ ਪ੍ਰਾਈਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ, ਐਬਨੋਰਮਲ ਨੇ। ਜੇ ਉਹਨਾਂ ਨੂੰ ਮੈਂ ਕੰਪੈਰੀਜ਼ਨ ਕਰਾਂ ਕੈਨੇਡਾ ਨਾਲ, ਤਾਂ ਕੈਨੇਡਾ ਤੋਂ ਵੀ ਮਹਿੰਗੇ ਭਾਅ ਤੇ ਸਮਾਨ ਵੇਚ ਰਹੇ ਨੇ। ਪਰ ਲੋਕਾਂ ਕੋਲ ਉੱਥੇ ਪੈਸਾ ਬਹੁਤ ਹੈ। ਜਲੰਧਰ ਦੇ ਵਿੱਚ ਜੇ ਅਮੀਰੀ ਦੇਖਣੀ ਹੋਵੇ ਤਾਂ ਜਲੰਧਰ 'ਚ ਦੇਖੀ ਜਾ ਸਕਦੀ ਹੈ। ਰੋਡ ਤੇ ਜਾਓ, ਮਾਲਡਾਊਨ ਦੀ ਮਾਰਕੀਟ ਦੇ ਚਲੇ ਜਾਓ, ਐਗਜ਼ੈਂਪਲ, ਜਿੰਨੀਆਂ ਕਾਰਾਂ ਦੇ ਐਕਸਪੈਂਸਿਵ ਮਾਡਲ ਲੈ ਕੇ ਗੱਡੀਆਂ ਲੋਕ ਉੱਥੇ ਭਜਾਈ ਫਿਰਦੇ ਨੇ, ਹੈਰਾਨੀ ਹੁੰਦੀ ਹੈ। ਸਾਨੂੰ ਇੱਥੇ ਵੈਨਕੂਵਰ ਦੇ ਵਿੱਚ ਵੀ ਉਹ ਨਹੀਂ ਮਿਲਦੀਆਂ। ਇੱਥੇ ਤਾਂ ਬਹੁਤ ਕਾਰ ਜਿਹੜੀ ਹੈ ਕਾਫੀ ਘੱਟ ਪ੍ਰਾਈਸ ਤੇ ਲੀਜ਼ ਤੇ ਕਿਸ਼ਤਾਂ ਤੇ ਮਿਲ ਜਾਂਦੀ ਹੈ। ਇੰਡੀਆ 'ਚ ਵੀ ਮਿਲਦੀ ਹੋਏਗੀ, ਪਰ ਫਿਰ ਵੀ ਅਫੋਰਡੇਬਿਲਿਟੀ ਮੈਂ ਲੋਕਾਂ ਦੀ ਦੇਖਦਾ ਕਿ ਹੈ। ਆਮ ਤੌਰ ਤੇ ਕਿਹਾ ਜਾਂਦਾ ਵੀ ਇੱਥੋਂ ਛੱਡ ਦਿਓ ਜੀ, ਪੰਜਾਬ 'ਚ ਤਾਂ ਬੁਰਾ ਹਾਲ ਹੈ। ਠੀਕ ਹੈ, ਕੁਛ ਲੋਕਾਂ ਦੇ ਹਾਲਾਤ ਮਾੜੇ ਹੋਣਗੇ, ਪਰ ਅਪਰ ਮਿਡਲ ਕਲਾਸ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜੀ ਰਹੀ ਹੈ। ਉਹ ਜਲੰਧਰ ਥੀਏਟਰ ਹੁੰਦੇ ਸੀ। ਮੈਨੂੰ ਵੀ ਇੱਕ ਥੀਏਟਰ ਹੁੰਦਾ ਸੀ, ਉਹ ਉਹਨੂੰ ਕਹਿੰਦੇ ਸੀ ਕ੍ਰਿਸ਼ਨਾ।
ਬਿਲਕੁਲ ਜੀ। ਸੋ ਕ੍ਰਿਸ਼ਨਾ ਥੀਏਟਰ ਕੀ ਸੀ ਕਿ ਇਹ ਪੂਰੇ ਇੰਡੀਆ ਦੇ ਵਿੱਚ ਸੀ ਕ੍ਰਿਸ਼ਨਾ ਥੀਏਟਰ, ਈਵਨ ਬਟਾਲਾ ਵਰਗੇ ਸ਼ਹਿਰ ਦੇ ਵਿੱਚ ਵੀ ਇੱਕ ਪੁਰਾਣਾ ਥੀਏਟਰ ਹੁੰਦਾ ਸੀ ਕ੍ਰਿਸ਼ਨਾ। ਮੈਨੂੰ ਉਹਦੀ ਹਿਸਟਰੀ ਬਾਰੇ ਪਤਾ ਲੱਗਾ ਕਿਸੇ ਤੋਂ ਕਿ ਇਹਦਾ ਜਿਹੜਾ ਓਨਰ ਸੀ ਉਸਨੇ ਕੀ ਕੀਤਾ ਕਿ ਉਸਨੇ ਕ੍ਰਿਸ਼ਨਾ ਨਾਂ ਦੇ ਥੀਏਟਰ ਪੂਰੇ ਇੰਡੀਆ 'ਚ ਖੋਲੇ, ਤੇ ਇਹ ਜਿਹੜੇ ਪੰਜਾਬ ਦੇ ਥੀਏਟਰ ਸੀ ਕ੍ਰਿਸ਼ਨਾ ਦੇ, ਇਹ ਉਹਨਾਂ ਨੇ ਸਿਟੀ ਵਾਈਜ਼ ਅੱਗੋਂ ਉਹਦੀ ਟ੍ਰਾਂਸਫਰ ਕਰਤੀ, ਜਿਹਨੂੰ ਫਰੈਂਚਾਈਜ਼ ਕਹਿੰਦੇ ਨੇ ਜੀ। ਤੇ ਉਹ ਜਿਹੜਾ ਜਲੰਧਰ ਹੁਣ ਤੇ ਬੰਦ ਹੋ ਚੁੱਕਿਆ ਕ੍ਰਿਸ਼ਨਾ ਥੀਏਟਰ, ਲੇਕਿਨ ਉਹ ਕਿਸੇ ਟਾਈਮ ਦੇ ਵਿੱਚ ਇੰਟੀਰੀਅਰ ਸਿਟੀ ਦੇ ਵਿੱਚ ਹੁੰਦਾ ਸੀ, ਹਰੀ ਦੇ ਕੋਲ, ਹਰੀ ਥੀਏਟਰ ਦੇ ਕੋਲ। ਬਿਲਕੁਲ। ਉਹ ਬਹੁਤ ਸਭ ਤੋਂ ਪੁਰਾਣਾ ਥੀਏਟਰ ਉਹ ਸੀ ਜਿਹੜਾ ਐਗਜ਼ਿਸਟ ਕਰਦਾ ਸੀ, ਜਿਹੜਾ ਮੈਂ ਆਪਣੀ ਲਾਈਫ ਟਾਈਮ 'ਚ ਦੇਖਿਆ 70s ਦੇ ਵਿੱਚ। ਉਹ ਥੀਏਟਰ ਦੀ ਇੱਕ ਇੰਪੋਰਟੈਂਸ ਸੀ। ਦੂਸਰੇ, ਇਹ ਜਲੰਧਰ ਜਿਹੜਾ ਸੀ ਇੰਟੀਰੀਅਰ ਜਿਹੜਾ ਸਿਟੀ ਸੀ, ਐਕਚੁਅਲੀ ਬਿਫੋਰ ਪਾਰਟੀਸ਼ਨ ਇਟ ਵਾਜ਼ ਜਿਹੜੇ ਕੁਝ ਬਾਜ਼ਾਰ ਸੀ, ਇੱਥੇ ਮਾਈਗ੍ਰੇਸ਼ਨ ਆਫ ਮੁਸਲਿਮ ਪਾਪੂਲੇਸ਼ਨ ਕਾਫੀ ਸੀ ਜਲੰਧਰ ਦੇ ਵਿੱਚ। ਬਸਤੀਆਂ ਜਿਹੜੀਆਂ ਸੀ ਐਕਚੁਅਲੀ ਮੋਸਟਲੀ ਮੁਸਲਿਮ ਸੀ। ਈਵਨ ਜਿਹੜਾ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਹੋਇਆ ਜ਼ਿਆਉਲ ਹਕ, ਹੀ ਬਿਲੋਂਗ ਟੂ ਜਲੰਧਰ। ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੋਏ ਨੇ IK ਗੁਜਰਾਲ, ਹੀ ਆਲਸੋ ਬਿਲੋਂਗਸ ਟੂ ਜਲੰਧਰ। ਸੋ ਜਲੰਧਰ ਪੋਲੀਟੀਕਲੀ ਵੀ ਬੜਾ ਇੰਪੋਰਟੈਂਟ ਇੱਕ ਹੱਬ ਸੀ। ਜਿਹੜੇ ਸਾਡੇ ਪਹਿਲੇ ਸਰਦਾਰ ਸਵਰਨ ਸਿੰਘ ਹੋਏ ਨੇ, ਇੱਥੋਂ ਪਹਿਲੀ ਮੈਨੂੰ ਲੱਗਦਾ ਕੈਬਨਿਟ ਦੇ ਵਿੱਚ ਸੀ, ਪੰਡਿਤ ਨਹਿਰੂ ਦੀ ਕੈਬਨਿਟ ਦੇ ਵਿੱਚ ਸੀ। ਫਿਰ ਉਹਨਾਂ ਦੇ ਅੱਗੋਂ ਉਹਨਾਂ ਦੇ ਰਿਲੇਸ਼ਨ ਦੇ ਵਿੱਚ ਸੀ ਜਿਹੜੇ ਖਾਲਸਾ ਕਾਲਜ ਦੇ ਵਿੱਚ ਉਹ ਐਮਪੀ ਰਹੇ ਨੇ, ਬਲਬੀਰ ਸਿੰਘ, ਸਰਦਾਰ ਬਲਬੀਰ ਸਿੰਘ ਰਹੇ ਨੇ ਇੱਥੇ। ਸੋ ਔਰ ਜਲੰਧਰ ਪੋਲੀਟੀਕਲੀ ਵੀ ਬਹੁਤ ਜ਼ਿਆਦਾ ਇੱਥੇ ਦੀ ਸ਼ਖਸੀਅਤਾਂ ਜਿਹੜੀਆਂ ਨੇ ਰਹੀਆਂ ਨੇ। ਸਰਦਾਰ ਦਰਬਾਰਾ ਸਿੰਘ ਰਹੇ ਨੇ, ਉਹ ਵੀ ਜੰਡਿਆਲੇ ਨੂੰ ਬਿਲੋਂਗ ਕਰਦੇ ਸੀ, ਜਲੰਧਰ ਦੇ ਸੀ ਚੀਫ ਮਿਨਿਸਟਰ ਰਹੇ ਨੇ। ਸੋ ਜਲੰਧਰ ਪੋਲੀਟੀਕਲੀ ਵੀ ਬਹੁਤ ਲੋਕ ਅਵੇਅਰ ਨੇ ਇੱਥੇ। ਔਰ ਜਲੰਧਰ ਦੀਆਂ ਬਾਕੀ ਤੇ ਤੁਸੀਂ ਬਹੁਤ ਡਿਟੇਲ ਦੇ ਵਿੱਚ ਗੱਲਾਂ ਦੱਸੀਆਂ ਨੇ, ਮੇਰੇ ਨਾਲੋਂ ਜ਼ਿਆਦਾ ਤੁਸੀਂ ਜਲੰਧਰ ਬਾਰੇ ਬਹੁਤ ਕਲੋਜ਼ਲੀ ਜਲੰਧਰ ਨੂੰ ਵਾਚ ਕੀਤਾ। ਜਲੰਧਰ ਸ਼ਹਿਰ ਦੀ ਇੱਕ ਹੋਰ ਵੀ ਖੂਬਸੂਰਤੀ ਇਹ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਜੇ ਤੁਸੀਂ ਦੇਖੋ ਤੇ ਇੱਥੇ ਤੁਹਾਨੂੰ ਹਰ ਕਮਿਊਨਿਟੀ ਮਿਲੇਗੀ, ਪ੍ਰੋਸਪਰ ਕਰਦੀ ਮਿਲੇਗੀ, ਜਿਹੜੀਆਂ ਕਿ ਮੈਂ ਬਾਕੀ ਸਿਟੀਜ਼ ਦੇ ਬਾਰੇ ਨਹੀਂ ਕਹਤਾ, ਪਰ ਜਲੰਧਰ 'ਚ ਮੈਂ ਇੱਕ ਚੀਜ਼ ਦੇਖੀ ਕਿ ਬਿਜ਼ਨਸ ਵੀ ਜਿਹੜੇ ਨੇ ਉਹ ਮਲਟੀਫੇਸਡ ਨੇ। ਉਹ ਕੁਝ ਸਪੈਸ਼ਲਾਈਜ਼ਡ ਪਾਰਟੀਸ਼ਨ ਤੋਂ ਬਾਅਦ ਆਏ ਨੇ, ਕੁਝ ਇੱਥੇ ਦੇ ਵੀ ਹੈਗੇ ਨੇ। ਜਿੱਦਾਂ ਤੁਸੀਂ ਦੇਖ ਲਓ ਹਵੇਲੀ ਜਿਹੜੀ ਹੈ, ਹਵੇਲੀ ਬਹੁਤ ਯੂਨੀਕ ਇੱਕ ਜਗ੍ਹਾ ਬਣਾਈ ਹੈ ਜਿਹਦੇ ਵਿੱਚ ਉਹਨੇ ਤੁਹਾਨੂੰ ਟ੍ਰੈਡੀਸ਼ਨ ਦੇ ਨਾਲ ਵੀ ਜੋੜਿਆ ਹੈ। ਠੀਕ ਹੈ, ਇਹ ਆਈਡੀਆ ਔਰ ਕੰਸੈਪਟ ਬਹੁਤ ਹੀ ਅੱਛਾ, ਜਿਹੜਾ ਹਵੇਲੀ ਵਾਲਾ ਜਿਹੜਾ ਕੰਸੈਪਟ ਹੈ, ਇਸੇ ਕਰਕੇ ਉਹ ਪਪੂਲਰ ਵੀ ਹੈਗਾ। ਜਲੰਧਰ ਬਾਈਪਾਸ ਦੇ ਉੱਤੇ ਹੈ। ਤੇਜਾ ਜੀ ਮੈਂ ਇੱਕ ਹੋਰ ਗੱਲ ਦੱਸਾਂ, ਜਲੰਧਰ ਫਗਵਾੜਾ ਰੋਡ ਦੇ ਉੱਪਰ ਜਿੰਨੇ ਜ਼ਿਆਦਾ ਵਧੀਆ ਮੈਰਿਜ ਪੈਲੇਸਿਸ ਨੇ ਔਰ ਇੰਨੇ ਮਾਡਰਨ ਨੇ, ਲੋਕ NRI ਮੈਕਸਿਮਮ ਉੱਥੇ ਹੀ ਜਾਂਦੇ ਨੇ ਆਪਣੇ ਬੱਚਿਆਂ ਦੇ ਵਿਆਹ ਕਰਵਾਉਣ। ਔਰ ਬੜੇ ਵਿਆਹ ਸ਼ਾਦੀਆਂ ਦੇਖ ਕੇ ਲੱਗਦਾ ਕਿ ਰਾਜੇ ਮਹਾਰਾਜਿਆਂ ਵਾਲੇ ਵਿਆਹ ਸ਼ਾਦੀਆਂ ਜੇ ਕਿਤੇ ਦੇਖਣੀਆਂ ਨੇ ਤੇ ਜਲੰਧਰ ਏਰੀਆ 'ਚ ਦੇਖੀਆਂ ਜਾਂਦੀਆਂ ਨੇ। ਇਹ ਪੈਲੇਸਿਸ ਤੇ ਵਿਆਹ ਕਰਵਾਉਣ ਦਾ ਰਿਵਾਜ ਵੀ ਜਲੰਧਰ ਏਰੀਆ ਤੋਂ ਹੀ ਸ਼ੁਰੂ ਹੋਇਆ ਸੀ। ਹਾਂਜੀ ਹਾਂਜੀ, ਜਲੰਧਰ ਦੀ ਦੇਖੋ ਇੱਕ ਤੇ ਹੈਗਾ ਕਿ ਜਿਹੜੇ NRIs ਨੇ ਇਹਨਾਂ ਦੀ ਪਰਚੇਜ਼ਿੰਗ ਪਾਵਰ ਇਹਨਾਂ ਦੀ, ਉਹ ਇਹ ਦੂਸਰਾ ਸ਼ੌਕ ਵੀ ਹੈਗਾ ਜਿਹੜਾ ਮੈਰਿਜ ਦੇ ਉੱਤੇ ਸਪੈਂਡ ਕਰਨ ਦਾ। ਤੁਸੀਂ ਦੇਖੋ ਕਿ ਜਲੰਧਰ ਦੇ ਵਿੱਚ ਬਹੁਤ ਬਾਈਪਾਸ ਦੇ ਉੱਤੇ ਜਿਹੜੇ ਮੈਰਿਜ ਪੈਲੇਸ ਬਣੇ ਨੇ, ਉਹ ਉਹਨਾਂ ਦੀ ਜਿਹੜੇ ਡਿਜ਼ਾਈਨ ਹੈ ਉਹ ਤੁਹਾਨੂੰ ਇਹੋ ਜਿਹੇ ਲੈਵਿਸ਼ ਡਿਜ਼ਾਈਨ ਤੁਹਾਨੂੰ ਕਿਤੇ ਨਹੀਂ ਮਿਲਣਗੇ। ਈਵਨ ਕੁਝ ਡਿਜ਼ਾਈਨ ਫ੍ਰੈਂਚ ਨੂੰ ਦੇ ਆਰਕੀਟੈਕਟ ਨੂੰ ਵੀ ਮਾਤ ਦਿੰਦੇ ਨੇ, ਜਿਹੜੇ ਅੰਦਰ ਉਹਨਾਂ ਦੀ ਇੰਟੀਰੀਅਰ ਦੇਖੋ ਭਾਵੇਂ। ਔਰ ਉਹਨਾਂ ਦੇ ਵਿੱਚ ਟ੍ਰੈਡੀਸ਼ਨਲ ਟੱਚ ਵੀ ਹੈਗਾ, ਜਿੱਦਾਂ ਹਵੇਲੀ ਵਾਲਿਆਂ ਨੇ ਬਣਾਇਆ ਔਰ ਕੁਝ ਟ੍ਰੈਡੀਸ਼ਨਲ ਟੱਚ ਹੈਗਾ, ਔਰ ਸਾਨੂੰ ਆਪਣੀ ਟ੍ਰੈਡੀਸ਼ਨ ਦੇ ਨਾਲ ਵੀ ਜੋੜਦੇ ਨੇ। ਇਟਸ ਅ ਕਾਈਂਡ ਆਫ ਮਿਊਜ਼ੀਅਮ ਪਲੱਸ ਫਨ ਪਾਰਕ ਆਲਸੋ। ਆਉਣ ਦੀ ਜਗ੍ਹਾ ਚੰਗੀ ਹੈ, ਪਰ ਉਹਦੇ ਨਾਲ ਉਹ ਜਿਹੜਾ ਟ੍ਰੈਡੀਸ਼ਨਲ ਟੱਚ ਹੈ, ਜੇ ਤੁਸੀਂ ਕਦੀ ਜਾਓ ਹਵੇਲੀ 'ਚ ਸ਼ਾਮ ਦਾ ਪ੍ਰੋਗਰਾਮ ਹੁੰਦਾ ਉੱਥੇ, ਬਿਲਕੁਲ ਉਹਨਾਂ ਨੇ ਆਪਣੇ ਆਰਟਿਸਟ ਰੱਖੇ ਨੇ ਜਿਹੜੇ ਕਿ ਬੜੀ ਤੁਹਾਨੂੰ ਪੰਜਾਬ ਦੀ ਕਿਸੇ ਹੋਰ ਜਗ੍ਹਾ ਨਹੀਂ ਮਿਲੇਗਾ। ਉਸ ਹਵੇਲੀ ਨੂੰ ਦੇਖ ਕੇ ਹੁਣ ਦਿੱਲੀ 'ਚ ਕਿੰਨੀਆਂ ਹਵੇਲੀਆਂ ਹੋਰ ਵੀ ਖੁੱਲ੍ਹੀਆਂ ਨੇ। ਨਗਾਰਾ ਟੀਵੀ ਤੁਸੀਂ ਵੇਖ ਰਹੇ ਹੋ ਜੀ, ਨਗਾਰਾ ਟੀਵੀ ਦੇ ਨਾਲ ਜੁੜੇ ਹੋਏ ਹੋ ਫੇਸਬੁੱਕ ਦੇ ਥਰੂ ਔਰ ਉਸ ਦੇ ਨਾਲ YouTube ਦੇ ਥਰੂ, ਤੇ ਡਿਫਰੈਂਟ IP ਬਾਕਸਿਸ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਜੁੜ ਜਾਂਦੇ ਹੋ। ਖਾਸ ਚੀਜ਼ ਜੀ ਜਲੰਧਰ ਦੀ ਜਿਹੜੀ ਮੈਂ ਜ਼ਰੂਰ ਤੁਹਾਡੇ ਸਾਹਮਣੇ ਦੱਸ ਰਿਹਾ ਜੀ, ਨਾਲ ਤੁਹਾਨੂੰ ਬਿਲਕੁਲ ਡਿਸਪਲੇ ਵੀ ਕੀਤਾ ਜਾ ਰਿਹਾ। ਜਲੰਧਰ ਸ਼ਹਿਰ ਦੇ ਵਿੱਚ ਕਿਹੜੀ ਚੀਜ਼ ਨਹੀਂ ਮਿਲਦੀ, ਇੱਕ ਥੋੜ੍ਹੇ ਜਿਹੇ ਡਿਸਟੈਂਸ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਪਰਚੇਜ਼ ਕਰ ਸਕਦੇ ਹੋ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਫੈਸਿਲਿਟੀ ਅਵੇਲੇਬਲ ਨਹੀਂ ਹੋ ਸਕਦਾ, ਲੁਧਿਆਣਾ ਦੇ ਵਿੱਚ ਹੋਵੇ, ਅੰਮ੍ਰਿਤਸਰ ਦੇ ਵਿੱਚ ਹੋਵੇ, ਪਰ ਇਸ ਤੋਂ ਇਲਾਵਾ ਬਾਕੀ ਸ਼ਹਿਰਾਂ 'ਚ ਨਹੀਂ ਮਿਲੇਗੀ। ਮੈਡੀਕਲ ਫੈਸਿਲਿਟੀ ਦੇਖ ਲਓ,
ਡੀਏਵੀ ਕਾਲਜ ਲੰਘ ਜਾਓ, ਡੀਏਵੀ ਕਾਲਜ ਤੋਂ ਬਾਅਦ ਵਰਕਸ਼ਾਪ ਚੌਂਕ ਆ ਜਾਂਦਾ, ਵਰਕਸ਼ਾਪ ਚੌਂਕ ਤੋਂ ਸ਼ੁਰੂ ਹੋ ਕੇ ਜਲੰਧਰ ਦੇ ਬੱਸ ਸਟੈਂਡ ਨੂੰ ਟੱਪ ਜਾਓ, ਆਲੇ ਦੁਆਲੇ ਜਿੰਨੇ ਮੈਡੀਕਲ ਫੈਸਿਲਿਟੀ ਨੇ, ਸਪੈਸ਼ਲਿਟੀ ਵਾਲੇ ਹਸਪੀਟਲ ਨੇ, ਸ਼ਾਇਦ ਹੀ ਕਿਸੇ ਹੋਰ ਸ਼ਹਿਰ 'ਚ ਲੱਭਣ ਕੰਟੀਨਿਊਸਲੀ ਇੰਨੇ ਕੰਟੀਨਿਊਸਲੀ। ਤੇਜਾ ਸਾਹਿਬ, ਇਹ ਹੈਰਾਨੀ ਵਾਲੀ ਗੱਲ ਹੈ, ਅੱਜ ਤੋਂ ਨਹੀਂ ਕਾਫੀ ਸਾਲਾਂ ਤੋਂ ਨੇ। ਇਸ ਤੋਂ ਇਲਾਵਾ ਜੇ ਅਸੀਂ ਜਾਂਦੇ ਹਾਂ ਕਿਸੇ ਚੀਜ਼ ਦੀ ਸ਼ਾਪਿੰਗ ਕਰਨ ਜਾਂਦੇ ਹਾਂ, ਘਰ ਦਾ ਸਮਾਨ ਖਰੀਦਣ ਜਾਂਦੇ ਹਾਂ, ਜਾਂ ਐਜ਼ ਏ NRI ਕੋਈ ਸ਼ਾਪਿੰਗ ਕਰਨ ਜਾਂਦੇ ਹਾਂ, ਕਿੰਨੇ ਬਾਜ਼ਾਰ ਨੇ ਜਿਹੜੇ ਬਿਲਕੁਲ ਨਜ਼ਦੀਕ ਨਜ਼ਦੀਕ ਹੀ ਨੇ। ਇਹ ਨਹੀਂ ਇੱਕ ਚੀਜ਼ ਮਿਲਦੀ ਹੈ, ਦੁਕਾਨਦਾਰ ਆਪ ਹੀ ਦੱਸ ਦਿੰਦਾ। ਭਾਟੀਆ ਸਾਹਿਬ ਦੱਸ ਦੇਣਗੇ ਜੀ ਨਾਲ ਦੀ ਦੁਕਾਨ ਤੋਂ ਤੁਹਾਨੂੰ ਗਰੋਸਰੀ ਦਾ ਸਮਾਨ ਮਿਲ ਜਾਣਾ ਹੈ। ਤੇ ਜੇ ਤੁਹਾਨੂੰ ਭੁੱਖ ਲੱਗ ਗਈ ਹੈ ਤੇ ਇੱਕ ਕਾਰਨਰ ਸਟੋਰ ਮਿਲ ਜਾਏਗਾ, ਉੱਥੇ ਜੀ ਇੱਕ ਪਕੌੜਿਆਂ ਵਾਲਾ, ਮੈਂ ਸ਼ਾਇਦ ਸਾਡੇ ਸਰੋਤੇ ਮੇਰੀ ਗੱਲ ਸੁਣ ਕੇ ਹੱਸਣਗੇ, ਮੂੰਹ 'ਚ ਪਾਣੀ ਆ ਜਾਂਦਾ ਜੀ, ਐਡੀ ਦੂਰ 7 ਸਮੁੰਦਰ ਦੂਰ ਤੇਜਾ ਸਾਹਿਬ, ਉੱਥੇ ਇੰਨੀ ਤਰ੍ਹਾਂ ਦੇ ਪਕੌੜੇ, ਫਿਰ 25 ਕਿ 30 ਤਰ੍ਹਾਂ ਦੇ ਪਕੌੜੇ ਹੋਣਗੇ ਜੀ, ਔਰ ਉੱਥੇ ਲਾਈਨ ਲੱਗੀ ਹੁੰਦੀ ਹੈ। ਜਲੰਧਰ ਦੀ ਇਹ ਖਾਸ ਚੀਜ਼ ਹੈ। ਜਲੰਧਰ 'ਚ ਰੇਹੜੀ ਮਾਰਕੀਟ ਵੀ ਹੋਏਗੀ, ਉੱਥੇ ਵੀ ਲੋਕ ਆਪਣੀ ਕਾਰਾਂ ਖੜੀਆਂ ਕਰਕੇ ਵੇਟ ਕਰ ਰਹੇ ਹੋਣਗੇ। ਮੈਂ ਸਬਜ਼ੀ ਮੰਡੀ, ਪੁਰਾਣੇ ਜਿਹੜੀ ਸਬਜ਼ੀ ਮੰਡੀ ਹੈ ਜਿਹਨੂੰ ਪਟੇਲ ਚੌਂਕ ਵਾਲਾ ਇਲਾਕਾ ਵੀ ਕਹਿੰਦੇ ਨੇ, ਉੱਥੇ ਇੱਕ ਰੇਹੜੀ ਤੇ ਕਬਾਬ ਵਾਲਾ ਜੀ, ਉਹ ਬ੍ਰੈਡ ਦੇ ਵਿੱਚ ਲਾ ਕੇ ਦਿੰਦਾ ਸੀ। ਮੈਂ ਹੈਰਾਨ ਸੀ ਕਿ ਲਾਈਨ ਸਿਰ ਕਾਰਾਂ ਲੱਗੀਆਂ ਸੀ। ਇੱਕ ਛੋਟਾ ਜਿਹਾ ਮੁੰਡੂ ਆਉਂਦਾ ਜੀ, ਹੁਣ ਮੁੰਡੂ ਕੀ ਕਰਦਾ ਜੀ, ਕਾਰਾਂ ਦੇ ਵਿੱਚ ਲੋਕਾਂ ਨੂੰ ਹਾੜਾ ਲਾਉਣ ਦਾ ਉੱਥੇ ਸ਼ੌਂਕ ਹੈ। ਜਲੰਧਰ, ਅੰਮ੍ਰਿਤਸਰ ਇੱਕ ਖਾਸ ਤਰ੍ਹਾਂ ਦਾ ਸ਼ੌਂਕ ਹੈ। ਵੈਸੇ ਕੈਨੇਡਾ ਵੀ ਬੜਾ ਸ਼ੌਂਕ ਹੈ ਜੀ। ਇੱਥੇ ਜਿੱਥੇ ਹੀ ਬੈਠੇ ਆ ਜੀ ਤੇਜਾ ਜੀ, ਰੈਸਟੋਰੈਂਟਾਂ ਦੇ ਬਾਹਰ ਲੋਕੀ ਆਪਣੇ ਪਿੱਕੇ ਕੰਸਟਰਕਸ਼ਨ ਦਾ ਕੰਮ ਕਰਕੇ ਆਏ, ਪਿੱਕਿਆਂ 'ਚ ਬਹਿ ਕੇ ਉਹਨਾਂ ਨੂੰ ਪਤਾ ਨਹੀਂ ਇੱਦਾਂ ਜ਼ਿਆਦਾ ਸਪੈਸ਼ਲ ਆਨੰਦ ਆਉਂਦਾ। ਇਹ ਕੋਈ ਖਾਸ ਹੀ ਹੈ ਜੀ, ਇਹ ਜਾ ਨਹੀਂ ਰਹੀ, ਬਲੱਡ 'ਚ ਹੀ ਆ ਗਈ ਹੈ, ਪਰ ਇਹ ਜਲੰਧਰ ਦੇ ਵਿੱਚ ਆਮ ਦੇਖੀ ਜਾਂਦੀ ਹੈ। ਪੁਲਿਸ ਵਾਲਿਆਂ ਨੂੰ ਲੱਗਦਾ ਉਹਨਾਂ ਦਾ ਮਹੀਨਾ ਚੱਲਦਾ। ਕਮਾਲ ਹੁੰਦਾ ਵੀ ਇੱਕ ਰੇਹੜੀ ਤੇ ਆ ਕੇ ਬੰਦਾ ਕਿੰਨੀ ਕੁ ਕਮਾਈ ਕਰ ਜਾਂਦਾ ਹੋਵੇਗਾ ਇੱਕ ਵਧੀਆ ਵੱਡੇ ਰੈਸਟੋਰੈਂਟ ਵਾਂਗ। ਤੇ ਜਦੋਂ ਅਸੀਂ ਜਿਹੜੀ GT ਰੋਡ ਦੀ ਗੱਲ ਕਰਦੇ ਹਾਂ, ਉੱਥੇ ਮਿੰਨੀ ਕਬਾਬ, ਚਿਕ ਬੜੇ ਹੀ ਮਸ਼ਹੂਰ ਨੇ। ਕਈ ਸਾਲ ਹੋ ਗਏ ਨੇ ਜੀ ਮੈਨੂੰ ਉੱਥੇ ਜਾਂਦਿਆਂ ਵੇਖਦਿਆਂ। ਮੈਂ ਹੈਰਾਨ ਹਾਂ ਜੀ ਜਲੰਧਰ ਦੀ, ਖਾਸ ਕਰ ਸ਼ਾਮ ਨੂੰ ਕੋਈ ਜ਼ਰੂਰਤ ਨਹੀਂ ਜੀ ਕਿਸੇ ਨੂੰ ਘਰ ਖਾਣਾ ਬਣਾਉਣ ਦੀ, ਕੋਈ ਗੈਸਟ ਆ ਜਾਏ ਇਮੀਡੀਏਟਲੀ ਤੁਸੀਂ ਉੱਥੇ ਖਾਣਾ ਮੰਗਾ ਸਕਦੇ। ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਪੰਜਾਬ ਦੇ ਵਿੱਚ ਤਾਂ ਜੀ ਖਾਣ ਨੂੰ ਕੁਛ ਨਹੀਂ, ਇੱਥੇ ਆ ਕੇ ਪ੍ਰਚਾਰ ਵੀ ਕਰਦੇ ਨੇ, ਕਈ ਮੀਡੀਆ ਆਊਟਲੈਟ ਤੇ ਵੀ ਜਾ ਕੇ। ਤੇਜਾ ਜੀ ਤੁਸੀਂ ਸੁਣਿਆ ਵੀ ਹੋਣਾ, ਬੁਰਾ ਹੀ ਹਾਲ ਹੈ ਜੀ ਸਾਡਾ, ਬਹੁਤ ਮੰਦਾ ਹਾਲ ਸੀ। ਪਰ ਜਲੰਧਰ 'ਚ ਰਹਿ ਕੇ ਮੈਨੂੰ ਤਾਂ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਜਲੰਧਰ ਕਿਸੇ ਪਾਸੋਂ ਕਿਸੇ ਵੈਸਟਰਨ ਕੰਟਰੀ ਤੋਂ ਘੱਟ ਹੈ ਜੀ। ਉਹ ਜਲੰਧਰ ਦੇ ਵਿੱਚ ਖਾਸ ਚੀਜ਼ ਦੱਸੀ ਜੀ, ਵੈਸਟਰਨ ਲੋਕ ਕਿੰਨੇ ਮਿਲਣਗੇ, ਜਿੰਨੇ ਜ਼ਿਆਦਾ ਤੁਹਾਨੂੰ NRI ਜਲੰਧਰ 'ਚ ਤੁਰੇ ਫਿਰੇ ਮਿਲਦੇ ਨੇ ਜੀ, ਇੰਜੋਏ ਕਰਦੇ ਜਾਂਦੇ ਨੇ, ਇੱਕ ਅਲੱਗ ਤਰ੍ਹਾਂ ਉਹਨਾਂ ਦੇ ਚਿਹਰੇ 'ਚ ਖੁਸ਼ੀ ਹੁੰਦੀ ਹੈ, ਉਹ ਸ਼ਾਇਦ ਹੀ ਕਿਸੇ ਦੇ ਕੋਲ ਹੋਵੇ। ਬਿਲਕੁਲ ਜੀ, ਬਿਲਕੁਲ। ਚੀਮਾ ਸਾਹਿਬ, ਉੱਥੇ ਇੱਕ ਕੈਂਟ ਦੇ ਵਿੱਚ ਜਵਾਲੀ ਪਕੌੜਿਆਂ ਵਾਲਾ ਹੈ, ਉਹ ਉਹਦੀ ਜਿਹੜੀ ਰੈਸਿਪੀ ਹੈ, ਦੇਖੋ ਉਹ ਕਿਉਂਕਿ ਮੈਂ ਕੈਂਟ 'ਚ ਕਾਫੀ ਰਿਹਾ, ਮੇਰੇ ਫਾਦਰ ਆਰਮੀ 'ਚ ਸੀ। ਉਹ ਜਵਾਲੀ ਪਕੌੜੀਆਂ ਵਾਲਾ ਤੇ ਲਵਲੀ ਜਿਹੜਾ ਸਵੀਟ ਹੈ, ਦੇਖੋ ਇਹ ਜਿਹੜੀ ਹੁਣ ਲਵਲੀ ਯੂਨੀਵਰਸਿਟੀ ਬਣੀ ਹੈ, ਇਹ ਮੇਰੇ ਕਲਾਸਮੇਟ ਹੀ ਹੈ ਜਿਹੜੇ ਉਹਨਾਂ ਦੇ ਵਾਈਸ ਚਾਂਸਲਰ ਨੇ, ਅਸ਼ੋਕ ਮਿੱਤਲ। ਇਹਨਾਂ ਦੀ ਜਿਹੜੀ ਲਵਲੀ ਸਵੀਟ ਵਾਲੀ ਦੁਕਾਨ ਸੀ, ਅਸੀਂ ਇਕੱਠੇ 10th ਪੜ੍ਹੇ ਨੇ ਕੈਂਟ 'ਚ ਸੀ। ਇਹ ਜਿਹੜਾ ਸੀ ਲਵਲੀ ਸਵੀਟ ਜਿਹੜੀ ਫੈਮਿਲੀ ਹੈ, ਜੁਆਇੰਟ ਫੈਮਿਲੀ ਹੈ, ਉਹਨਾਂ ਦੀ ਲਵਲੀ ਆਟੋਜ਼ ਵੀ ਹੈ ਤੇ ਯੂਨੀਵਰਸਿਟੀ ਵੀ ਹੈਗੀ ਹੈ। ਇਹ ਫੈਮਿਲੀ ਮਾਰਵਾੜੀ ਫੈਮਿਲੀ ਹੈ, ਔਰ ਇਹਨਾਂ ਦੀ ਪ੍ਰੋਗਰੈਸ ਦੇਖੋ ਕਿੰਨੀ ਜ਼ਬਰਦਸਤ ਹੈ ਕਿ ਇੱਕ ਸਵੀਟ ਸ਼ਾਪ ਦੇ ਵਿੱਚੋਂ ਉਹਨਾਂ ਆਟੋਮੋਬਾਈਲ ਔਰ ਯੂਨੀਵਰਸਿਟੀ ਤੱਕ ਪਹੁੰਚਿਆ। ਔਰ ਇਸ ਫੈਮਿਲੀ ਦੀ ਯੂਨੀਕਨੈਸ ਹੈਗੀ ਹੈ ਕਿ ਇਹ ਅਜੇ ਵੀ ਜੁਆਇੰਟ ਉਸੇ ਘਰ 'ਚ ਰਹਿ ਰਹੇ ਨੇ, ਕੈਂਟ 'ਚ, ਉਸੇ ਘਰ 'ਚ, ਸੇਮ ਘਰ 'ਚ। ਪਹਿਲਾਂ ਬੱਸ ਸਟੈਂਡ ਹੁੰਦਾ ਸੀ ਕੈਂਟ, ਉਹਦੇ ਨਾਲ ਹੀ ਇਹਨਾਂ ਦਾ ਘਰ ਹੈ, ਅਜੇ ਵੀ ਉੱਥੇ ਰਹਿੰਦੇ ਨੇ, ਡਾਊਨ ਟੂ ਅਰਥ ਲੋਕ ਨੇ। ਸੋ ਇਹ ਜਿਹੜੀ, ਔਰ ਜਿਹੜੀ ਹੁਣ ਯੂਨੀਵਰਸਿਟੀ ਬਣ ਗਈ ਲਵਲੀ ਯੂਨੀਵਰਸਿਟੀ ਨੇ ਕੀ ਕੀਤਾ, ਆਲ ਓਵਰ ਇੰਡੀਆ ਤੋਂ ਵਿੱਚ ਸਟੂਡੈਂਟਸ ਨੂੰ ਇੱਥੇ ਆ ਗਏ, ਔਰ ਈਵਨ ਫੋਰਨ ਤੋਂ ਵੀ, ਈਵਨ ਅਫਰੀਕਾ ਤੋਂ ਵੀ ਸਟੂਡੈਂਟਸ ਆ ਕੇ ਹੁਣ ਕੀ ਹੋ ਗਏ ਨੇ, ਜਲੰਧਰ 'ਚ ਜਿੱਥੇ ਮੈਂ ਜਿਹੜੀ ਕਾਲਜ 'ਚ ਰਹਿੰਦਾ ਉੱਥੇ PG ਹੋ ਗਏ ਨੇ, ਪੇਇੰਗ ਗੈਸਟ ਉਹਨਾਂ ਨੂੰ ਕਹਿੰਦੇ, ਨਵੀਂ ਟਰਮ ਹੈ PG। ਤੇ ਜਲੰਧਰ ਕਾਫੀ ਤਰੱਕੀ 'ਚ ਤੇਜਾ ਜੀ, ਜਲੰਧਰ ਕਾਫੀ ਤਰੱਕੀ ਕਰ ਗਿਆ, ਬਹੁਤ ਸਾਰੇ ਸ਼ਾਪਿੰਗ ਪਲਾਜ਼ਾ ਵੀ ਬਣ ਗਏ। ਮੈਂ ਅੱਜ ਖੁਦ ਗੂਗਲ ਕਰਕੇ ਦੇਖ ਰਿਹਾ ਸੀ, ਜਲੰਧਰ ਦੇ ਬਹੁਤ ਸਾਰੇ ਪਲਾਜ਼ਾ, ਬਹੁਤ ਸਾਰੇ ਨਵੇਂ ਨਾਮ ਵੀ ਜੁੜ ਚੁੱਕੇ ਨੇ ਜਿਨ੍ਹਾਂ ਬਾਰੇ ਸ਼ਾਇਦ ਮੈਨੂੰ ਇਲਮ ਨਾ ਹੋਵੇ। ਸਾਡੇ ਜਿਹੜੇ ਸੁਣ ਰਹੇ ਨੇ ਵਿਊਅਰਸ ਹੋਣ ਜਾਂ ਦੇਖ ਰਹੇ ਨੇ ਵਿਊਅਰਸ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਬਾਰੇ ਪਤਾ ਹੋਵੇਗਾ ਜਲੰਧਰ ਨੇ ਕਿੰਨੀ ਤਰੱਕੀ ਕਰ ਲਈ। ਜਲੰਧਰ 'ਚ DAV ਯੂਨੀਵਰਸਿਟੀ ਵੀ ਬਣ ਚੁੱਕੀ ਹੈ। ਜਲੰਧਰ ਦੇ ਬਾਕੀ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਾਲ ਵੀ ਕਨੈਕਟਰ ਨੇ। ਜਲੰਧਰ ਐਜੂਕੇਸ਼ਨ ਦਾ ਵੀ ਹੱਬ ਰਿਹਾ, ਜਿਸ ਤਰ੍ਹਾਂ ਅਸੀਂ ਇਸ ਬਾਰੇ ਕਵਰ ਕਰਤਾ। ਉੱਥੇ ਬੜੇ ਮਸ਼ਹੂਰ ਕਾਲਜ, ਦੁਆਬਾ ਕਾਲਜ, ਲੈਲਪੁਰ ਖਾਲਸਾ ਕਾਲਜ, DAV ਕਾਲਜ, ਇਸ ਤੋਂ ਇਲਾਵਾ ਇੰਜੀਨੀਅਰਿੰਗ ਕਾਲਜ ਨੇ। ਜਲੰਧਰ ਐਜੂਕੇਸ਼ਨ ਦੇ ਫੀਲਡ 'ਚ ਬਹੁਤ ਵਧੀਆ ਰਿਹਾ। ਲੜਕੀਆਂ ਦੇ ਦੋਨੋਂ ਕਾਲਜ, HMB, KMB, ਇਸ ਤੋਂ ਇਲਾਵਾ SD ਕਾਲਜ, ਹੋਰ ਵੀ ਕਾਲਜ ਹੋਣਗੇ। APJ ਕਾਲਜ ਵੀ ਬਹੁਤ ਅੱਛਾ ਹੈ, ਮੈਂ ਸ਼ਾਇਦ ਕੁਝ ਕਾਲਜ ਭੁੱਲ ਵੀ ਗਿਆ ਹੋਵਾਂ। ਇਸ ਤੋਂ ਇਲਾਵਾ ਇੰਜੀਨੀਅਰਿੰਗ ਕਾਲਜ ਜਿਸ ਜ਼ਮਾਨੇ ਅਸੀਂ ਸੀ ਉਸ ਜ਼ਮਾਨੇ ਤਾਂ ਨਹੀਂ ਸੀ, ਪਰ ਹੁਣ ਤਾਂ ਕਾਫੀ ਜ਼ਿਆਦਾ ਖੁੱਲ ਚੁੱਕੇ ਨੇ।
हाँ जी, रीजनल सेंटर जो जलंधर बनया जी, पहला मैं जो लॉ की उदो रीजनल सेंटर होंदा सी मिंटू गुमरी कॉलेज, हुण वो लद्देवाड़ी च सैपरेट एक यूनिवर्सिटी समझ लो, वो रीजनल सेंटर बन गया जिहदे LLM भी हैगी आ और LLB तो पहला भी हैगी 3 ईयर और 5 ईयर। तो जलंधर जो एजुकेशनली बहुत आ जी हुण DAV यूनिवर्सिटी बनी है हुशियारपुर रोड के उत्ते, वो और इतना ही APJ वाले भी अपना उन्होंने भी एक्सपैंड कर लिया। APJ जो इंडिया के मतलब पंजाब के स्कूल है जिथे म्यूजिक की भी MA होंगी है। ਖਾਸ ਹੀ ਜਲੰਧਰ ਦੀ ਜਿਹੜੀ ਇੰਡਸਟਰੀ ਦੇ ਮਾਮਲੇ ਚ ਕਰਦੇ ਆਟੋਮੋਬਾਈਲ ਇੰਡਸਟਰੀ ਮੀਨਸ ਕਿ ਅਸੀਂ ਮੋਬਾਈਲ ਖਰੀਦਦੇ ਹਾਂ, ਬਹੁਤ ਸਾਰੀ ਏਜੰਸੀਜ਼ ਆ ਗਈਆਂ, 2 ਵੀਲਰ ਤੋਂ ਲੈ ਕੇ 4 ਵੀਲਰ ਤੱਕ, ਰਿਪੇਅਰਸ ਫੈਸਿਲਿਟੀ ਬਹੁਤ ਅੱਛੀ ਹੈ। ਆਟੋ ਬਾਡੀ ਸ਼ਾਪ ਜਿੱਦਾਂ ਇੱਥੇ ਕਹਿੰਦੇ ਨੇ ਕੈਨੇਡਾ ਦੇ ਵਿੱਚ, ਜਿਸ ਤਰ੍ਹਾਂ ਉੱਥੇ ਐਕਸੀਡੈਂਟ ਕਿਸੇ ਦਾ ਵੀ ਹੋ ਜਾਏ, ਡੈਂਟਿੰਗ ਪੇਂਟਿੰਗ ਵਾਲੇ ਸਿੰਪਲ ਲੈਂਗੁਏਜ ਉੱਥੇ ਇਹ ਕਿਹਾ ਜਾਂਦਾ, ਐਕਸੀਡੈਂਟ ਹੋਇਆ ਨਹੀਂ ਨਾਲ ਹੀ ਦੱਸ ਦੇਣਗੇ ਬੰਦੇ ਉੱਥੇ ਆ ਫਲਾਨੀ ਦੁਕਾਨ ਤੇ ਚਲਾ ਜਾਈ, ਨਾਲੋਂ ਨਾਲ ਸਾਰਾ ਸਮਾਨ ਮਿਲ ਜਾਂਦਾ ਜੀ। ਰਿਪੇਅਰ ਦਾ ਇਹ ਨਹੀਂ ਕਿ ਆਹ ਪਾਰਟ ਤੁਹਾਨੂੰ ਜਰਮਨ ਤੋਂ ਮੰਗਾਉਣਾ ਪਏਗਾ, ਆਹ ਪਾਰਟ ਤੁਹਾਨੂੰ ਇਟਲੀ ਤੋਂ ਮੰਗਾਉਣਾ ਪਏਗਾ, ਆਹ ਪਾਰਟ ਤੁਹਾਨੂੰ US ਤੋਂ ਮੰਗਾਉਣਾ ਪਏਗਾ। ਸਾਰੇ ਪਾਰਟ ਅਵੇਲੇਬਲ ਨੇ ਜੀ ਜਲੰਧਰ ਦੇ ਵਿੱਚ। ਬਸ ਦੂਜੇ ਤੀਜੇ ਦਿਨ ਗੱਡੀ ਡੈਂਟਡ ਪੇਂਟਡ ਹੋ ਕੇ ਤੁਹਾਨੂੰ ਮਿਲ ਜਾਂਦੀ ਹੈ। ਇੰਸ਼ੋਰੈਂਸ ਵਾਲਾ ਆਪੇ ਆ ਕੇ ਜੋ ਮੀਨ ਮੇਕ ਕਰਕੇ ਪੇਪਰ ਵਰਕ ਕਰਕੇ ਜਿੰਨੇ ਕੋਈ ਪੈਸੇ ਲੱਗਣੇ ਸੀ ਉਹ ਸਾਰੇ ਦਾ ਚੈੱਕ ਬਣ ਜਾਂਦਾ। ਬਹੁਤ ਵਧੀਆ ਤਰੀਕਾ ਹੈ। ਮੈਂ ਜਲੰਧਰ ਦੇ ਵਿੱਚ ਇਹ ਚੀਜ਼ ਦੇਖੀ ਕਿ ਸਾਰੇ ਕੰਮ ਇਨ ਹਾਊਸ ਹੋ ਜਾਂਦੇ। ਇਨ ਹਾਊਸ ਮੀਨਸ ਕਿ ਲਾਗੇ ਜਾਗੇ ਹੋ ਜਾਂਦੇ ਨੇ। ਬੰਦੇ ਨੂੰ ਇਹ ਨਹੀਂ ਕਿ ਇੱਕ ਕੰਮ ਕਰਾਉਣ ਲਈ ਉਹਨੂੰ ਜਾਣਾ ਪਏਗਾ ਦਿੱਲੀ, ਇੱਕ ਕੰਮ ਕਰਾਉਣ ਲਈ ਉਹਨੂੰ ਹੁਸ਼ਿਆਰਪੁਰ ਜਾਣਾ ਪਏਗਾ, ਇੱਕ ਕੰਮ ਲਈ ਉਹਨੂੰ ਪਠਾਨਕੋਟ ਜਾਣਾ ਪਏਗਾ। ਸਾਰਾ ਕੰਮ ਜਲੰਧਰ ਦੇ ਕਲੋਜ਼ ਸਰਕਟ ਏਰੀਆ ਵਿੱਚ ਵੀ ਹੋ ਜਾਏਗਾ। ਐਡਮਿਨਿਸਟ੍ਰੇਸ਼ਨ ਦੀ ਗੱਲ ਦੱਸਦੀ ਹੈ ਜੀ ਤੇਜਾ ਜੀ, ਉੱਥੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿੰਨੇ ਵੀ ਦਫ਼ਤਰ ਨੇ ਉਹਨਾਂ ਦਾ ਕੰਮ ਕਾਜ ਦੂਜੇ ਜ਼ਿਲ੍ਹਿਆਂ ਦੇ ਨਾਲ ਜੇ ਅਸੀਂ ਮੁਕਾਬਲਾ ਕਰੀਏ ਤੇ ਫਾਸਟ ਟਰੈਕ 'ਚ ਹੁੰਦਾ ਹੈ, ਕਿਉਂਕਿ ਜਲੰਧਰ NRI ਦਾ ਹੱਬ ਹੈ। NRI ਨੂੰ ਕਾਹਲੀ ਹੁੰਦੀ ਹੈ ਤੇ ਉਸੇ ਫੇਸ ਤੇ ਪਬਲਿਕ ਦਾ ਕੰਮ ਵੀ ਬੜੀ ਤੇਜ਼ੀ ਨਾਲ ਹੁੰਦਾ ਹੈ। ਜਲੰਧਰ ਦੇ ਵਿੱਚ ਤਾਂ ਹਸਪਤਾਲਾਂ ਦੀ ਗੱਲ ਤੇ ਕਰ ਹੀ ਲਈ, ਸਪੋਰਟਸ ਦੀ ਵੀ ਗੱਲ ਕਰ ਲਈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿੰਨੀਆਂ ਕੋ ਯਾਦ ਆ ਰਹੀਆਂ ਜੀ ਨਗਾਰਾ TV ਤੇ ਜੀ ਜਰਾ ਹਟ ਕੇ ਪ੍ਰੋਗਰਾਮ ਦੇ ਵਿੱਚ ਕੀਤੀਆਂ ਜਾ ਰਹੀਆਂ। ਸ਼ਹਿਰਾਂ ਚੋਂ ਸ਼ਹਿਰ ਜਲੰਧਰ 'ਚ। हाँ जी, ਤੁਸੀਂ ਜਲੰਧਰ ਦੇ ਵਿੱਚ ਇੱਕ ਤੇ ਰੇਡੀਓ ਸਟੇਸ਼ਨ ਦੀ ਗੱਲ ਕੀਤੀ, ਬੜਾ ਪੁਰਾਣਾ ਰੇਡੀਓ ਸਟੇਸ਼ਨ ਹੈ ਜਲੰਧਰ। ਇੱਕ ਰੇਡੀਓ ਮਾਰਕੀਟ ਵੀ ਹੈਗੀ ਜਿਮਾ ਸਾਹਿਬ, ਰੇਲਵੇ ਰੋਡ ਦੇ ਉੱਤੇ। ਬਿਲਕੁਲ ਜੀ, ਜੇ ਕਦੇ ਤੁਸੀਂ ਉੱਥੇ ਜਾਣ ਦਾ ਮੌਕਾ ਮਿਲੇ ਤੇ ਤੁਹਾਨੂੰ ਪਾਓਗੇ ਕਿ ਕਿਸੇ ਟਾਈਮ, ਕਿਉਂਕਿ ਰੇਡੀਓ ਹੀ TV ਤੋਂ ਪਹਿਲਾਂ ਰੇਡੀਓ ਹੀ ਇੰਪੋਰਟੈਂਟ ਹੁੰਦਾ ਸੀ। ਉਹ ਰੇਡੀਓ ਮਾਰਕੀਟ ਜਿਹੜੀ ਹੈ ਉੱਥੇ ਤੁਹਾਨੂੰ ਹਰ ਟਾਈਮ ਅਜੇ ਵੀ ਉਹ ਸਪੈਸ਼ਲਾਈਜ਼ਡ ਮਾਰਕੀਟ ਹੈ, ਰੇਲਵੇ ਰੋਡ ਦੇ ਉੱਤੇ ਹੈ। ਉੱਥੇ ਤੁਹਾਨੂੰ ਟਰਾਂਜ਼ਿਸਟਰ ਔਰ ਰੇਡੀਓ ਹਰ ਟਾਈਪ ਦਾ ਰੇਡੀਓ ਤੁਹਾਨੂੰ ਅਜੇ ਵੀ ਮਿਲ ਜਾਂਦਾ ਹੈ बड़े सस्ते ਦੇ ਵਿੱਚ ਔਰ ਬੜਾ ਬਹੁਤ ਵਧੀਆ। ਰੇਡੀਓ ਮਕੈਨਿਕ ਵੀ ਅੱਜ ਕੱਲ੍ਹ ਪੰਜਾਬ ਦੇ ਤੁਹਾਨੂੰ ਰੇਡੀਓ ਮਕੈਨਿਕ ਕਿਤੇ ਨਹੀਂ ਮਿਲੇਗਾ, ਕੋਈ ਖਤਮ ਹੋ ਚੁੱਕਿਆ ਮਕੈਨਿਕ ਵਾਲਾ ਕੰਮ। ਉਹ ਜਲੰਧਰ 'ਚ ਅਜੇ ਵੀ ਹੈਗੇ ਨੇ, ਥੋੜੇ ਰਹਿ ਗਏ ਨੇ, ਪਰ ਹੈ। ਇੱਕ ਜਲੰਧਰ ਦੇ ਵਿੱਚ ਹੋਰ ਚੀਜ਼ ਹੈ ਚੀਮਾ ਸਾਹਿਬ, ਇੱਕ ਰੇਡੀਓ ਕੋਠੀ ਹੈਗੀ, ਰੇਡੀਓ ਦੀ ਸ਼ੇਪ ਦੀ ਕੋਠੀ ਬਣੀ ਹੋਈ, ਬਹੁਤ ਪੁਰਾਣੀ ਹੈ। ਉਹ ਹੈਗੀ ਹੈ ਮਿਲਾਪ ਚੌਂਕ ਦੇ ਕੋਲ। ਰੇਡੀਓ ਉਹ ਕੋਠੀ ਜਦੋਂ ਬਣੀ ਬਿਲਕੁਲ ਰੇਡੀਓ ਦੇ ਸ਼ੇਪ ਦੇ ਵਿੱਚ ਬਣੀ ਹੋਈ ਹੈ, ਅਜੇ ਵੀ ਹੈਗੀ ਪੁਰਾਣੀ। ਕਮਾਲ ਦੀ ਗੱਲ ਹੈ ਜੀ। ਉਹ ਮਲਾਪ ਚੌਂਕ ਉਸ ਪੁਰਾਣੇ ਇਲਾਕੇ 'ਚ ਜਲੰਧਰ 'ਚ ਬਿਜਲੀ ਮਾਰਕੀਟ ਹੈ ਜੀ, ਸਿਰਫ ਬਿਜਲੀ ਦਾ ਸਮਾਨ ਮਿਲਦਾ, ਹੋਲਸੇਲ ਤੇ ਮਿਲਦਾ। ਇੱਦਾਂ ਹੀ ਪਾਈਪ ਫਿਟਿੰਗ ਦਾ ਭਗਤ ਸਿੰਘ ਚੌਂਕ ਵਾਲਾ ਇਲਾਕਾ ਦੇਖ ਲਓ ਤੇ ਪਾਈਪ ਫਿਟਿੰਗ ਦਾ ਸਮਾਨ ਮਿਲਦਾ, ਮੋਟਰ ਦਾ ਸਮਾਨ ਮਿਲਦਾ। ਮੰਡੀ ਰੋਡ ਦੀ ਗੱਲ ਕੀਤੀ ਜੀ, ਮੰਡੀ ਰੋਡ 'ਚ ਈਸਟ ਪੰਜਾਬ ਇਹ ਫਿਲਮ ਡਿਸਟਰੀਬਿਊਟਰ ਸਾਰੇ ਉੱਥੇ ਹੀ ਹੁੰਦੇ ਸੀ ਜੀ। ਉੱਥੋਂ ਹੀ ਸਾਰੇ ਵੱਡੇ ਪੋਸਟਰ ਬੈਨਰ ਬਣ ਕੇ ਪੂਰੇ ਪੰਜਾਬ, ਹਰਿਆਣਾ ਤੇ ਦਿੱਲੀ ਤੱਕ ਜਾਂਦੇ ਸੀ। ਮੰਡੀ ਰੋਡ ਬੜੀ ਮਸ਼ਹੂਰ ਸੀ ਜੀ। ਇਸੇ ਚੱਕਰ ਦੇ ਵਿੱਚ ਤੁਸੀਂ ਯਾਦ ਕਰਾਇਆ ਸੀ ਤੇ ਮੈਨੂੰ ਬਿਲਕੁਲ ਯਾਦ ਆ ਗਿਆ। ਮੰਡੀ ਰੋਡ ਤੋਂ ਹੀ ਮੂਵੀਜ਼ ਜਿਹੜੀਆਂ ਸੀ ਲੋਕ ਛੋਟੇ ਕਸਬਿਆਂ 'ਚ ਲੈ ਕੇ ਵੀ ਜਾਂਦੇ ਸੀ। ਹਾਂਜੀ ਚੀਮਾ ਸਾਹਿਬ, ਇੱਕ ਹੋਰ ਚੀਜ਼ ਤੁਹਾਡੀ ਮੈਂ ਐਡ ਕਰਦਾ, ਉਹ ਨਕੋਦਰ ਜਿਹੜਾ ਜਲੰਧਰ ਦੇ ਵਿੱਚ ਇੱਕ ਤਹਿਸੀਲ ਹੈ ਨਕੋਦਰ, ਉੱਥੇ ਹਿੰਦੁਸਤਾਨ ਦੇ ਵਿੱਚ ਜਿਹੜੇ ਪ੍ਰੋਜੈਕਟਰ ਇੰਡਸਟਰੀ ਸੀ, ਪ੍ਰੋਜੈਕਟਰ ਫਿਲਮਾਂ ਦੇ ਜਿਹੜੇ ਹੁੰਦੇ ਸੀ, ਹੁੰਦੇ ਚਲੋ ਪ੍ਰੋਜੈਕਟਰ ਵਾਲਾ ਕੰਮ ਨਹੀਂ ਹੁੰਦੇ, ਐਡਵਾਂਸ ਹੋ ਗਈ ਟੈਕਨੋਲੋਜੀ। ਪ੍ਰੋਜੈਕਟਰ ਜਿਹੜੇ ਸੀ ਉਹ ਇੰਡੀਆ ਦੇ ਵਿੱਚ ਨਕੋਦਰ 'ਚ ਬਣਦੇ ਸੀ। ਇਹ ਮੈਨੂੰ ਮੇਰੇ ਇੱਕ ਦੋਸਤ ਇੰਡਸਟਰੀਅਲਿਸਟ ਤੇ ਉਹਨੇ ਮੈਨੂੰ ਇਹ ਗੱਲ ਦੱਸੀ ਤੇ ਮੈਨੂੰ ਇਹ ਮੇਰੀ ਮਤਲਬ ਨੌਲੇਜ ਦੇ ਵਿੱਚ ਐਡ ਹੋਈ ਕਿ ਨਕੋਦਰ ਵਾਜ਼ ਨੋਨ ਫਾਰ ਪ੍ਰੋਜੈਕਟਰ ਇੰਡਸਟਰੀ। ਮੂਵੀਆਂ ਦੇ ਜਿਹੜੇ ਥੀਏਟਰਾਂ 'ਚ ਪ੍ਰੋਜੈਕਟਰ ਚੱਲਦੇ ਸੀ ਉਹ ਨਕੋਦਰ 'ਚ ਬਣ ਜਾਂਦੇ ਸੀ। ਤਾਂ ਜਲੰਧਰ ਦੀ ਜਿਹੜੀ ਇੰਪੋਰਟੈਂਸ ਹੈ ਐਜ਼ ਇੰਡਸਟਰੀਅਲ ਸਿਟੀ, ਐਜ਼ ਐਜੂਕੇਸ਼ਨਲ ਸਿਟੀ, ਐਜ਼ ਇਨਫੋਰਮੇਸ਼ਨ ਟੈਕਨੋਲੋਜੀ ਔਰ ਪਬਲੀਕੇਸ਼ਨ ਦੇ ਵਿੱਚ, ਸਭ ਚੀਜ਼ਾਂ ਦੇ ਵਿੱਚ ਜਲੰਧਰ ਪੰਜਾਬ ਦੇ ਵਿੱਚ ਬਹੁਤ ਹੀ ਜਿਹਨੂੰ ਕਹਿੰਦੇ ਕਿ ਇੱਕ ਸਪੈਸ਼ਲਾਈਜ਼ਡ ਪਲੇਸ ਹੈ ਐਡਮਿਨਿਸਟ੍ਰੇਟਿਵਲੀ ਔਰ ਪੋਲੀਟੀਕਲੀ। ਤਾਂ ਮਲਟੀ ਜਲੰਧਰ ਦੇ ਅੱਜ ਬਹੁਤ ਹੀ ਪਹਿਲੂ ਤੁਸੀਂ ਆਪ ਜਲੰਧਰ ਦੇ ਬਾਰੇ ਬਹੁਤ ਡਿਟੇਲ ਦੇ ਵਿੱਚ ਦੱਸਿਆ, ਮੇਰੀ ਵੀ ਨੌਲੇਜ ਦੇ ਵਿੱਚ ਤੁਸੀਂ ਐਡ ਕੀਤਾ। ਥੈਂਕ ਯੂ ਸੋ ਮਚ। ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਸੁਣ ਰਹੇ ਹੋ ਜੀ ਤੇ ਵੇਖ ਵੀ ਰਹੇ ਹੋ ਜੀ
ਤੇ ਜੁੜ ਵੀ ਚੁੱਕੇ ਹੋ ਜੀ ਨਗਾਰਾ ਟੀਵੀ ਨਾਲ। ਨਗਾਰਾ ਟੀਵੀ ਨਾਲ ਹੀ ਜੁੜਿਆ ਕਰੋ ਜੀ। ਨਗਾਰਾ ਟੀਵੀ ਨੂੰ ਵੱਧ ਚੜ ਕੇ ਹੰਗਾਰਾ ਭਰਿਆ ਕਰੋ। ਜਰਾ ਹਟ ਕੇ ਪ੍ਰੋਗਰਾਮ ਦੇ ਵਿੱਚ ਹਟ ਕੇ ਗੱਲਾਂ ਹੁੰਦੀਆਂ ਨੇ ਜੀ। ਕਈ ਵਾਰੀ ਲੱਗਦਾ ਕਿ ਜਰਾ ਹਟ ਕੇ ਗੱਲਾਂ ਥੋੜ੍ਹੀਆਂ ਅਜੀਬ ਵੀ ਲੱਗਦੀਆਂ, ਸ਼ਾਇਦ ਹੋਰ ਕਿਸੇ ਚੈਨਲ ਦੇ ਵਿੱਚ ਇਦਾਂ ਦੀਆਂ ਗੱਲਾਂ ਕੋਈ ਨਾ ਕਰਦਾ ਹੋਵੇ। ਮੇਰੀ ਕੋਸ਼ਿਸ਼ ਹੈ ਮੈਂ ਇਦਾਂ ਦੀਆਂ ਗੱਲਾਂ ਕਰਾਂ, ਤੁਸੀਂ ਵੀ ਇਦਾਂ ਦੀਆਂ ਗੱਲਾਂ ਕਰਿਆ ਕਰੋ। ਯਾਦ ਕਰਿਆ ਕਰੋ ਜੀ ਪੁਰਾਣੇ ਟਾਈਮ ਨੂੰ, ਜਲੰਧਰ ਦੇ ਵਿੱਚ ਕਿਸ ਤਰ੍ਹਾਂ ਲੋਕ ਜਾਂਦੇ ਸੀ। ਟਾਂਗਿਆਂ ਦੇ ਵੀ ਜਾਂਦੇ ਸੀ, ਕਿਸੇ ਨੇ ਟਾਂਗਾ ਵੀ ਝੂਟਿਆ ਹੋਵੇ। ਉਸ ਤੋਂ ਬਾਅਦ ਲੋਕਲ ਬੱਸ ਵੀ ਜਾਂਦੀ ਹੁੰਦੀ ਸੀ। ਟੈਂਪੂ ਵੀ ਹੁਣ ਤਰ੍ਹਾਂ ਤਰ੍ਹਾਂ ਦੇ ਆ ਗਏ ਨੇ। ਹੁਣ ਤਾਂ ਵਧੀਆ ਵਧੀਆ ਗੱਡੀਆਂ ਵੀ ਹੋ ਗਈਆਂ ਸਾਰੀਆਂ, ਬ੍ਰਾਂਡਡ ਕੱਪੜੇ ਵੀ ਪਾਉਂਦੇ ਹੋ। ਜਲੰਧਰ ਲੋਕ ਮਾਡਰਨ ਵੀ ਬਹੁਤ ਨੇ। ਜਲੰਧਰ ਸ਼ਹਿਰ ਰਹਿਣ ਵਾਲਾ ਬੰਦਾ ਨਾ ਕੋਈ ਪਿੰਡ ਵਾਲੇ ਬੰਦੇ ਨੂੰ ਹੋਰ ਹੀ ਨਿਗਾਹ ਨਾਲ ਦੇਖਦਾ, ਪੇਂਡੂ ਹੀ ਲੱਗਦਾ ਤੂੰ ਭਾਈ। ਅਸੀਂ ਵੀ ਪੇਂਡੂ ਹੀ ਹਾਂ, ਪਰ ਜਲੰਧਰ ਸ਼ਹਿਰ 'ਚ ਥੋੜ੍ਹਾ ਚਿਰ ਰਹਿ ਕੇ ਅਸੀਂ ਵੀ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਜਲੰਧਰੀ ਹਾਂ ਜੀ। ਟਾਈਮ ਪ੍ਰੋਗਰਾਮ ਦਾ ਆਲਮੋਸਟ ਮੁੱਕਣ ਜਾ ਰਿਹਾ ਜੀ। ਬਿਲਕੁਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਜੀ। ਅੱਜ ਮੈਂ ਕਾਫੀ, ਵੈਸੇ ਮੇਰੇ ਕੋਲ ਮਟੀਰੀਅਲ ਸੀ ਜਲੰਧਰ ਦੇ ਬਾਰੇ। ਜਲੰਧਰ ਦੇ ਬਾਰੇ ਮੇਰੇ ਕੋਲ ਜੀ, ਮੈਨੂੰ ਜਲੰਧਰ ਨਾਲ ਕਿਉਂ ਪਿਆਰ ਹੈ। ਮੈਂ ਜਲੰਧਰ ਦੇ ਲਾਇਨਸ ਕਲੱਬ ਆਫ ਜਲੰਧਰ, ਸਭ ਤੋਂ ਵੱਡਾ ਮੇਨ ਕਲੱਬ ਹੈ, ਉਹਦਾ ਮੈਂਬਰ ਹਾਂ। 25 ਸਾਲ ਹੋ ਗਏ ਜੀ ਮੈਨੂੰ ਇਸ ਸਮਾਜ ਸੇਵਾ ਦੇ ਨਾਲ ਸੰਬੰਧਿਤ ਹੋਣ ਦਾ। ਡਿਫਰੈਂਟ ਪੋਸਟ 'ਤੇ ਕੰਮ ਕੀਤਾ ਅਤੇ ਜਲੰਧਰ ਦੇ ਵਿੱਚ ਇਸ ਸੰਸਥਾ ਦਾ ਬੜਾ ਕੰਮ ਹੈ। ਇਹਨਾਂ ਦਾ ਹਸਪਤਾਲ ਵੀ ਹੈ ਔਰ ਇਸ ਵਕਤ ਬਿਲਕੁਲ ਜਲੰਧਰ ਦੇ ਸੈਂਟਰ ਔਰ ਵੈਲ ਲੋਕੇਟਡ ਏਰੀਆ ਲਾਜਪਤ ਨਗਰ ਦੇ ਵਿੱਚ ਬਹੁਤ ਸਾਰੇ ਸਮਾਰੋਹ ਦੇ ਵਿੱਚ ਜਾਈਦਾ। ਉੱਥੇ ਕਈ ਵਾਰੀ ਬੋਲਣ ਦਾ ਮੌਕਾ ਮਿਲਦਾ। ਉੱਥੇ ਸਾਹਮਣੇ ਜਦੋਂ ਡਾਇਸ ਹੁੰਦੀ ਹੈ ਅਤੇ ਡਾਇਸ ਦੇ ਪਿੱਛੇ ਲੱਤਾਂ ਕੰਬਦੀਆਂ ਬਿਲਕੁਲ ਠੀਕ ਹੋ ਜਾਂਦੀਆਂ। ਉੱਥੇ ਬੋਲਣ ਦੀ ਪ੍ਰੈਕਟਿਸ ਹੋ ਜਾਂਦੀ ਹੈ। ਉੱਥੇ ਕੁਝ ਪ੍ਰੋਟੋਕੋਲ ਨਾਲ ਬੋਲਣਾ ਪੈਂਦਾ। ਟੀਵੀ ਦੇ ਵਿੱਚ ਵੀ ਪ੍ਰੋਟੋਕੋਲ ਨਾਲ ਬੋਲਣਾ ਪੈਂਦਾ। ਬਹੁਤ ਸਾਰੇ ਰੇਡੀਓ ਮਾਧਿਅਮ ਨਾਲ ਸੰਬੰਧਿਤ ਹੋਣ ਕਰਕੇ ਅਸੀਂ ਪਿਕਚਰ ਪਰਦੇ ਦੇ ਪਿੱਛੇ ਹੁੰਦੇ ਸੀ। ਹੁਣ ਪਰਦੇ 'ਚ ਆ ਗਏ ਹਾਂ। ਕਈ ਵਾਰੀ ਉਸ ਤਰੀਕੇ ਨਾਲ ਸਾਨੂੰ ਸਮਾਈਲ ਕਰਨੀ ਨਹੀਂ ਆਉਂਦੀ, ਉਸ ਤਰੀਕੇ ਦਾ ਮੂੰਹ ਬਣਾਉਣਾ ਨਹੀਂ ਆਉਂਦਾ। ਕਈ ਵਾਰੀ ਸਾਡੇ ਲੱਗਦਾ ਤੁਹਾਨੂੰ ਵੀ ਇਹ ਬੰਦਾ ਬੋਲ ਕਿੱਦਾਂ ਰਿਹਾ, ਇਹ ਚਿਹਰੇ ਦੇ ਐਕਸਪ੍ਰੈਸ਼ਨ ਕਿਉਂ ਦੇ ਰਿਹਾ। ਦੇਖੋ ਜੀ ਸੁਭਾਵਿਕ ਹੈ, ਜੋ ਦਿਲ 'ਚ ਹੈ ਉਹੀ ਚਿਹਰੇ 'ਚ ਆਉਂਦਾ। ਫਰੇਮ ਕਰਨਾ ਆਉਂਦਾ ਨਹੀਂ। ਜੋ ਦਿਲ ਕਹਿ ਰਿਹਾ ਉਹੀ ਜ਼ੁਬਾਨ ਕਹਿ ਰਹੀ ਹੈ, ਉਹੀ ਤੁਹਾਡੇ ਸਾਹਮਣੇ ਜਾ ਰਿਹਾ। ਗੁੱਸਾ ਨਾ ਕਰਿਆ ਕਰੋ ਜੀ ਇਹਨਾਂ ਗੱਲਾਂ ਦਾ। ਹਾਂ, ਕਿਸੇ ਹੋਰ ਸ਼ਹਿਰ ਦੇ ਬਾਰੇ ਅੱਜ ਨਹੀਂ, ਅਗਲੇ ਹਫ਼ਤੇ ਗੱਲ ਕਰਾਂਗੇ। ਕੱਲ੍ਹ ਕਿਸੇ ਹੋਰ ਮਸਲੇ ਬਾਰੇ ਗੱਲ ਕਰਾਂਗੇ ਤੁਹਾਡੇ ਨਾਲ ਜ਼ਰੂਰ ਤੇ ਜ਼ਰੂਰ। ਜਲੰਧਰ ਬਾਰੇ ਜੇ ਕੋਈ ਹੋਰ ਗੱਲ ਕਰਨੀ ਜ਼ਰੂਰ ਕਰਿਆ ਜੀ। ਜਲੰਧਰ ਦਾ ਵੈਸੇ ਇਹ ਜੀ ਕੋਈ ਜਲੰਧਰਾ ਨਾਂ ਦਾ ਰਾਖਸ਼ ਸੀ ਜੀ। ਵੈਸੇ ਦੇਖ ਲਓ ਜੀ, ਇੱਕ ਰਾਖਸ਼ ਦੇ ਨਾਂ ਤੇ ਇੰਨਾ ਪਿਆਰਾ ਸ਼ਹਿਰ। ਜਲੰਧਰ ਸ਼ਹਿਰ ਵਾਲੇ ਵੈਸੇ ਫੈਸ਼ਨ ਬਹੁਤ ਕਰਦੇ ਨੇ ਜੀ। ਜਲੰਧਰ ਦੇ ਕਿਹੜੇ ਇਲਾਕੇ 'ਚ ਬਹੁਤ ਜ਼ਿਆਦਾ ਫੈਸ਼ਨ ਹੁੰਦਾ ਤੇ ਜਲੰਧਰ ਦੇ ਕਿਹੜੇ ਇਲਾਕੇ 'ਚ ਜ਼ਿਆਦਾ ਗੇੜੀ ਵੱਜਦੀ ਹੈ, ਇਸ ਬਾਰੇ ਵੀ ਜ਼ਰੂਰ ਦੱਸਦੇ। ਮੈਨੂੰ ਆਸ ਸੀ ਕੋਈ ਆ ਕੇ ਗੱਲ ਕਰਦਾ, ਪਰ ਕਿਉਂਕਿ ਵਕੀਲ ਸਾਹਿਬ ਥੋੜ੍ਹੇ ਸੀਨੀਅਰ ਨੇ, ਤੁਸੀਂ ਜਿਹੜਾ ਸੀਰੀਅਸ ਹੋ ਗਏ, ਮੈਂ ਨਹੀਂ ਚਾਹੁੰਦਾ ਸੀ ਕੋਈ ਜ਼ਿਆਦਾ ਸੀਰੀਅਸ ਹੋ ਕੇ ਗੱਲ ਕਰੋ। ਵੈਸੇ ਵੀ ਗੱਲਬਾਤ ਕੀਤੀ ਜਾ ਸਕਦੀ। ਕਿਸੇ ਦਿਨ ਪੂਰੇ ਭਾਰਤ ਦੇ ਢਾਬਿਆਂ ਬਾਰੇ ਗੱਲ ਕਰਾਂਗੇ। ਕਿਹੜੇ ਕਿਹੜੇ ਢਾਬੇ ਤੁਹਾਨੂੰ ਯਾਦ ਨੇ ਹੁਣ ਤੱਕ। ਅੰਮ੍ਰਿਤਸਰ ਦੇ ਢਾਬੇ ਯਾਦ ਨੇ ਤੁਹਾਨੂੰ, ਜਲੰਧਰ ਦੇ ਯਾਦ ਨੇ। ਇੱਕ ਪੂਰਨ ਸਿੰਘ ਦਾ ਢਾਬਾ ਹੁੰਦਾ ਸੀ, ਕਿੱਥੇ ਜੀ, ਅੰਬਾਲੇ। ਅੱਜ ਕੱਲ੍ਹ ਕੋਈ ਵੀ ਨਹੀਂ, ਅੱਜ ਕੱਲ੍ਹ 8 ਢਾਬੇ ਬਣ ਗਏ ਨੇ। ਉਹ ਸਾਰੇ ਕਹਿੰਦੇ ਨੇ ਪੂਰਨ ਸਿੰਘ ਦਾ ਅਸਲੀ ਢਾਬਾ ਇਸ ਔਰ ਹੈ, ਪੂਰਨ ਸਿੰਘ ਦਾ ਅਸਲੀ ਢਾਬਾ ਉਸ ਔਰ ਹੈ। ਇਨਫੈਕਟ ਪੂਰਨ ਸਿੰਘ ਦਾ ਕੋਈ ਵੀ ਅਸਲੀ ਢਾਬਾ ਨਹੀਂ ਰਿਹਾ। ਜਦ ਤੱਕ ਪੂਰਨ ਸਿੰਘ ਸੀ ਉਦੋਂ ਹੀ ਉਹਦਾ ਅਸਲੀ ਢਾਬਾ ਹੁੰਦਾ ਸੀ। ਇਹ ਜਲੰਧਰ ਨਹੀਂ, ਇਹ ਅੰਬਾਲੇ ਛਾਉਣੀ ਸਟੇਸ਼ਨ ਦੇ ਬਿਲਕੁਲ ਸਾਹਮਣੇ ਸੀ। ਬੜਾ ਹੀ ਮਸ਼ਹੂਰ ਢਾਬਾ ਸੀ। ਇੱਦਾਂ ਦਿੱਲੀ ਚਲ ਜਾਓ, ਉੱਥੇ ਕਾਕੇ ਦੇ ਢਾਬੇ ਆ ਜਾਣਗੇ, ਇੱਦਾਂ ਹੀ ਚਾਚੇ ਦੇ ਢਾਬੇ ਆ ਜਾਣਗੇ, ਇੱਦਾਂ ਹੀ ਹੋਰ ਕਈ ਤਰ੍ਹਾਂ ਦੇ ਢਾਬੇ ਆ ਜਾਣਗੇ। ਪੰਜਾਬ 'ਚ ਢਾਬਾ ਕਲਚਰ ਬਾਰੇ ਮੈਂ ਤਾਂ ਗੱਲਬਾਤ ਕੀਤੀ ਕਿ ਕੱਲ੍ਹ ਹੀ ਭਾਰਤ ਸਰਕਾਰ ਨੇ ਕਿਹਾ ਕਿ 20 ਤਰੀਕ ਤੋਂ ਬਾਅਦ ਰੋਡ ਸਾਈਡ ਜਿਹੜੇ ਢਾਬੇ ਨੇ ਉਹ ਖੁੱਲ੍ਹਣ ਦੀ ਇਜਾਜ਼ਤ ਮਿਲੇਗੀ ਤੇ ਢਾਬਿਆਂ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਔਰ ਇੱਕ ਗੱਲ ਹੋਰ ਦੱਸਦੀ ਹੈ ਜੀ, ਢਾਬੇ ਕੈਨੇਡਾ ਵਿੱਚ ਹੈ ਨਹੀਂ, ਇੱਥੇ ਇਹਨਾਂ ਨੂੰ ਰੈਸਟੋਰੈਂਟ ਜਾਂ ਹੋਰ ਇਹੋ ਜਿਹੇ ਵਰਡ ਕਿਹਾ ਜਾਂਦੇ ਨੇ, ਪਰ ਗੱਲ ਨਹੀਂ ਜੀ ਬਣਦੀ। ਕਈ ਵਾਰੀ ਉਹਨਾਂ ਨੂੰ ਸਬਜ਼ੀ ਕੋਈ ਕਹੋ, ਚੀਜ਼ ਉਹੀ ਦੇ ਦਿੰਦੀ ਹੈ। ਮੈਂ ਤੁਹਾਨੂੰ ਇਹ ਗੱਲ ਜਰਾ ਹਟ ਕੇ ਦੱਸ ਰਿਹਾ। ਇੱਥੇ ਸਾਡੇ ਇੱਕ ਦੋਸਤ ਨੇ, ਇੱਕ ਵਾਰ ਅਸੀਂ ਇਹਨਾਂ ਨੂੰ ਫਿਸ਼ ਕੜੀ ਮੰਗਾਈ। ਫਿਸ਼ ਕੜੀ, ਮੈਂ ਪਹਿਲਾਂ ਕਹਿ ਗਿਆ ਫਿਸ਼ ਕੜੀ, ਉਹਨਾਂ ਨੇ ਫਿਸ਼ ਕੜੀ ਦੇ ਦਿੱਤੀ, ਫਿਸ਼ ਕਰੀ ਨਹੀਂ ਦਿੱਤੀ। ਜਿਹੜੀ ਕੜੀ ਨਹੀਂ ਹੁੰਦੀ, ਜਿਹੜੀ ਆਪਣੀ ਦਹੀਂ ਵਾਲੀ, ਉਹਦੇ ਵਿੱਚ ਮੱਛੀ ਦੇ ਪੀਸ 3-4 ਪਾ ਦਿੱਤੇ। ਹੁਣ ਸਵਾਦ ਦੋ ਤਰ੍ਹਾਂ ਦਾ ਆਵੇ। ਜਿਹੜੀ ਕੜੀ ਚੌਲ ਨਾਲ ਖਾਂਦੇ ਤੁਸੀਂ, ਉਹਦਾ ਸਵਾਦ ਤੇ ਨਾਲ ਮੱਛੀ ਦਾ। ਦੇਖੋ ਜੀ, ਇਹ ਕੈਨੇਡਾ ਆ, ਕੈਨੇਡਾ 'ਚ ਕੁਛ ਵੀ ਹੋ ਜਾਂਦਾ। ਇਹ ਚੀਜ਼ਾਂ ਸ਼ਾਇਦ ਤੁਸੀਂ ਜਲੰਧਰ 'ਚ, ਪੰਜਾਬ 'ਚ ਜਾਂ ਕਿਸੇ ਹੋਰ ਮੁਲਕ 'ਚ ਨਹੀਂ ਦੇਖੀਆਂ ਹੋਣੀਆਂ ਜਨਾਬ। ਸਭ ਤੋਂ ਵੱਡੀ ਖਾਸ ਚੀਜ਼ ਇੱਥੇ ਕਿ ਜਦੋਂ ਮੈਂ ਨਵਾਂ ਆਇਆ ਤੇ ਮੈਂ ਕਿਸੇ ਸਵੀਟ ਸ਼ਾਪ ਤੇ ਗਿਆ। ਮੈਂ ਕਿਹਾ ਬੇਸਨ ਦੇ ਦੇ, ਕਹਿੰਦੇ ਬੇਸਨ ਨਹੀਂ ਹੈ। ਬੇਸਨ ਕੀ ਬਰਫੀ, ਬੇਸਨ ਦੀ ਬਰਫੀ। ਮੈਂ ਕਿਹਾ ਜੀ ਬਰਫੀ ਥੋੜਾ ਕਿ ਬੇਸਨ, ਨਹੀਂ ਇਹ ਬਰਫੀ ਕਹਿੰਦੇ ਇਹਨੂੰ। ਅੱਛਾ ਜੀ, ਇਹ ਬੇਸਨ ਦੀ ਬਰਫੀ ਕਹਿੰਦੇ ਨੇ। ਚਲੋ ਜੀ, ਮੇਰੀ ਜਾਣਕਾਰੀ 'ਚ ਵਾਧਾ ਹੋਇਆ। ਮੈਂ ਕਿਹਾ ਜਲੇਬੀਆਂ ਦੇ ਦੇ, ਕਹਿੰਦੇ ਜਲੇਬੀਆਂ ਨੇ ਇਮਰਤੀ ਨੇ। ਅੱਛਾ, ਫਿਰ ਐ ਨਹੀਂ ਹੋ, ਮੈਂ ਉਹਨਾਂ ਕੋਲ ਬੇਸਨ ਲੈ ਲਿਆ ਜੀ। ਉਹ ਸਵੀਟ ਸ਼ਾਪ ਦਾ ਨਾਂ ਹੁਣ ਮੈਂ ਨਾਂ ਨਹੀਂ ਦੇਵਾਂਗਾ ਕਿਉਂਕਿ ਸ਼ਾਇਦ ਕਿਤੇ ਸੁਣ ਰਹੇ ਹੋਣ, ਗੁੱਸਾ ਨਾ ਕਰ ਜਾਣ।
ਉਹ ਬੇਸਨ ਤੋੜਨ ਵਾਸਤੇ ਵੀ ਮੈਨੂੰ ਕਾਫੀ ਜ਼ੋਰ ਲਾਣਾ ਪਿਆ ਜੀ, ਚਾਕੂ ਨੇ ਕੱਟਿਆ ਜੀ, ਕਾਫੀ ਚਿਰ ਤੋਂ ਹਾਰਡ ਹੋਇਆ ਸੀ। ਹੁਣ ਕਾਫੀ ਇੱਥੇ ਸਵੀਟ ਸ਼ਾਪ ਆ ਗਏ ਨੇ, ਕਾਰੀਗਰ ਵੀ ਕਾਫੀ ਆ ਗਏ ਨੇ, ਕੈਨੇਡਾ ਆ ਗਏ ਨੇ, ਥੋੜਾ ਥੋੜਾ ਟੇਸਟ ਜਿਹੜਾ ਉਹ ਉੱਥੋਂ ਦਾ ਹੋਣ ਲੱਗ ਪਿਆ। ਪ੍ਰੋਗਰਾਮ ਬਿਲਕੁਲ ਆਖਰੀ ਪੜਾਵਾਂ ਤੇ ਪਹੁੰਚ ਚੁੱਕਾ। ਕੁਝ ਹੋਰ ਵੀ ਗੱਲਾਂ ਕਰਨੀਆਂ ਸੀ ਜੀ। ਮੈਂ ਇੱਕ ਅੱਜ ਅਖਬਾਰ ਦੀ ਖਬਰ ਸੀ, ਉਹਦੇ ਬਾਰੇ ਤੁਹਾਨੂੰ ਜ਼ਰੂਰ ਜਾਣਨਾ ਪਾਣਾ ਚਾਹਾਂਗਾ। ਵਿਦੇਸ਼ ਉਟਾਰੀ ਜਾਣ ਵਾਲੇ ਲੋਕ ਕੌਣ ਨੇ ਜੀ? ਜਲੰਧਰ ਤੋਂ ਬਹੁਤ ਲੋਕ ਨੇ ਜੀ ਪਹਿਲੇ, ਪਰ ਜਿਹੜੇ ਨਵੇਂ ਆਏ ਨੇ, ਨਵਿਆਂ ਬਾਰੇ ਇਹ ਇੱਕ ਸਰਵੇ ਕੀਤਾ ਗਿਆ ਕਿ 85% ਪਤਾ ਕੌਣ ਨੇ? ਜਿਨ੍ਹਾਂ ਦੀ ਉਮਰ 15 ਤੋਂ ਲੈ ਕੇ 35 ਸਾਲ ਹੈ। ਤੇ ਇਹਨਾਂ ਚੋਂ 92% ਕੌਣ ਨੇ? ਜਿਹੜੇ ਜੱਟ ਤੇ ਕਿਸਾਨ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ। ਦੇਖਿਆ ਹੋਣਾ ਜੀ, ਜਲੰਧਰ ਜ਼ਿਲ੍ਹੇ 'ਚ ਪੁਰਾਣੇ ਘਰ, ਖਾਸ ਕਰ ਮਾਡਲ ਟਾਊਨ 'ਚ ਤਾਲੇ ਲੱਗੇ ਪਏ ਨੇ, ਕੋਈ ਰਹਿੰਦਾ ਹੀ ਨਹੀਂ ਉੱਥੇ। ਘਾਹ ਹੀ ਕਿੰਨਾ ਉੱਚਾ ਹੋ ਗਿਆ। ਕਹਿੰਦੇ ਨੇ ਇੱਕ ਬਜ਼ੁਰਗ ਇੱਥੇ ਰਹਿੰਦਾ, ਕਦੇ ਕਦੇ ਆ ਕੇ, ਹੁਣ ਤਾਂ ਕਰੋਨਾ ਵਾਇਰਸ ਕਰਕੇ ਉੱਥੇ ਵਿਚਾਰੇ ਫਸੇ ਹੋਣਗੇ। ਪਰ ਜ਼ਿਆਦਾਤਰ ਕਈ ਹੋਰ ਮੁਲਕਾਂ 'ਚ ਗਏ ਨੇ, ਜਿਨ੍ਹਾਂ ਦੇ ਵਿੱਚੋਂ ਨੰਬਰ 1 ਕੈਨੇਡਾ ਆਉਂਦਾ। ਕੈਨੇਡਾ ਵੱਲ ਜਾਣ ਨੂੰ ਤਰਜੀਹ ਕਰਦੇ ਹੋ। ਆਸਟ੍ਰੇਲੀਆ ਵੀ, ਨਿਊਜ਼ੀਲੈਂਡ ਵੀ, ਇਸ ਤੋਂ ਇਲਾਵਾ USA, ਇਟਲੀ, ਇਹਨਾਂ ਸਾਰੇ ਮੁਲਕਾਂ ਦੇ ਵਿੱਚ ਸਾਡੇ ਬਹੁਤ ਸਾਰੇ ਦੋਸਤ ਆਏ ਨੇ। ਅਸੀਂ ਵੀ ਉਹਨਾਂ ਦੇ ਵਿੱਚੋਂ ਹਾਂ। ਪੰਜਾਬੀ ਯੂਨੀਵਰਸਿਟੀ ਨੇ ਇੱਕ ਐਨਾਲਿਸਿਸ ਕੀਤਾ, ਪੇਂਡੂ ਪੰਜਾਬ ਤੇ ਕੌਮਾਂਤਰੀ ਪ੍ਰਵਾਸ ਤੇ ਸਮਾਜਿਕ, ਆਰਥਿਕ ਤੇ ਜਨਸੰਖਿਆ, ਇਹਦਾ ਵਿਸ਼ਲੇਸ਼ਣ ਕੀਤਾ। ਪ੍ਰੋਜੈਕਟ ਬੜਾ ਵਧੀਆ ਸੀ। ਇਸ ਪ੍ਰੋਜੈਕਟ ਵਿੱਚ ਪ੍ਰੋਫੈਸਰ ਡਾਕਟਰ ਗੁਰਵਿੰਦਰ ਕੌਰ ਤੇ ਡਾਕਟਰ ਗਿਆਨ ਸਿੰਘ, ਇਹਨਾਂ ਨੇ ਅੰਮ੍ਰਿਤਸਰ, ਜਲੰਧਰ, ਬਠਿੰਡਾ, ਪਟਿਆਲਾ ਤੇ ਪਿੰਡਾਂ ਤੇ ਇਹ ਸਰਵੇ ਕੀਤਾ। ਸਰਵੇ ਦੇ ਵਿੱਚ ਕਮਾਲ ਦੀਆਂ ਗੱਲਾਂ ਆਈਆਂ ਜੀ। ਇਹਨਾਂ 'ਚ ਵੀ ਕਿਹਾ ਕਿ ਅੱਜ ਕੱਲ੍ਹ ਪੰਜਾਬ 'ਚ ਲੜਕੀਆਂ ਦਾ ਪ੍ਰਵਾਸ ਜ਼ਿਆਦਾ ਹੋ ਰਿਹਾ। ਅਸੀਂ ਕੈਨੇਡਾ ਵੀ ਦੇਖ ਰਹੇ ਹਾਂ, ਸੜਕਾਂ ਤੇ ਲੜਕੇ ਘੱਟ ਨੇ ਤੇ ਲੜਕੀਆਂ ਜ਼ਿਆਦਾ ਨੇ। 5 ਤੋਂ ਲੈ ਕੇ 30 ਲੱਖ ਰੁਪਈਆ, ਇਹ ਮੈਂ ਅਪਰੋਕਸੀਮੇਸ਼ਨ ਦੱਸ ਰਿਹਾ ਜੀ, 5 ਤੋਂ ਲੈ ਕੇ 30 ਲੱਖ ਰੁਪਈਆ ਲੱਗ ਜਾਂਦਾ ਇੱਥੇ ਪ੍ਰਵਾਸ ਵਾਸਤੇ। ਸਟੂਡੈਂਟ ਵੀਜ਼ਾ ਵਾਸਤੇ ਇਹਨਾਂ 'ਚ ਉਸ ਦਾ 15 ਕੁ ਲੱਖ ਲੱਗਦਾ ਹੋਵੇ। ਕੁਝ ਕੈਟੇਗਰੀਆਂ ਵਾਸਤੇ 8.5 ਲੱਗਦਾ ਅਪਰੋਕਸੀਮੇਟ। ਇੰਨਾ ਕੁ ਪੰਜਾਬ ਵਾਲੇ ਬੜੇ ਅਮੀਰ ਨੇ ਜੀ। ਮੈਂ ਫਿਰ ਦੱਸਦਾ, ਬੜੇ ਧਨੀ ਹੋ ਤੁਸੀਂ, ਇੰਨਾ ਕੁ ਪੈਸਾ ਖਰਚਣ ਲੱਗਿਆ ਤੁਸੀਂ ਪਰਵਾਹ ਨਹੀਂ ਕਰਦੇ। ਤੇ ਇਹਦਾ ਕਾਰਨ ਇੱਕ ਸਭ ਤੋਂ ਜ਼ਿਆਦਾ ਪੰਜਾਬ ਤੋਂ ਲੋਕ ਇਹਨਾਂ ਮੁਲਕਾਂ ਦੇ ਵਿੱਚ ਸੈਟਲ ਨੇ। ਹੁਣ ਲਾਕਡਾਊਨ ਹੈ, COVID-19 ਜਦੋਂ ਮੁੱਕ ਗਿਆ ਤੇ ਮਾਹਰ ਦੱਸਦੇ ਨੇ ਪ੍ਰਵਾਸ ਘਟਣੀ ਨਹੀਂ, ਪ੍ਰਵਾਸ ਵੱਧ ਜਾਣੀ। ਮੈਂ ਆਪਣੇ ਨੂੰ ਸੋਚਦਾ ਸੀ ਸ਼ਾਇਦ ਤੁਸੀਂ ਡਰ ਜਾਓਗੇ ਵੀ ਕੈਨੇਡਾ ਆ ਕੇ, ਇੱਥੇ ਆ ਕੇ ਤਾਂ ਫਸ ਜਾਵਾਂਗੇ, ਅਮਰੀਕਾ ਦਾ ਨਾਂ ਸੁਣ ਕੇ ਡਰ ਜਾਓਗੇ, ਇਟਲੀ ਦਾ ਨਾਂ ਸੁਣ ਕੇ ਡਰ ਜਾਓਗੇ। ਪਰ ਪੰਜਾਬੀ ਨਹੀਂ ਜੀ ਡਰਦੇ ਕਿਸੇ ਪਾਸਿਓ, ਉਹਨਾਂ ਨੇ ਵੱਧ ਚੜ ਕੇ ਹੀ ਆਉਣਾ। ਔਰ ਇਹ ਜਿਹੜਾ ਐਨਾਲਿਸਿਸ ਕੀਤਾ, ਮੈਂ ਐਨਾਲਿਸਿਸ ਦੇ ਅੱਜ ਦੀ ਇੱਕ ਮਸ਼ਹੂਰ ਅਖਬਾਰ ਦੇ ਵਿੱਚ ਲੱਗਿਆ ਸੀ, ਤਾਂ ਮੈਂ ਇਸ ਕਰਕੇ ਤੁਹਾਡੇ ਸਾਹਮਣੇ ਜ਼ਰੂਰ ਇਹ ਦੱਸਣਾ ਚਾਹੁੰਦਾ ਸੀ। ਖਬਰ ਮਾਤਰ ਸੀਗੀ, ਖਬਰ ਸ਼ਾਇਦ ਕਿਸੇ ਨੇ ਕਵਰ ਨਾ ਕੀਤੀ ਹੋਵੇ, ਪਰ ਮੈਂ ਇਸ ਖਬਰ ਨੂੰ ਬਿਲਕੁਲ ਬਰੀਫ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਸ਼ਹਿਰਾਂ 'ਚ ਸ਼ਹਿਰ ਜਲੰਧਰ ਦੀਆਂ ਗੱਲਾਂ ਕੀਤੀਆਂ। ਹੋ ਸਕਦਾ ਮੈਂ ਕਈ ਗੱਲਾਂ ਨਾ ਕਵਰ ਕਰ ਸਕਿਆ ਹਾਂ, ਜਿੰਨੀਆਂ ਮੈਨੂੰ ਯਾਦ ਆਈਆਂ ਮੈਂ ਤੁਹਾਡੇ ਸਾਹਮਣੇ ਦੱਸ ਦਿੱਤੀਆਂ। ਬਹੁਤ ਕੁਛ ਹੈ ਜੀ ਜਲੰਧਰ 'ਚ, ਨਵੀਂ ਮਾਰਕੀਟ ਜ਼ਰੂਰ ਜਾ ਕੇ ਦੇਖਿਆ ਕਰੋ, ਪੱਬ ਕਲਚਰ ਦੇਖਿਓ। ਤੇ ਇੱਕ ਗੱਲ ਹੈ ਜੀ ਪੰਜਾਬ ਬਾਰੇ, ਇੱਥੇ ਬੜਾ ਇੱਕ ਸਾਡੇ ਜੀ ਗੰਜੇ ਪੱਤਰਕਾਰ ਨੇ ਜੀ ਟੋਰਾਂਟੋ ਸਾਈਡ ਤੇ, ਉਹ ਅੱਜ ਕੱਲ੍ਹ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ, ਕਦੇ ਮੈਂ ਅਫਸਰ ਕਲੋਨੀ 'ਚ ਰਹਿੰਦਾ, ਪਤਾ ਨਹੀਂ ਉੱਥੇ ਕਿਸ ਤਰੀਕੇ ਨਾਲ ਰਹੀ ਜਾਂਦੇ ਨੇ, ਸਿਟੀਜ਼ਨ ਇੱਥੋਂ ਦੇ ਨੇ। ਉਹ ਕਹਿੰਦੇ ਨੇ ਜੀ ਪੰਜਾਬ 'ਚ ਤਾਂ ਨਸ਼ੇ ਦਾ ਕੰਮ ਬੜਾ ਵੱਧ ਗਿਆ। ਪੰਜਾਬ 'ਚ ਲੋਕ, ਖਾਸ ਕਰ ਲੜਕੀਆਂ, ਜਨਾਨੀਆਂ ਸ਼ਰਾਬ ਬਹੁਤ ਪੀਂਦੀਆਂ ਨੇ। ਕਹਿੰਦਾ ਮੈਂ ਇੱਕ ਚੰਡੀਗੜ੍ਹ ਠੇਕੇ ਤੇ ਖੜਾ, ਤੇ ਉੱਥੇ ਜਨਾਨੀਆਂ ਦੀ ਲਾਈਨ ਨਾ ਮੁੱਕੇ। ਮੈਂ ਪੁੱਛਿਆ ਕਾਹਦੀ ਲਾਈਨ? ਕਹਿੰਦੇ ਸ਼ਰਾਬ ਖਰੀਦਣ ਹੀ ਲੱਗੀਆਂ ਨੇ। ਹੋ ਸਕਦਾ ਕਹਿੰਦਾ ਜਲੰਧਰ, ਪਟਿਆਲੇ 'ਚ ਵੀ ਇੱਦਾਂ ਦੀ ਹੋਣ। ਤੁਸੀਂ ਸੁਣ ਰਹੇ ਹੋ ਜੀ ਜਲੰਧਰ ਵਾਲੇ ਪੰਜਾਬ ਦੇ ਵਿੱਚ, ਜਾਂ ਨਾਲ ਅੰਮ੍ਰਿਤਸਰ ਵਾਲੇ ਵੀ ਸੁਣ ਰਹੇ ਹੋ, ਕਿੰਨੀਆਂ ਕੁ ਲਾਈਨਾਂ ਲੱਗੀਆਂ ਹੁੰਦੀਆਂ ਨੇ ਲੇਡੀਜ਼ ਦੀਆਂ। ਇਹ ਸਾਡੇ ਉਹ ਗੱਜੇ ਪੱਤਰਕਾਰ ਹੋਰਾਂ ਨੇ, ਗੰਜੇ ਤੋਂ ਵੈਸੇ ਸਾਰੇ ਬਣ ਜਾਣਗੇ ਕਿਸੇ ਟਾਈਮ ਤੱਕ, ਉਹ ਗੱਜੇ ਮਸ਼ਹੂਰ ਪੱਤਰਕਾਰ ਹੋਰਾਂ ਨੇ ਕਿੱਥੋਂ ਵੇਖ ਲਈਆਂ। ਹਾਂ, ਮੈਂ ਪੱਬ ਕਲਚਰ 'ਚ ਗਿਆ, ਪੱਬ ਕਲਚਰ ਦੇਖਿਆ। ਉੱਥੇ ਕੁਛ ਲੇਡੀਜ਼, ਕੁਛ ਲੜਕੀਆਂ ਡਰਿੰਕ ਲਗਾ ਰਹੀਆਂ ਸਨ। ਗੱਲਬਾਤ ਕੀਤੀ ਤੇ ਤੁਸੀਂ ਬੜੇ ਹੈਰਾਨ ਹੋ ਜਾਓਗੇ ਜੀ। ਉਹ ਵਿਚਾਰੀਆਂ, ਮੈਂ ਵਿਚਾਰੀਆਂ ਤਾਂ ਕਹਾਂਗਾ, ਉਹ ਸਰੀ ਤੋਂ ਹੀ ਗਈਆਂ ਸੀ। ਕਹਿੰਦੀਆਂ ਤੁਸੀਂ ਤਾਂ ਸਾਡੇ ਪਿੰਡ ਤੋਂ ਹੀ ਆਏ ਹੋ ਜੀ, ਤੇ ਪੰਜਾਬ ਬਿਨਾਂ ਗੱਲੋਂ ਹੀ ਬਦਨਾਮ ਹੋ ਗਿਆ ਜੀ ਕਿ 70% ਲੋਕ ਉੱਥੇ ਨਸ਼ੇੜੀ ਨੇ, ਇੰਨੇ ਪਰਸੈਂਟ ਲੋਕ ਉੱਥੇ ਸ਼ਰਾਬ ਪੀਂਦੇ ਨੇ, ਇੰਨੇ ਪਰਸੈਂਟ ਲੋਕ ਉੱਥੇ ਵੋਡਕਾ ਪੀਂਦੇ ਨੇ। ਇਹ ਇੰਨੇ ਕੁ ਜ਼ਿਆਦਾ ਬਦਨਾਮ ਕਰਤਾ ਗਿਆ। ਉਹ ਬਦਨਾਮ ਕਰਨ ਵਾਲੇ ਕੌਣ ਨੇ ਜੀ? ਸਾਡੇ ਦੋਸਤ, ਸਾਡੇ ਮਿੱਤਰ ਤੇ ਮੀਡੀਆਕਾਰ। ਮਾਫੀ ਚਾਹੁੰਦਾ ਜੀ, ਮੇਰੀ ਗੱਲ ਤੁਹਾਨੂੰ ਮਾੜੀ ਨਾ ਲੱਗੇ। ਇਹ ਸਾਡਾ ਤਰੀਕਾ ਹੈ, ਅੰਦਾਜ਼ ਹੈ, ਜਰਾ ਹਟ ਕੇ। ਸ਼ੁਕਰੀਆ।